ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਗ ਧਾਰ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ, ਹਿਰਦੈ ਧਿਆਨ ਧਰ ਰੋਜ। ਪਾਏ ਸੁਮਤ ਕੋ ਓਜ ਅਤ, ਨਿਜ ਸਰੂਪ ਕੋ ਖੋਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ, ਹਿਰਦੈ ਧਿਆਨ ਧਰ ਰੋਜ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 20ਵਾਂ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। ਸ੍ਰੀ ਗੁਰ ਚਰਨ ਸਰੋਜ ਕੋ, ਹਿਰਦੈ ਧਿਆਨ ਧਰ ਰੋਜ। ਕਵੀ ਜੀ ਗੁਰੂ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਵਲਾਂ ਦਾ ਮੰਗਲ ਕਰਦੇ ਹਨ ਕਿ ਇਹ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਹਨ, ਇਹ ਇੱਕ ਤਾਕਤ ਹੈ, ਇੱਕ ਸਟਰੈਂਗ ਹੈ, ਜਿਹਦੇ ਕਰਕੇ ਆਪਾਂ ਗੁਰੂ ਮਹਾਰਾਜ ਦੇ ਦੱਸੇ ਦਰਸਾਈ ਸਿੱਖੀ ਨੂੰ ਕਮਾ ਸਕਦੇ ਹਾਂ, ਜਿਹੜੇ ਬਲ ਨੂੰ ਪਾ ਕਰਕੇ ਸਾਰੇ ਹੀ ਵਿਸ਼ੇ ਵਿਕਾਰਾਂ ਨੂੰ ਜਿੱਤਿਆ ਜਾ ਸਕਦਾ ਹੈ, ਜਿਹੜੇ ਓਜ ਜਾਂ ਜ਼ੋਰ ਨੂੰ ਪਾ ਕਰਕੇ ਜੀਵਨ ਮੁਕਤ ਹੋ ਸਕਦੇ ਹਾਂ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ। ਬੜਾ ਸੁੰਦਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਸ੍ਰੀ ਗੁਰ ਚਰਨ ਸਰੋਜ ਕੋ, ਹਿਰਦੈ ਧਿਆਨ ਧਰ ਰੋਜ। ਸ੍ਰੀ ਜੋ ਮਾਇਆ ਦੇ ਪਤੀ ਪਰਮੇਸ਼ਰ ਸਰੂਪ ਗੁਰੂ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਅਥਵਾ ਦਸੇ ਪਾਤਸ਼ਾਹੀਆਂ, ਜਿਨ੍ਹਾਂ ਦੇ ਚਰਨ ਕਵਲਾਂ ਨੂੰ ਧਿਆ ਕਰਕੇ ਹਿਰਦੇ ਧਿਆਨ ਧਰ ਰੋਜ, ਜਿਨ੍ਹਾਂ ਦਾ ਰੋਜ ਦਾ ਮਤਲਬ ਹੈ ਹਰ ਵੇਲੇ, ਹਰ ਸੈਕਿੰਡ ਦੇ ਵਿੱਚ, ਹਰ ਇੱਕ ਜੀਵਨ ਦੇ ਪਲ ਦੇ ਵਿੱਚ, ਹਰ ਇੱਕ ਸਵਾਸ ਦੇ ਨਾਲ ਜਿਨ੍ਹਾਂ ਦੇ ਚਰਨਾਂ ਨਾਲ ਅਗਰ ਧਿਆਨ ਮਨ ਦਾ ਜੋੜਿਆ ਜਾਵੇ। ਪਾਏ ਸੁਮਤ ਕੋ ਓਜ ਅਤ, ਨਿਜ ਸਰੂਪ ਕੋ ਖੋਜ। ਧਿਆਨ ਧਾਰਨ ਦਾ ਜਿਹੜਾ ਹੈ ਫਲ ਰੂਪ ਕੀ ਪ੍ਰਾਪਤ ਹੁੰਦਾ ਹੈ ਕਿ ਪਾਏ ਸੁਮਤ, ਚੰਗੀ ਮਤ, ਸ੍ਰਿਸ਼ਟ ਮਤ, ਸ੍ਰਿਸ਼ਟ ਸਿੱਖਿਆ ਨੂੰ ਜੋ ਹੈ ਉਹ ਪ੍ਰਾਪਤ ਹੁੰਦੀ ਹੈ। ਤੇ ਉਹ ਸੁਮਤ ਤੋਂ ਕੀ ਪ੍ਰਾਪਤ ਹੁੰਦਾ ਹੈ? ਕੋ ਓਜ ਅਤ। ਓਜ ਮੀਨਸ ਸਟਰੈਂਗ, ਤਾਕਤ ਬਹੁਤ ਸਾਰੀ ਪ੍ਰਾਪਤ ਹੋ ਜਾਂਦੀ ਹੈ, ਜਿਹੜੀ ਤਾਕਤ ਜਿਹੜੇ ਸਟਰੈਂਗ ਦੇ ਨਾਲ ਨਿਜ ਸਰੂਪ ਕੋ ਖੋਜ, ਆਪਣਾ ਜੋ ਨਿਜ ਸਰੂਪ ਹੈ, ਆਤਮਾ ਸਰੂਪ, ਜੋ ਪਰਮੇਸ਼ਰ ਸਰੂਪ ਨੂੰ ਖੋਜਣ ਦੇ ਵਿੱਚ ਉਨੀ ਕੁ ਤਾਕਤ ਪ੍ਰਾਪਤ ਹੋ ਜਾਂਦੀ ਹੈ, ਜਿਹਦੇ ਕਰਕੇ ਪਰਮੇਸ਼ਰ ਸਰੂਪ ਦੀ ਖੋਜ ਕਰਨ ਵਿੱਚ ਇਨਸਾਨ ਨੂੰ ਹਿੰਮਤ ਪ੍ਰਾਪਤ ਹੁੰਦੀ ਹੈ, ਤੇ ਜਿਹਦੇ ਕਰਕੇ ਨਿਜ ਸਰੂਪ ਦੀ ਪ੍ਰਾਪਤੀ ਹੋਣ ਕਰਕੇ ਜੀਵਨ ਮੁਕਤ ਹੋਈਦਾ ਹੈ। ਕਵੀ ਸੰਤੋਖ ਸਿੰਘ ਜੀ ਨੇ ਇੱਕ ਰਾਜ਼ ਵੀ ਹੈ ਜੋ ਆਪਣੇ ਨਾਲ ਸ਼ੇਅਰ ਕੀਤਾ ਹੈ, ਜੋ ਆਪਾਂ ਨੂੰ ਦੱਸਿਆ ਹੈ ਕਿ ਪਰਮੇਸ਼ਰ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਨਾ ਇਸ ਕਰਕੇ ਬਹੁਤ ਜ਼ਰੂਰੀ ਹੈ, ਕਿਉਂਕਿ ਉਹੀ ਇੱਕ ਵਸੀਲਾ ਹੈ ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਦਾ, ਆਪਣੇ ਇਨਸਾਨੀਅਤ ਜਾਂ ਆਪਣੇ ਜੀਵਨ ਕਾਲ ਨੂੰ ਸਫਲਾ ਕਰਨ ਵਾਸਤੇ ਤੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪਰਮੇਸ਼ਰ ਦੇ ਵਿੱਚ ਇੱਕਮਿਕ ਹੋਣ ਦਾ ਇਹੀ ਇੱਕ ਵਸੀਲਾ ਹੈ, ਜੋ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਨਾਲ ਧਿਆਨ ਜੋੜੀ ਰੱਖਣਾ ਹਰ ਵੇਲੇ। ਸ੍ਰੀ ਬਾਲਾ ਸੁੰਦਰ ਵਾਚ ਚੌਪੇ, ਸ੍ਰੀ ਅੰਗਦ ਸੁਨੀਏ ਗੁਣ ਪੂਰਨ। ਭਾਈ ਬਾਲਾ ਜੀ ਜੋ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਥਾ ਖਡੂਰ ਸਾਹਿਬ ਵਿੱਚ ਸੁਣਾ ਰਹੇ ਹਨ, ਸੰਬੋਧਨ ਕਰਕੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ, ਇਹ ਅੱਗੇ ਕਥਾ ਆਪ ਜੀ ਸਰਵਣ ਕਰੋ, ਕਿਉਂਕਿ ਆਪ ਵੀ ਉਹੀ ਗੁਰੂ ਨਾਨਕ ਦੇ ਸਰੂਪ ਹੋ ਜੋ ਗੁਣ ਪੂਰਨ ਹੋ। ਆਏ ਜੰਬੂ ਮਹਿ ਪੁਨ ਤੂਰਨ। ਜਦੋਂ ਇਹ ਜਿਹੜਿਆ ਹਨ ਸਾਰੇ ਹੀ ਦੀਪ, ਜਿਹੜੇ ਕਿ ਭਾਈ ਮਰਦਾਨੇ ਨੇ ਬੇਨਤੀ ਕਰਕੇ ਸਤਿਗੁਰਾਂ ਨੂੰ ਕਿਹਾ ਸੀ ਕਿ ਇਹ ਸਾਰੇ ਹੀ ਦੀਪਾਂ ਦੀ ਸਾਨੂੰ ਯਾਤਰਾ ਕਰਾਉਣੀ ਕਰੋ, ਪਾਤਸ਼ਾਹ ਜੀ ਨੇ ਸਾਰੇ ਹੀ 7 ਦੀਪ ਜਿਹੜੇ ਹਨ ਉਹ ਭਾਈ ਮਰਦਾਨੇ ਨੂੰ ਉਹਨਾਂ ਦੀ ਯਾਤਰਾ ਕਰਾਈ, ਤੇ ਜਦੋਂ ਸਾਰੇ 6 ਸੰਪੂਰਨ ਹੋ ਗਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਪਸ ਇਹੀ ਦੁਨੀਆ ਨੂੰ ਵਾਪਸ ਆਏ, ਇਹੀ ਧਰਤੀ ਨੂੰ ਵਾਪਸ ਆਏ, ਤੇ ਜਿਹਨੂੰ ਜੰਬੂ ਦੀਪ ਕਿਹਾ ਜਾਂਦਾ ਹੈ। ਸੋ ਇਹ ਜੰਬੂ ਦੀਪ ਨੂੰ ਸਤਿਗੁਰੂ ਜੀ ਉਸੇ ਵੇਲੇ ਵਾਪਸ ਆਏ।
ਸਹਿਜ ਸੁਭਾਇਕ ਆਏ ਸੁਹੇਲੋ। ਆਏ ਕਿਵੇਂ? ਕਹਿੰਦੇ ਸਹਿਜ ਸੁਭਾਵਕ, ਮਤਲਬ ਕਿ ਕੋਈ ਜ਼ੋਰ ਨਹੀਂ ਲੱਗਿਆ, ਕੋਈ ਹਿੰਮਤ ਨਹੀਂ ਲੱਗੀ ਵਾਪਸ ਆਉਣ ਦੀ। ਆਪਣੇ ਆਪ ਹੀ ਸਹਿਜ ਦੇ ਨਾਲ ਬੜੇ ਆਨੰਦ ਦੇ ਵਿੱਚ ਅਸੀਂ ਵਾਪਸ ਆ ਗਏ। ਹੋਤ ਭਇਓ ਸਿੱਧਨ ਸੋ ਮੇਲੋ। ਤੇ ਜੰਬੂ ਦੀਪ ਜੋ ਇਹ ਦੁਨੀਆ ਤੇ ਜੋ ਸਤਿਗੁਰੂ ਜੀ ਪਹੁੰਚੇ, ਕਿਹੜੇ ਅਸਥਾਨ ਤੇ ਸਤਿਗੁਰਾਂ ਨੇ ਆਉਣਾ ਕੀਤਾ? ਕਹਿੰਦੇ ਉੱਥੇ ਆਏ ਜਿੱਥੇ ਸਿੱਧ ਲੋਕ ਰਿਹਾ ਕਰਦੇ ਸਨ। ਗੋਰਖ ਤਪ ਕੋ ਹੁਤੋ ਸਤਾਨਾ। ਤੇ ਉਹ ਅਸਥਾਨ ਸੀਗਾ ਜਿੱਥੇ ਗੋਰਖਨਾਥ ਤਪ ਕਰ ਰਿਹਾ ਸੀ। ਬੈਠ ਗਏ ਤਹ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਅਸਥਾਨ ਜੋ ਗੋਰਖਨਾਥ ਦਾ ਤਪ ਕਰਨ ਦਾ ਅਸਥਾਨ, ਸਤਿਗੁਰੂ ਜੀ ਨੇ ਉੱਥੇ ਆ ਕੇ ਬਿਰਾਜਨਾ ਕੀਤਾ। ਸਭ ਸਿੱਧਨ ਮਿਲ ਇੱਕ ਤਿਲ ਲੀਨੋ। ਉਸ ਵੇਲੇ ਜੋ ਸਿੱਧਾਂ ਨੇ ਦੇਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹਨ, ਤਾਂ ਸਾਰੇ ਹੀ ਸਿੱਧ ਮਿਲ ਕਰਕੇ ਕਹਿੰਦੇ ਉਹਨਾਂ ਨੇ ਇਹ ਸਲਾਹ ਕੀਤੀ ਕਿ ਸਤਿਗੁਰਾਂ ਦੀ ਪ੍ਰੀਖਿਆ ਲਈ ਜਾਵੇ। ਤੇ ਸਤਿਗੁਰਾਂ ਨੂੰ ਹਰਾਉਣ ਵਾਸਤੇ ਉਹਨਾਂ ਨੇ ਇੱਕ ਬਿਉਂਤ ਬਣਾਈ, ਤੇ ਇਹ ਬਿਉਂਤ ਨੂੰ ਉਹਨਾਂ ਨੇ ਸਿੱਧ ਕਰਨ ਵਾਸਤੇ ਇੱਕ ਤਿਲ ਲੈ ਕੇ ਆਏ। ਸੈਸਮੀ ਸੀਡ ਜਿਹੜਾ ਹੁੰਦਾ ਹੈ, ਜਾਂ ਇੱਕ ਤਿਲ ਉਹਨਾਂ ਨੇ ਆਪਣੇ ਹੱਥ ਵਿੱਚ ਲਿਆ। ਤੇ ਤਿਲ ਦਾ ਆਕਾਰ ਜਿਹੜਾ ਬਹੁਤ ਛੋਟਾ ਹੁੰਦਾ ਹੈ। ਤਿਲ ਜਿਹੜਾ ਹੈ, ਜਦੋਂ ਕੋਈ ਆਪਾਂ ਛੋਟੀ ਚੀਜ਼ ਜਾਂ ਟਾਈਨੀ ਚੀਜ਼ ਨੂੰ ਕਹਿਣਾ ਹੋਵੇ ਤਾਂ ਆਪਾਂ ਕਹਿੰਦੇ ਤਿਲ ਸਮਾਨ ਹੈ। ਸੋ ਇੱਕ ਤਿਲ ਆਪਣੇ ਹੱਥ ਵਿੱਚ ਲੈ ਕੇ ਆਉਣਾ ਉਹਨਾਂ ਨੇ ਕੀਤਾ। ਗੁਰ ਆਗੇ ਭੇਟ ਸੋ ਧਰ ਦੀਨੋ। ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਉਹਨਾਂ ਨੇ ਭੇਟਾ ਕੀ ਦਿੱਤੀ? ਉਹ ਇੱਕ ਤਿਲ ਲਿਆ ਕੇ ਸਤਿਗੁਰਾਂ ਨੂੰ ਭੇਟਾ ਕੀਤਾ। ਕਹਿਓ ਕਿ ਸਭ ਮਹਿ ਦੇਹੋ ਵਰਤਾਈ। ਦੇਖੋ ਪ੍ਰੀਖਿਆ ਉਹਨਾਂ ਨੇ ਸਤਿਗੁਰਾਂ ਦੀ ਕੀ ਲੈਣਾ ਕੀਤੀ? ਕਹਿੰਦੇ ਇਹ ਇੱਕ ਤਿਲ ਜਿਹੜਾ ਛੋਟਾ ਜਿਹਾ ਹੈ ਨਾ, ਜੇ ਕਿਤੇ ਆਪਾਂ ਆਪਣੇ ਮੂੰਹ ਵਿੱਚ ਵੀ ਪਾ ਲਈ ਨਾ, ਉਹ ਦੰਦਾਂ ਵਿੱਚ ਫਸ ਜਾਂਦਾ ਹੈ। ਉਹ ਪਤਾ ਵੀ ਨਹੀਂ ਲੱਗਦਾ ਕਿ ਮੂੰਹ ਵਿੱਚ ਹੈ ਕਿ ਨਹੀਂ ਹੈ। ਉਹਨਾਂ ਨੇ ਇਹ ਚੈਲੰਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਤੀ। ਕਹਿੰਦੇ ਇਹ ਤਿਲ ਜਿਹੜਾ ਹੈ ਸਾਰਿਆਂ ਨੂੰ ਵੰਡਣਾ ਹੈ, ਵੀ ਜਿੰਨੇ ਵੀ ਇਹ ਸਿੱਧ ਆਏ ਹਨ ਤੇ ਤੁਸੀਂ ਤਿੰਨ ਜਿਹੜੇ ਹੋ, ਆਪਾਂ ਸਾਰਿਆਂ ਨੇ ਇਹ ਵੰਡ ਕੇ ਛਕਣਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਇਹ ਤਿਲ ਤੁਸੀਂ ਹੁਣ ਵੰਡ ਕੇ ਸਾਰਿਆਂ ਦੇ ਵਿੱਚ ਵਰਤਾਉਣਾ ਕਰੋ। ਨੀਰ ਦੁਰਾਏ ਦੀਨ ਤੇ ਥਾਈ। ਤੇ ਦੇਖੋ ਸਿੱਧ ਜਿਹੜੇ ਸਨ ਬੜੇ ਚਲਾਕ ਸਨ। ਇਹਨਾਂ ਨੇ ਕੀ ਕੀਤਾ? ਉਸ ਵੇਲੇ ਜਿਹੜਾ ਪਾਣੀ ਦੇ ਵਸੀਲੇ ਸਨ, ਕੋਈ ਨਦੀ ਸੀ ਜਾਂ ਕੋਈ ਟੋਭਾ ਸੀ, ਇਹਨਾਂ ਨੇ ਅਲੋਪ ਕਰ ਦਿੱਤਾ, ਉਹਨੂੰ ਡਿਸਪੀਅਰ ਕਰ ਦਿੱਤਾ ਉਹ ਅਰਥ ਸਰਫੇਸ ਤੋਂ। ਉਹਨਾਂ ਨੇ ਉਹ ਧਰਤੀ ਤੋਂ ਜਿਹੜਾ ਹੈ ਅਲੋਪ ਹੀ ਕਰ ਦਿੱਤਾ, ਵੀ ਉੱਥੇ ਕੋਈ ਪਾਣੀ ਨਾ ਬਣੇ। ਕਿਉਂਕਿ ਪਤਾ ਸੀਗਾ ਵੀ ਜੇ ਕਿਤੇ ਇਹ ਤਿਲ ਨੂੰ ਪਾਣੀ ਵਿੱਚ ਮਿਲਾਇਆ ਜਾਵੇ ਤਾਂ ਉਹੀ ਤਾਂ ਇੱਕ ਵਸੀਲਾ ਇਹਨੂੰ ਵੰਡਣ ਦਾ। ਉਹਨਾਂ ਨੇ ਜਿਹੜਾ ਹਨ ਪਾਣੀ ਜਿਹੜਾ ਹੈ ਸਾਰਾ ਹੀ ਅਲੋਪ ਕਰਤਾ ਉਸ ਵੇਲੇ। ਸਰਬ ਪ੍ਰਕਾਰ ਜਾਨ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੇ ਹਨ ਉਹਨਾਂ ਦੀ ਬਿਉਂਤ ਨੂੰ, ਉਹਨਾਂ ਦੀ ਜੋ ਇਹ ਸਕੀਮ ਬਣਾ ਕੇ ਆਏ ਸਨ, ਸਤਿਗੁਰਾਂ ਨੇ ਉਹ ਸਾਰੀ ਗੱਲ ਨੂੰ ਸਮਝ ਲਿਆ। ਮਹਾਰਾਜ ਜੀ ਅੰਤਰਜਾਮੀ ਜਦੋਂ ਹੋਏ, ਮੇਰੇ ਸੰਗ ਕਹੀ ਅਸਬਾਨੀ। ਉਸ ਵੇਲੇ ਭਾਈ ਬਾਲਾ ਜੀ ਕੋਲੇ ਬੈਠੇ ਸਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲੇ ਵੱਲ ਦੇਖ ਕੇ ਕਿਹਾ, ਜੋ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਦੱਸ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਇਹ ਕਿਹਾ, ਹੇ ਬਾਲੇ ਤੁਮ ਘੋਟ ਹੋ ਨੀਕੇ। ਕਿ ਹੇ ਬਾਲੇ ਤੁਮ ਘੋਟੋ ਨੀਕੇ। ਕਹਿਣ ਲੱਗੇ ਇਹ ਜਿਹੜਾ ਤਿਲ ਹੈ ਇਹਨੂੰ ਘੋਟਣਾ ਕਰੋ। ਘੋਟਣਾ ਹੁੰਦਾ ਵੀ ਬਲੈਂਡ ਕਰ ਲਿਓ, ਇਹਨੂੰ ਬਲੈਂਡ ਕਰਕੇ ਇਸ ਦਾ ਪਾਊਡਰ ਬਣਾ ਲਓ। ਬਹੁਰ ਵਰਤਾਵੋ ਮੱਧ ਸਭੀ ਕੇ। ਤੇ ਇਹਨੂੰ ਘੋਟ ਕੇ ਇਹਦਾ ਪਾਊਡਰ ਬਣਾ ਕੇ ਇੱਕ ਤਿਲ ਦਾ ਤੇ ਸਾਰਿਆਂ ਵਿੱਚ ਵਰਤਾਉਣਾ ਕਰੀਏ। ਹੋਤੀ ਦੂਰ ਸਰਤਾ ਬਹਿ ਬਾਰੀ। ਤੇ ਉਸ ਵੇਲੇ ਕਿਉਂਕਿ ਸਿੱਧਾਂ ਨੇ ਪਾਣੀ ਦਾ ਜਿਹੜਾ ਵਾਟਰ ਬਾਡੀ ਸੀ ਉਧਰਲੇ ਪਾਸੇ ਸਾਰੀ ਉਹ ਅਲੋਪ ਕਰ ਦਿੱਤੀ। ਤੇ ਹੁਣ ਹੋਤੀ ਦੂਰ, ਕਹਿੰਦੇ ਕਿ ਹੁਣ ਉਹ ਜਿਹੜੀ ਸਰਤਾ ਨਦੀ ਸੀ ਬਹੁਤ ਦੂਰ ਸੀਗੀ, ਕਿਉਂਕਿ ਤਿਲ ਨੂੰ ਪਾਊਡਰ ਬਣਾ ਕੇ ਜਿਹੜਾ ਹੈ ਜਦੋਂ ਉਹਨੂੰ ਘੋਟ ਲਿਆ ਤਾਂ ਉਹ ਪਾਣੀ ਵਿੱਚ ਮਿਲਾ ਕੇ ਹੀ ਤਾਂ ਵਰਤਾ ਸਕਦੇ ਸਨ ਸਾਰਿਆਂ ਦੇ ਵਿੱਚ। ਹੁਣ ਪਾਣੀ ਉੱਥੋਂ ਬਹੁਤ ਦੂਰ ਸੀਗਾ। ਉੱਚੇ ਸੁਰਸੋਂ ਗੁਰੂ ਗੁਹਾਰੀ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਰੱਥ ਹਨ। ਮਹਾਰਾਜ ਨੇ ਉਸ ਵੇਲੇ ਇੱਕ ਦੂਰ ਵਗਦੀ ਨਦੀ ਨੂੰ ਸਤਿਗੁਰਾਂ ਜੀ ਨੇ ਉੱਚੀ ਆਵਾਜ਼ ਦੇ ਨਾਲ ਆਵਾਜ਼ ਦਿੱਤੀ। ਸੋ ਆਈ ਤਤਕਾਲ ਅਗਾਰੀ। ਮਹਾਰਾਜ ਨੇ ਉਸ ਨਦੀ ਨੂੰ ਆਵਾਜ਼ ਮਾਰ ਕਰਕੇ ਜਿਹੜਾ ਹੈ ਆਪਣੇ ਕੋਲ ਸੱਦ ਲਿਆ। ਉਹ ਨਦੀ ਜਿਹੜੀ ਸੀ ਕਿ ਤਤਕਾਲ ਕਹਿੰਦੇ ਇੰਸਟੈਂਟਲੀ ਉਹ ਨਦੀ ਜਿਹੜੀ ਸੀਗੀ ਉਹ ਆਪਣਾ ਰੁੱਖ ਬਦਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਆ ਗਈ। ਮਨੋ ਬੁਲਾਈ ਕਿਨ ਗੋ ਪਾਰੀ। ਦੇਖੋ ਕਹਿੰਦੇ ਭਾਈ ਬਾਲਾ ਜੀ ਕਹਿੰਦੇ ਉਹ ਨਦੀ ਇਸ ਤਰ੍ਹਾਂ ਸਤਿਗੁਰਾਂ ਕੋਲ ਆਈ, ਉਹ ਰਿਵਰ ਜਿਹੜੀ ਹੈ
ਉਹਨੇ ਆਪਣੇ ਆਪ ਨੂੰ ਡਾਈਵਰਟ ਕਰਕੇ ਗੁਰੂ ਨਾਨਕ ਸਾਹਿਬ ਜੀ ਕੋਲ ਇੰਸਟੈਂਟਲੀ ਆ ਕੇ ਵਗਣ ਲੱਗ ਪਈ। ਤੇ ਕਹਿੰਦੇ ਉਹ ਨਦੀ ਇਸ ਤਰ੍ਹਾਂ ਆਈ ਜਿਵੇਂ ਕੋਈ ਗਾਈਆਂ ਨੂੰ ਜਿਹੜਾ ਹਨ ਗੇਸ ਕਰਨ ਵਾਲਾ ਜਾਂ ਪਾਲਣ ਵਾਲਾ ਕਿਤੇ ਆਪਣੀ ਕੋਈ ਪਿਆਰੀ ਗਾਂ ਨੂੰ ਆਵਾਜ਼ ਮਾਰਦਾ ਹੈ ਪਾਲੀ ਹੋਈ ਨੂੰ, ਤਾਂ ਉਹ ਗਾਂ ਭੱਜ ਕੇ ਆਉਂਦੀ ਹੈ, ਉਹਨੂੰ ਪਤਾ ਵੀ ਮੇਰਾ ਨਾਂ ਸੱਦਿਆ। ਕਹਿੰਦੀ ਜਿਵੇਂ ਗਾਂ ਭੱਜ ਕੇ ਆਉਂਦੀ ਹੈ ਨਾ ਆਪਣੇ ਮਾਲਕ ਕੋਲ, ਤਾਂ ਇਸੇ ਤਰ੍ਹਾਂ ਹੀ ਉਹ ਨਦੀ ਵੀ ਸਤਿਗੁਰਾਂ ਦੇ ਨੇੜੇ ਆ ਗਈ। ਤੇ ਜਲ ਪਾਤਰ ਭਰ ਲੀਨੋ। ਉਸ ਵੇਲੇ ਭਾਈ ਬਾਲੇ ਨੇ ਨਦੀ ਨੇੜੇ ਆਈ ਦੇਖ ਕਰਕੇ ਇੱਕ ਪਾਤਰ, ਇੱਕ ਭਾਂਡਾ, ਇੱਕ ਗੜਵਾ ਉਹ ਪਾਣੀ ਦਾ ਭਰ ਲਿਆ। ਤਿਲ ਕੋ ਘੋਟ ਮਿਲਾਵਨ ਕੀਨੋ। ਉਹ ਤਿਲ ਨੂੰ ਜੋ ਘੋਟ ਕਰਕੇ ਉਸ ਪਾਣੀ ਦੇ ਵਿੱਚ ਮਿਲਾ ਦਿੱਤਾ। ਉਨ ਸਭ ਸਿੱਧਨ ਮਹਿ ਵਰਤਾਵਾ। ਤੇ ਫਿਰ ਜਾ ਕਰਕੇ ਭਾਈ ਬਾਲੇ ਨੇ ਜਿਹੜੇ ਵੀ ਸਿੱਧ ਉੱਥੇ ਬੈਠੇ ਸਨ ਉਹਨਾਂ ਸਾਰਿਆਂ ਨੂੰ ਹੀ ਉਹ ਜਿਹੜਾ ਹੈ ਪਾਣੀ ਜਿਹਦੇ ਵਿੱਚ ਤਿਲ ਮਿਲਾਇਆ ਹੋਇਆ ਹੈ ਸਾਰਿਆਂ ਨੂੰ ਹੀ ਵਰਤਾ ਦਿੱਤਾ। ਤਿੰਨ ਸਮਾਜ ਅਤ ਪਿਖਤ ਲਜਾਵਾ। ਤਿੰਨ ਸਮਾਜ ਕਹਿਣ ਲੱਗੇ ਉਸ ਸਿੱਧਾਂ ਦੇ ਸਮਾਜ ਨੇ ਸਤਿਗੁਰਾਂ ਦੀ ਜੋ ਇਹ ਇੰਟੈਲੀਜੈਂਸੀ ਦੇਖੀ, ਮਹਾਰਾਜ ਦੀ ਇਹ ਜਿਹੜੀ ਹਨ ਬੁੱਧੀ ਦੇਖੀ, ਤਾਂ ਉਹ ਜਿਹੜੇ ਹਨ ਬੜੇ ਸ਼ਰਮਸਾਰ ਹੋਏ। ਉਹਨਾਂ ਨੂੰ ਸ਼ਰਮ ਆਉਣੀ ਸ਼ੁਰੂ ਹੋ ਗਈ ਆਪਣੇ ਆਪ ਤੇ ਕਿ ਅਸੀਂ ਕਿਹਦਾ ਟੈਸਟ ਲੈ ਲਿਆ। ਉਹਨਾਂ ਨੇ ਆਪਣੇ ਮਾਸਟਰ ਨੂੰ ਟੈਸਟ ਕਰਨਾ ਚਾਹਿਆ, ਆਪਣੇ ਮਾਲਕ ਨੂੰ ਟੈਸਟ ਕਰਨਾ ਚਾਹਿਆ, ਤੇ ਉਹਨਾਂ ਨੇ ਇਹ ਜਿਹੜਾ ਹਨ ਪ੍ਰੀਖਿਆ ਆਪਣੇ ਹੀ ਮਾਲਕ ਦੀ ਲੈਣੀ ਚਾਹੀ। ਤੇ ਮਾਲਕ ਸਭ ਕੁਝ ਤਾਂ ਜਾਣਦਾ ਸੀ ਗੁਰੂ ਨਾਨਕ ਸਾਹਿਬ ਜੀ। ਬੋਲਿਓ ਮੰਗਲਨਾਥ ਸੁਜਾਨਾ। ਉਸ ਵੇਲੇ ਮੰਗਲਨਾਥ ਜੋ ਕਿ ਸਿੱਧਾਂ ਵਿੱਚੋਂ ਇੱਕ ਸਿੱਧ ਸੀਗਾ, ਜੋ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀਗਾ, ਬੜਾ ਸ਼ਰਧਾਲੂ ਸੀਗਾ ਮੰਗਲਨਾਥ, ਜਿਹਦਾ ਭਰੋਸਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਜਿਨ੍ਹਾਂ ਨੂੰ ਇਹ ਜਿਹੜੀ ਹਨ ਉਹਨਾਂ ਦੇ ਅੰਦਰ ਇਹ ਜਿਹੜੀ ਹੈ ਫੇਥ ਸੀਗਾ ਕਿ ਗੁਰੂ ਨਾਨਕ ਸਾਹਿਬ ਹੀ ਪਰਮੇਸ਼ਰ ਹਨ। ਕੱਲ ਮਹਿ ਤੁਮ ਅਵਤਾਰ ਮਹਾਨਾ। ਆਕੇ ਹੱਥ ਜੋੜ ਕੇ ਮੰਗਲਨਾਥ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਸੀਂ ਆਪ ਪਰਮੇਸ਼ਰ ਇਹ ਕਲਯੁਗ ਦੇ ਵਿੱਚ ਇਹ ਸਰੀਰ ਨੂੰ ਧਾਰਨ ਕਰਕੇ ਨਾਨਕ ਨਾਮ ਆਪ ਜੀ ਨੇ ਅਖਵਾਇਆ ਹੈ। ਲੱਖ ਨਿਰੰਜਨ ਮੂਰਤ ਰੂਰੀ। ਪਾਤਸ਼ਾਹ ਜੀਓ ਜੇ ਨਿਰਗੁਣ ਸਰੂਪ ਵੱਲ ਦੇਖਿਆ ਜਾਵੇ ਤਾਂ ਤੁਸੀਂ ਅਲੱਖ, ਤੁਸੀਂ ਲਖਣ ਤੋਂ ਰਹਿਤ ਹੋ, ਜਾਣਨ ਤੋਂ ਰਹਿਤ ਹੋ, ਤੁਸੀਂ ਮਾਇਆ ਤੋਂ ਰਹਿਤ ਨਿਰੰਜਨ ਰੂਪ ਹੋ, ਸੁੱਧ ਸਰੂਪ ਹੋ, ਤੁਹਾਡੀ ਮੂਰਤ ਐਸੀ ਸੁੰਦਰ ਹੈ। ਸਭ ਬਿਦ ਕੀ ਅਜਮਤ ਧਰ ਪੂਰੀ। ਮਹਾਰਾਜ ਤੁਹਾਡੇ ਵਿੱਚ ਕਿਹੜੀ ਅਜਮਤ, ਕਿਹੜੀ ਸ਼ਕਤੀ, ਕਿਹੜੀ ਕਰਾਮਾਤ ਨਹੀਂ ਹੈ। ਤੁਸੀਂ ਕਰਾਮਾਤਾਂ ਦੇ ਮਾਲਕ ਹੋ ਸਤਿਗੁਰੂ ਜੀ, ਤੁਸੀਂ ਹਰ ਪ੍ਰਕਾਰ ਕਰਕੇ ਸਮਰੱਥ ਹੋ ਤੇ ਸ਼ਕਤੀਆਂ ਨਾਲ ਭਰਪੂਰ ਹੋ ਤੁਸੀਂ। ਤੁਮਰੇ ਸਰਬਰ ਮੂਰਖ ਕਰਹੀ। ਮਹਾਰਾਜ ਤੁਹਾਡੀ ਬਰਾਬਰੀ ਜੇ ਕੋਈ ਕਰਨਾ ਚਾਹੇ ਤਾਂ ਉਹ ਮੂਰਖ ਹੀ ਹੋਵੇਗਾ ਨਾ। ਤੁਹਾਡੀ ਬਰਾਬਰੀ ਕੌਣ ਕਰ ਸਕਦਾ ਹੈ? ਜਿਹੜਾ ਹਨ ਤੁਹਾਡੇ ਇਕੁਅਲ ਜਿਹੜਾ ਹੈ ਕੌਣ ਹੋ ਸਕਦਾ ਹੈ? ਪਾਤਸ਼ਾਹ ਜੀ ਤੁਹਾਡੇ ਜਿਹੜਾ ਹਨ ਤੁਹਾਡੇ ਵਰਗਾ ਕੋਈ ਨਹੀਂ, ਕਿਉਂਕਿ ਤੁਸੀਂ ਇਕੱਲੇ ਹੀ ਪਰਮਾਤਮਾ ਹੋ। ਇਸ ਕਰਕੇ ਪਾਤਸ਼ਾਹ ਜੀ ਜੇ ਕਿਸੇ ਦੇ ਮਨ ਵਿੱਚ ਇਹ ਸ਼ੰਕਾ ਜਾਂ ਇਹ ਕੋਈ ਇੱਕ ਥਾਟ ਜਾਂ ਇੱਕ ਸੰਕਲਪ ਵੀ ਆਵੇ ਤਾਂ ਉਹ ਮੂਰਖ ਹੀ ਹੈ। ਬਹੁਰ ਲਜਾਏ ਰੇ ਦੁਖ ਭਾਰਹੀ। ਬਹੁਰ ਲਜਾਏ, ਜੇ ਕੋਈ ਐਸਾ ਮੂਰਖ ਕਰਦਾ ਹੈ ਨਾ ਤੁਹਾਡੀ ਬਰਾਬਰੀ, ਉਹਨੂੰ ਪਛਤਾਉਣਾ ਹੀ ਪੈਂਦਾ ਹੈ ਤੇ ਉਹਨੂੰ ਸ਼ਰਮਸਾਰ ਹੋਣਾ ਪੈਂਦਾ ਹੈ, ਤੇ ਜਿਸ ਕਰਕੇ ਉਹਦਾ ਹਿਰਦਾ ਦੁਖੀ ਹੋ ਕੇ ਰਹਿ ਜਾਂਦਾ ਹੈ, ਕਿਉਂਕਿ ਤੁਹਾਡੀ ਬਰਾਬਰੀ ਤਾਂ ਕੋਈ ਨਹੀਂ ਕਰ ਸਕਦਾ। ਮਨਮੁਖ ਮਹਿਮਾ ਜਨ ਹੈ ਨਾਹੀ। ਕਹਿੰਗੇ ਤੁਹਾਡੀ ਮਹਿਮਾ ਜਿਹੜੀ ਹੈ, ਤੁਹਾਡੀ ਪ੍ਰੇਸ ਜਿਹੜੀ ਹੈ, ਤੁਹਾਡੀ ਗ੍ਰੇਟਨੈਸ ਜਿਹੜੀ ਹੈ, ਜਾਂ ਤੁਹਾਡੀ ਜਿਹੜੀ ਗਲੋਰੀ ਹੈ, ਉਹ ਮਨਮੁਖ ਕਿਸ ਤਰ੍ਹਾਂ ਜਾਣ ਸਕਦੇ ਹਨ? ਨਿਜ ਹੰਕਾਰ ਵਿਖੈ ਗਰਬਾਹੀ। ਕਿਉਂਕਿ ਇਹ ਮਨਮੁਖ ਬੰਦੇ ਜਿਹੜੇ ਨੇ, ਜਿਹੜੇ ਤੁਹਾਡੀ ਬਰਾਬਰੀ ਕਰਦੇ ਨੇ, ਇਹਨਾਂ ਵਿੱਚ ਹੰਕਾਰ ਦਾ ਰੋਗ ਹੈ। ਇਹ ਆਪਣੇ ਸੈਲਫ ਈਗੋ ਦੇ ਵਿੱਚ ਡੁੱਬੇ ਹੋਏ ਹਨ, ਇਹਨਾਂ ਨੂੰ ਬਹੁਤ ਹੰਕਾਰ ਹੈ ਤੇ ਉਹਦੇ ਵਿੱਚ ਹੀ ਇਹ ਡੁੱਬ ਮਰਦੇ ਹਨ। ਤੁਮਹਿ ਪਛਾਨ ਹੈ ਸੇ ਗੁਣ ਖਾਨੀ। ਮਹਾਰਾਜ ਤੁਮਹਿ ਪਛਾਣ ਹੈ, ਜੋ ਤੁਹਾਡੀ ਅਸਲ ਪਛਾਣ ਕਰ ਲੈਂਦਾ ਹੈ, ਤੁਹਾਡੇ ਸਰੂਪ ਦੇ ਵਿੱਚੋਂ ਹੀ ਪਰਮੇਸ਼ਰ ਸਰੂਪ ਦੀ ਜਿਹੜੇ ਹਨ ਲੱਖਣਾ ਕਰ ਲੈਂਦਾ ਹੈ, ਜਾਣ ਲੈਂਦਾ ਹੈ। ਤੁਹਾਨੂੰ ਹੀ ਜੋ ਪਰਮੇਸ਼ਰ ਕਰਕੇ ਜਾਣਦੇ ਹਨ ਪਾਤਸ਼ਾਹ ਜੀ, ਉਹ ਗੁਣਾਂ ਦੀ ਖਾਣ ਹੋਣਗੇ। ਗੁਣ ਜਿਨ੍ਹਾਂ ਦੇ ਵਿੱਚ ਜੇ ਗੁਣਾਂ ਦੇ ਟ੍ਰੈਸ਼ਰ ਹੋਣ, ਉਹੀ ਤੁਹਾਡਾ ਜਿਹੜਾ ਹਨ ਅਸਲੀ ਰੂਪ ਨੂੰ ਦੇਖ ਸਕਦੇ ਹਨ। ਤੇ ਇਹ ਮੂਰਖ ਲੋਕ ਤਾਂ ਆਪਣੇ ਹੰਕਾਰ ਵਿੱਚ ਹੀ ਰਹਿ ਜਾਂਦੇ ਨੇ ਤੇ ਇਹਨਾਂ ਤੋਂ ਪਰਮਾਤਮਾ ਛੁਪਿਆ ਹੀ ਰਹਿੰਦਾ ਹੈ। ਪਾਤਸ਼ਾਹ ਜੀ ਤੁਹਾਡੇ ਜਿਹੜੇ ਹਨ ਦਰਸ਼ਨ ਤਾਂ ਉਦੋਂ ਹੀ ਹੋ ਸਕਦੇ ਨੇ ਜਿਨ੍ਹਾਂ ਨੂੰ ਤੁਸੀਂ ਕਿਰਪਾ ਕਰਕੇ ਗੁਣਾਂ ਦੀ ਖਾਣ ਬਣਾ ਦਿੰਦੇ ਹੋ। ਸੁਨ ਸ੍ਰੀ ਨਾਨਕ ਉਚਰੀ ਬਾਣੀ। ਇਹ ਜਿਹੜਾ ਹਨ ਮੰਗਲਨਾਥ ਦੀ ਅਰਦਾਸ, ਬੇਨਤੀ ਤੇ ਪ੍ਰਸ਼ੰਸਾ ਦੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣ ਕਰਕੇ
ਮੰਗਲਨਾਥ ਸੁਨਹੁ ਤੁਮ ਐਸੇ। ਮਹਾਰਾਜ ਨੇ ਮੰਗਲਨਾਥ ਨੂੰ ਇਹ ਬਚਨ ਕੀਤਾ ਕਿ ਮੰਗਲਨਾਥ ਸੁਣੋ ਤੁਮ ਐਸੇ, ਤੁਸੀਂ ਹੁਣ ਐਸੀ ਗੱਲ, ਐਸਾ ਉਪਦੇਸ਼ ਸੁਣਨਾ ਕਰੋ। ਨਾਮ ਬਿਨਾ ਗਤ ਹੋਤ ਨਾ ਕੈਸੇ। ਦੇਖੋ ਮੰਗਲਨਾਥ, ਪਰਮੇਸ਼ਰ ਦੇ ਨਾਮ ਤੋਂ ਬਗੈਰ ਬੰਦੇ ਦੀ ਮੁਕਤੀ ਨਹੀਂ ਹੁੰਦੀ। ਬੰਦਾ ਮੁਕਤ ਕਿਤੇ ਵੀ ਨਹੀਂ ਹੋ ਸਕਦਾ। ਕਹਿੰਦੇ ਹੋਰ ਕੋਈ ਤਰੀਕਾ ਨਹੀਂ ਹੈ ਜਿਹਦੇ ਕਰਕੇ ਮੁਕਤੀ ਦੀ ਪ੍ਰਾਪਤੀ ਹੋ ਸਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ। ਸਿਰਫ ਪਰਮੇਸ਼ਰ ਦਾ ਨਾਮ ਹੀ ਹੈ ਇੱਕ ਵਸੀਲਾ। ਨਾਮਹੀਨ ਨਰ ਨਰਕ ਸਿਧਾਵਹਿ। ਦੇਖੋ ਜੋ ਨਾਮ ਤੋਂ ਹੀਣੇ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਤਾਂ ਸਿੱਧੇ ਨਰਕਾਂ ਨੂੰ ਹੀ ਜਾਂਦੇ ਹਨ, ਉਹ ਨਰਕਗਾਮੀ ਹੋ ਕੇ ਰਹਿ ਜਾਂਦੇ ਹਨ। ਬੇਮੁਖ ਨਾਮ ਅਧਿਕ ਦੁਖ ਪਾਵਹਿ। ਦੇਖੋ ਜੋ ਨਾਮ ਨੂੰ ਜਾਣਦਿਆਂ ਹੋਇਆਂ ਵੀ, ਨਾਮ ਦੀ ਪ੍ਰਾਪਤੀ ਕਰਕੇ ਵੀ ਫੇਰ ਵੀ ਉਹਨਾਂ ਨੂੰ ਹੰਕਾਰ ਹੋਇਆ ਰਹਿੰਦਾ ਆਪਣੇ ਆਪ ਤੇ, ਤਾਂ ਉਹਨਾਂ ਨੂੰ ਬੇਮੁਖ ਕਿਹਾ ਹੈ। ਜੋ ਗੁਰੂ ਦੇ ਉਪਦੇਸ਼ ਨੂੰ ਲੈ ਕਰਕੇ, ਗੁਰੂ ਦੇ ਉਪਦੇਸ਼ ਤੋਂ ਨਾਮ ਦੀ ਪ੍ਰਾਪਤੀ ਜਿਹੜਾ ਹਨ ਕਰਕੇ ਫੇਰ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਗੁਰੂ ਦੀ ਬਰਾਬਰੀ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਗੁਰੂ ਨੂੰ ਛੋਟਾ ਦਿਖਾ ਕੇ ਆਪਣੇ ਹੰਕਾਰ ਨੂੰ ਵੱਡਾ ਦਿਖਾਉਂਦੇ ਨੇ। ਮਹਾਰਾਜ ਕਹਿੰਦੇ ਅਦਕ ਦੁੱਖ ਪਾਵੈ, ਉਹਨਾਂ ਨੂੰ ਬੜਾ ਦੁੱਖ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਅੱਗੇ ਦੁੱਖ ਹੀ ਦੁੱਖ ਮਿਲਦਾ ਹੈ, ਕਿਉਂਕਿ ਅੱਗੇ ਜਾ ਕੇ ਉਹਨਾਂ ਦੇ ਹੰਕਾਰ ਦੀ ਕੋਈ ਵੀ ਕਦਰ ਨਹੀਂ, ਕੋਈ ਕੀਮਤ ਨਹੀਂ। ਅਸਲ ਵਿੱਚ ਉਹੀ ਹੰਕਾਰ ਇੱਕ ਦੁੱਖ ਦਾ ਕਾਰਨ ਬਣ ਕੇ ਰਹਿ ਜਾਂਦਾ ਹੈ। ਜਿਹੜੇ ਗੁਰੂ ਨੇ ਉਹਨਾਂ ਨੂੰ ਬਚਾਉਣਾ ਸੀ, ਉਹੀ ਗੁਰੂ ਦੀ ਬਰਾਬਰੀ ਕਰਕੇ, ਉਹੀ ਗੁਰੂ ਦੀ ਨਿੰਦਿਆ ਕਰਕੇ ਉਹ ਬੇਮੁਖ ਬਣ ਕੇ ਨਰਕਾਂ ਨੂੰ ਸਿਧਾਰਦੇ ਹਨ। ਸੁਣ ਕੇ ਬੋਲਿਓ ਭੰਗਰ ਬੈਨਾ। ਉਸ ਵੇਲੇ ਸਤਿਗੁਰਾਂ ਦੇ ਐਸੇ ਬਚਨ ਸੁਣ ਕਰਕੇ ਭੰਗਰਨਾਥ ਉੱਥੇ ਬੈਠਾ ਸੀ, ਜੋ ਹੰਕਾਰੀ ਸੀਗਾ। ਉਹਨੂੰ ਬੜਾ ਹੰਕਾਰ ਸੀ ਆਪਣੇ ਯੋਗ ਤੇ। ਜੋਗ ਗਿਆਨ ਬਿਨ ਕੇਵਲ ਹੈ ਨਾ। ਦੇਖੋ ਗੁਰੂ ਨਾਨਕ ਸਾਹਿਬ ਜੀ ਨਾਲ ਤਰਕ ਕਰਦਾ ਹੈ, ਮਹਾਰਾਜ ਨੂੰ ਚੈਲੰਜ ਕਰਦਾ ਹੈ। ਕਹਿੰਦੇ ਯੋਗ ਗਿਆਨ, ਹੁਣ ਯੋਗ ਜਿਹੜਾ ਯੋਗਾ, ਕਹਿੰਦੇ ਯੋਗਾ ਗਿਆਨ, ਯੋਗਾ ਦੇ ਨੌਲੇਜ ਤੋਂ ਬਗੈਰ ਤੁਹਾਨੂੰ ਜਿਹੜੀ ਹਨ ਕੇਵਲ ਮੁਕਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ। ਕੇਵਲ ਮੁਕਤੀ ਉਹ ਹੈ ਜਿੱਥੇ ਜਿਹੜਾ ਹਨ ਜੀਵ ਤੇ ਪਰਮਾਤਮਾ ਵਿੱਚ ਕੋਈ ਫਰਕ ਨਾ ਰਹੇ। ਜਿਵੇਂ ਕਿ ਸਲੋਕ ਮੁਕਤੀ ਹੈ, ਸਮੀਪ ਮੁਕਤੀ ਹੈ ਤੇ ਸਰੂਪ ਮੁਕਤੀ ਤੇ ਸਯੁਜ ਮੁਕਤੀ ਹੈ, ਇਹਨਾਂ ਤੋਂ ਉੱਚੀ ਕੇਵਲ ਮੁਕਤੀ ਹੈ ਜਿੱਥੇ ਪਰਮੇਸ਼ਰ ਨਾਲ ਇੱਕ ਹੋਈਦਾ ਹੈ। ਕਹਿੰਦੇ ਜੇ ਤੁਹਾਨੂੰ ਗਿਆਨ ਨਹੀਂ ਯੋਗਾ ਦਾ, ਤਾਂ ਤੁਹਾਨੂੰ ਇਹ ਪ੍ਰਾਪਤੀ ਕਿਵੇਂ ਹੋਵੇਗੀ ਮੁਕਤੀ ਦੀ। ਤੁਮ ਕੈਸੇ ਕਹਿ ਨਾਮ ਬਖਾਨ ਹੋ। ਤੇ ਤੁਸੀਂ ਕਿਵੇਂ ਕਹਿ ਦਿੱਤਾ ਵੀ ਨਾਮ ਕਰਕੇ ਹੀ ਮੁਕਤੀ ਮਿਲਦੀ ਹੈ। ਭੰਗਰਨਾਥ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ਯੋਗਾ ਤੋਂ ਬਗੈਰ, ਯੋਗ ਤੋਂ ਬਗੈਰ, ਯੋਗ ਦੇ ਗਿਆਨ ਤੋਂ ਬਗੈਰ ਕਿਤੇ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮਨ ਮਹਿ ਮਤ ਨਾ ਹਮਾਰੋ ਜਨ ਹੋ। ਦੇਖੋ ਕਹਿੰਦੇ ਤੁਸੀਂ ਆਪਣੇ ਮਨ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਨੂੰ ਭੰਗਰਨਾਥ ਕਹਿੰਦਾ ਤੁਹਾਡੇ ਮਨ ਦੇ ਵਿੱਚ ਤੁਸੀਂ ਸਾਡੀ ਮਤ, ਸਾਡੀ ਟੀਚਿੰਗਸ ਜਿਹੜੀ ਹੈ ਉਹ ਨਹੀਂ ਤੁਸੀਂ ਧਾਰਨ ਕੀਤੀ, ਤਾਂ ਤੁਸੀਂ ਕੀ ਮੁਕਤੀ ਦੀਆਂ ਗੱਲਾਂ ਕਰਦੇ ਹੋ। ਦੋਹਰਾ ਗੁਰੂ ਕਹੈ ਸ੍ਰੀ ਨਾਮ ਮੈਂ ਜਬ ਹੀ ਮਨ ਥਿਤ ਪਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭੰਗਰਨਾਥ ਨੂੰ ਉੱਤਰ ਦਿੰਦਿਆਂ ਹੋਇਆ ਸਤਿਗੁਰਾਂ ਨੇ ਬਚਨ ਕੀਤੇ, ਸ੍ਰੀ ਨਾਮ ਮੈਂ, ਕਹਿਣਗੇ ਉਹ ਸ੍ਰੀ ਜੋ ਮਾਇਆ ਦਾ ਪਤੀ ਪਰਮੇਸ਼ਰ ਹੈ। ਨਾਮ ਤੇ ਨਾਮੀ ਵਿੱਚ ਫਰਕ ਕੋਈ ਨਹੀਂ। ਉਹ ਨਾਮ ਮੈਂ, ਜਿਹੜਾ ਵੀ ਕੋਈ ਉਸਦੇ ਨਾਮ ਦੇ ਵਿੱਚ ਜਬ ਹੀ ਮਨ ਥਿਤ ਪਾਏ, ਜਦੋਂ ਮਨ ਆਪਣੀ ਸਥਿਰਤਾ, ਜੋ ਮਨ ਜਿਹੜਾ ਸਟੇਬਲ ਹੁੰਦਾ ਹੈ, ਮਨ ਭੜਕਣਾ ਨੂੰ ਛੱਡ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੀ ਬ੍ਰਿਤੀ ਨੂੰ, ਆਪਣੀ ਕਨਸੈਂਟਰੇਸ਼ਨ ਨੂੰ ਜੋੜਦਾ ਹੈ। ਈਸ਼ਵਰ ਕਰਨਾ ਤੇ ਤਬੈ ਗਿਆਨ ਹਿਰਦੈ ਹੋਇ ਜਾਏ। ਕਹਿੰਦੇ ਈਸ਼ਵਰ, ਹੁਣ ਈਸ਼ਵਰ ਸ਼ਬਦ ਇੱਥੇ ਇਸ ਕਰਕੇ ਵਰਤਿਆ ਹੈ ਕਿਉਂਕਿ ਪਰਮਾਤਮਾ ਦੀ, ਜੋ ਕਿ ਉਹਨਾਂ ਦੀ ਇਹ ਜਿਹੜੀ ਸਾਰੀ ਬਣਾਈ ਹੋਈ ਸ੍ਰਿਸ਼ਟੀ ਹੈ, ਉਹ ਪਰਮੇਸ਼ਰ ਆਪ ਈਸ਼ਵਰ ਮਾਲਕ ਰੂਪ ਹੋ ਕੇ, ਭਗਵਾਨ ਰੂਪ ਹੋ ਕੇ ਇੱਥੇ ਵਰਤਦਾ ਹੈ। ਇਹ ਈਸ਼ਵਰ ਨੇ ਇਹ ਸਾਰੀ ਹੀ ਸੰਸਾਰ ਨੂੰ ਬਣਾ ਕੇ ਆਪਣਾ ਸਰੂਪ ਹੀ ਦਿੱਤਾ ਹੈ, ਆਪਣੇ ਸਰੂਪ ਹੀ ਪਰਮੇਸ਼ਰ ਨੇ ਇਹਨੂੰ ਪ੍ਰਗਟ ਕੀਤਾ। ਸੰਸਾਰ ਵੀ ਪਰਮੇਸ਼ਰ ਦਾ ਹੀ ਸਰੂਪ ਹੈ, ਇਸ ਕਰਕੇ ਉਹਨੂੰ ਈਸ਼ਵਰ ਕਹਿੰਦੇ ਹਾਂ। ਸੋ ਕਹਿੰਦੇ ਈਸ਼ਵਰ ਕਰਨਾ ਤੇ ਜਦੋਂ ਇਨਸਾਨ ਪਰਮਾਤਮਾ ਦੇ ਪ੍ਰਾਪਤੀ ਦੇ ਰਸਤੇ ਤੇ ਤੁਰਦਾ ਹੈ, ਤਾਂ ਸਭ ਤੋਂ ਪਹਿਲਾਂ ਉਹਨੂੰ ਜਿਹੜੀਆਂ ਹਨ 5 ਜਿਹੜੀਆਂ ਆਪਣੀਆਂ ਇੰਦਰੀਆਂ ਨੇ, ਇਹ ਇੰਦਰੀਆਂ ਰਾਹੀਂ ਉਸ ਦਾ ਰਿਸ਼ਤਾ ਸੰਸਾਰ ਨਾਲ ਜੁੜਦਾ ਹੈ। ਜਦੋਂ ਇਹ ਰਿਸ਼ਤਾ ਸੰਸਾਰ ਨਾਲ ਜੁੜਦਾ ਹੈ, ਜਿੱਦਣ ਇਨਸਾਨ ਨੂੰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਗਿਆਨ ਦੀ ਪ੍ਰਾਪਤੀ ਹੁੰਦੀ, ਗੁਰਮਤਿ ਪ੍ਰਾਪਤ ਹੁੰਦੀ ਹੈ, ਤਾਂ ਉਸ ਵੇਲੇ ਉਹਨਾਂ 5 ਹੀ ਜਿਹੜੇ ਹਨ ਗਿਆਨ ਇੰਦਰੀਆਂ ਦੇ ਵਿੱਚੋਂ
ਉਹ ਪਰਮੇਸ਼ਰ ਨੂੰ ਫੀਲ ਕਰਨਾ ਸ਼ੁਰੂ ਕਰਦਾ ਹੈ, ਉਹ ਪਰਮੇਸ਼ਰ ਦੇ ਐਗਜ਼ਿਸਟੈਂਸ ਨੂੰ ਜਿਹੜਾ ਐਕਨੋਲੇਜ ਕਰਦਾ ਹੈ, ਉਹ ਮੰਨਦਾ ਹੈ। ਇਸ ਕਰਕੇ ਈਸ਼ਵਰ ਕਰਨਾ ਤੇ ਤਬੈ, ਈਸ਼ਵਰ ਦੀ ਕਰਨਾ ਤੋਂ, ਈਸ਼ਵਰ ਦੀ ਜਿਹੜੀ ਹਨ ਕਿਰਪਾ ਤੋਂ ਗਿਆਨ ਹਿਰਦੈ ਹੋਏ ਜਾਏ, ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇੱਥੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਸਟੈਪ ਦੱਸੇ ਨੇ। ਸਭ ਤੋਂ ਪਹਿਲਾਂ ਨਾਮ ਦੀ ਪ੍ਰਾਪਤੀ ਹੋਣੀ ਜ਼ਰੂਰੀ ਹੈ। ਦੂਜੀ ਗੱਲ ਹੈ ਨਾਮ ਦੇ ਵਿੱਚ ਮਨ ਨੂੰ ਸਥਿਰਤਾ ਪਾਉਣੀ ਜ਼ਰੂਰੀ ਹੈ। ਤੀਜੀ ਗੱਲ ਹੋਵੇਗੀ, ਤੀਜਾ ਸਟੈਪ ਕੀ ਹੈ ਕਿ ਈਸ਼ਵਰ ਉਸ ਪਰਮਾਤਮਾ ਨੂੰ ਹਰ ਇੱਕ ਦੇਖਣ ਵਾਲੀ ਚੀਜ਼, ਸੁੰਘਣ ਵਾਲੀ ਚੀਜ਼, ਸੁਣਨ ਵਾਲੀ ਚੀਜ਼, ਫੀਲ ਕਰਨ ਵਾਲੀ ਚੀਜ਼, ਇਹਨਾਂ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਹੀ ਦਿਸਣਾ ਜਾਂ ਫੀਲ ਕਰਨਾ ਚਾਹੀਦਾ ਹੈ। ਸੋ ਈਸ਼ਵਰ ਕਰਨਾ ਤੇ ਤਬੈ, ਇਹ ਤੀਜਾ ਸਟੇਜ ਹੋ ਗਿਆ। ਚੌਥਾ ਹੋਇਆ ਗਿਆਨ ਹਿਰਦੈ ਹੋਏ ਜਾਈ, ਫਿਰ ਗਿਆਨ ਦੀ ਪ੍ਰਾਪਤੀ ਹਿਰਦੇ ਵਿੱਚ ਹੁੰਦੀ ਹੈ। ਫਿਰ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਨਾਮ ਬਿਨਾ ਨਹਿ ਜੋਗ ਹੈ, ਦੇਖੋ ਹਿਰਦੈ ਵਿਚਾਰ। ਇਹ 5 ਸਟੈਪਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 10 ਕਰਕੇ ਇਹ ਬਚਨ ਕੀਤੇ ਕਿ ਨਾਮ ਬਿਨਾ ਨਹਿ ਜੋਗ ਹੈ। ਕਹਿੰਦੇ ਜੋਗ ਤੂੰ ਕਿਵੇਂ ਕਰੇਂਗਾ, ਮਿਲਾਪ ਪਰਮਾਤਮਾ ਨਾਲ ਤੂੰ ਕਿਵੇਂ ਕਰੇਂਗਾ, ਤੂੰ ਯੋਗਾ ਕਿਵੇਂ ਕਰੇਂਗਾ ਪਰਮਾਤਮਾ ਦੇ ਨਾਮ ਤੋਂ ਬਗੈਰ। ਜੇ ਮਨ ਦੀ ਬ੍ਰਿਤੀ ਕਿਤੇ ਇਕਾਗਰ ਕਰਕੇ ਕਿਤੇ ਫੋਕਸ ਕਰਨੀ ਹੈ, ਕਿਤੇ ਜੋੜਨੀ ਹੈ, ਤਾਂ ਉਹ ਨਾਮ ਦੇ ਵਿੱਚ ਹੀ ਜੁੜੇਗੀ ਨਾ। ਤੇ ਨਾਮ, ਉਹ ਨਾਮ ਪਰਮੇਸ਼ਰ ਦਾ ਹੈ ਜੋ ਸਾਰਿਆਂ ਦੇ ਵਿੱਚ ਅਸਥਿਤੀ ਪਾਉਂਦਾ ਹੈ, ਜੋ ਸਾਰਿਆਂ ਹੀ ਸ਼ਕਤੀਆਂ ਦਾ ਮਾਲਕ ਹੈ, ਜੋ ਸਾਰੀ ਐਗਜ਼ਿਸਟੈਂਸ ਉਹਦੀ ਆਪਣੀ ਹੈ। ਜੇ ਉਹਦੇ ਵਿੱਚ ਨਾਮ ਦੀ ਬਿਰਤੀ ਨੂੰ ਉਹ ਨਾਮ ਦੇ ਵਿੱਚ ਜਿਹੜਾ ਬਿਰਤੀ ਨੂੰ ਜੋੜਿਆ ਜਾਵੇ, ਤਾਂ ਹੀ ਤਾਂ ਕਹਿੰਦੇ ਉਹ ਮਨ ਜੁੜਦਾ ਹੈ, ਨਾ ਤਾਂ ਫਿਰ ਮਨ ਵੀ ਉਚਾਟ ਹੋ ਜਾਂਦਾ ਹੈ। ਕਿਉਂਕਿ ਜਿਹੜਾ ਹੈ ਦੇਖੋ, ਜੇ ਆਪਾਂ ਕਿਸੇ ਨਾਲ ਗੱਲਾਂ ਕਰੀਏ, ਕੋਈ ਆਪਣੇ ਨਾਲ ਨਾ ਕਰੇ, ਬੰਦਾ ਫਿਰ ਉਹਨੂੰ ਪਤਾ ਨਹੀਂ ਲੱਗਦਾ ਮੈਂ ਅੱਗੇ ਕੀ ਕਵਾਂ। ਨਾਮ ਐਸਾ ਹੈ ਕਿਉਂਕਿ ਨਾਮੀ ਹੈ, ਉਹ ਪਰਮਾਤਮਾ ਹੈ। ਜਦੋਂ ਆਪਾਂ ਨਾਮ ਜਪਦੇ ਹਾਂ, ਆਪਾਂ ਨੂੰ ਨਾਮ ਜਪਣ ਦੇ ਨਾਲ ਇਹ ਜਿਹੜਾ ਹੈ ਅੰਦਰ ਅਹਿਸਾਸ ਬਣਦਾ ਹੈ ਕਿ ਨਾਮ ਨੂੰ ਸੁਣਨ ਵਾਲਾ ਹੈ ਕੋਈ। ਨਾਮ ਜਿਹੜਾ ਮੈਂ ਉਚਾਰ ਰਿਹਾ ਹਾਂ, ਇਹ ਨਾਮੀ ਤੱਕ ਪਹੁੰਚ ਰਿਹਾ ਹੈ, ਨਾਮੀ ਇਸ ਨੂੰ ਸੁਣ ਰਿਹਾ ਹੈ। ਸੋ ਇਹ ਕਰਕੇ ਜਿਹੜਾ ਹੈ ਕਹਿੰਦੇ ਨਾਮ ਬਿਨਾ ਨਹਿ ਜੋਗ ਹੈ। ਫਿਰ ਜੋਗ ਕਿਵੇਂ ਹੋਵੇਗਾ, ਮਨ ਕਿੱਥੇ ਜੋੜਾਂਗੇ? ਤੇ ਨਾ ਜੇ ਮਨ ਨੂੰ ਕਿਤੇ ਪੱਥਰ ਵਿੱਚ ਜੋੜੀਏ ਤਾਂ ਪੱਥਰ ਵਿੱਚ ਵੀ ਜਿਹੜਾ ਹੈ, ਜੇ ਸਿਰਫ ਪੱਥਰ ਨੂੰ ਪੱਥਰ ਕਰਕੇ ਹੀ ਉਹਦੇ ਵਿੱਚ ਧਿਆਨ ਜੋੜਿਆ ਜਾਵੇ ਤਾਂ ਕੋਈ ਪ੍ਰਾਪਤੀ ਨਹੀਂ ਹੋਵੇਗੀ। ਜੇ ਪੱਥਰ ਵਿੱਚ ਵੀ ਪਰਮਾਤਮਾ ਕਰਕੇ ਜਾਣਿਆ ਜਾਵੇ ਤਾਂ ਉੱਥੇ ਵੀ ਪ੍ਰਾਪਤੀ ਹੋ ਸਕਦੀ ਹੈ। ਸੋ ਇਸ ਕਰਕੇ ਦੇਖੋ ਹਿਰਦੈ ਵਿਚਾਰ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭੰਗਰਨਾਥ ਨੂੰ ਕਿਹਾ ਕਿ ਆਪਣੇ ਮਨ ਵਿੱਚ ਇਹ ਵਿਚਾਰ ਕਰਕੇ ਦੇਖ ਗਿਆਨ ਨੂੰ, ਤਾਤੇ ਸਭ ਹੀ ਸਿੱਧ ਮਹਿ, ਨਾਮ ਲਖੋ ਸੁਖਕਾਰ। ਇਸ ਕਰਕੇ ਜਿਹੜਾ ਯੋਗ ਦਰਸ਼ਨ ਇੱਕ ਗ੍ਰੰਥ ਹੈ ਜਿਹਦੇ ਵਿੱਚ ਯੋਗ ਦੀ ਪ੍ਰਾਪਤੀ ਵਾਸਤੇ ਉੱਥੇ ਬਚਨ ਆਉਂਦੇ ਹਨ ਕਿ ਸਵਾਧਿਆਇ ਯੈ ਸਵਰ ਪ੍ਰਾਣ ਧਾਨ ਕਿਰਿਆ। ਸੋ ਉਹਦੇ ਵਿੱਚ 3 ਚੀਜ਼ਾਂ ਦੱਸੀਆਂ ਨੇ। ਸੋ ਯੋਗ ਦੀ ਪ੍ਰਾਪਤੀ ਵਾਸਤੇ ਪਹਿਲਾ ਹੈ ਤਪ ਕਰਨਾ, ਜਿਹੜਾ ਹੈ ਸਵਾਧਿਆਇ ਦਾ ਦੂਜਾ ਅਰਥ ਹੈ ਕਿ ਸ਼ਾਸਤਰ ਪੜ੍ਹਨੇ। ਸੋ ਦੂਜਾ ਕੀ ਹੈ, ਨਾਮ ਦਾ ਜਾਪ ਕਰਨਾ। ਤੀਜਾ ਹੈ ਕਿ ਈਸ਼ਵਰ ਵਿੱਚ ਆਪਣੇ ਚਿੱਤ ਨੂੰ ਜੋੜਨਾ। ਇਹ 3 ਜਿਹੜੇ ਹਨ ਦੱਸੇ ਹਨ, ਇਹ ਸਾਧਨ ਹਨ ਜਿਹੜੇ ਹਨ ਯੋਗ ਦੇ, ਯੋਗ ਦਰਸ਼ਨ ਗ੍ਰੰਥ ਦੇ ਵਿੱਚ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਯੋਗਾ ਦਾ ਹੀ ਜਿਹੜਾ ਹੈ ਉਪਦੇਸ਼ ਦਿੱਤਾ ਭੰਗਰਨਾਥ ਨੂੰ। ਤਾਤੇ ਸਭ ਹੀ ਸਿੱਧ ਮਹਿ, ਨਾਮ ਲਖੋ ਸੁਖਕਾਰ। ਕਹਿੰਦੇ ਇਸ ਕਰਕੇ ਸਾਰੀਆਂ ਹੀ ਸਿੱਧੀਆਂ ਦੇ ਵਿੱਚ, ਸਾਰੀਆਂ ਹੀ ਸ਼ਕਤੀਆਂ ਦੇ ਵਿੱਚ ਜਿਹੜਾ ਹਨ, ਜਾਂ ਸਾਰੀਆਂ ਸ਼ਕਤੀਆਂ ਨਾਲੋਂ ਜਿੰਨੀ ਵੀ ਜਿਹੜਾ ਹਨ ਬੰਦਾ ਕੋਈ ਤਪ ਕਰੇ, ਉਹਦੇ ਵਿੱਚ ਸ਼ਕਤੀ ਪ੍ਰਵੇਸ਼ ਕਰਦੀ ਹੈ। ਉਹਦੇ ਵਿੱਚ ਦੂਜੇ ਦਾ ਮਨ ਪੜਨ ਦੀ ਸ਼ਕਤੀ ਆ ਜਾਂਦੀ ਤੇ ਹੋਰ ਵੀ ਬੜੀਆਂ ਸ਼ਕਤੀਆਂ ਆਉਂਦੀਆਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਹਾ ਨਾਮ ਲਖੋ ਸੁਖਕਾਰ। ਇਹ ਸ਼ਕਤੀਆਂ ਤੋਂ ਮਨ ਨੂੰ ਉਚਾਟ ਕਰਕੇ, ਇਹ ਸ਼ਕਤੀਆਂ ਤੋਂ ਮਨ ਨੂੰ ਉੱਤੇ ਮੰਡਲਾਂ ਵਿੱਚ ਲਿਜਾ ਕਰਕੇ ਇਹ ਨਾਮ ਦੇ ਵਿੱਚ ਹੀ ਜੋੜਨਾ ਚਾਹੀਦਾ, ਕਿਉਂਕਿ ਨਾਮ ਹੀ ਸੁਖਕਾਰ ਹੈ, ਸੁੱਖਾਂ ਦਾ ਬਣਾਉਣ ਵਾਲਾ ਹੈ, ਸੁੱਖਾਂ ਨੂੰ ਦੇਣ ਵਾਲਾ ਹੈ। ਤੇ ਨਾਮ ਦੇ ਵਿੱਚ ਹੀ ਬਿਰਤੀ ਨੂੰ ਜੋੜਨਾ ਚਾਹੀਦਾ ਹੈ। ਸੋਰਠਾ ਅਤਿਸੈ ਸ੍ਰੇਸ਼ਟ ਨਾਮ ਹੈ, ਨੌਕਾ ਕਲ ਕਾਲ ਮਹਿ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਖੀਰਲਾ ਬਚਨ ਕਰਦੇ ਹਨ ਭੰਗਰਨਾਥ ਨਾਲ ਉਪਦੇਸ਼ ਵਾਲਾ। ਪਾਤਸ਼ਾਹ ਜੀ ਕਹਿੰਦੇ ਅਤਿਸ਼ੈ ਸ੍ਰਿਸ਼ਟ ਨਾਮ, ਇਸ ਕਰਕੇ ਨਾਮ ਹੀ ਸ੍ਰਿਸ਼ਟ, ਸਭ ਤੋਂ ਉੱਤਮ, ਸਭ ਤੋਂ ਸੁਪਰੀਮ ਹੈ। ਅਲਟੀਮੇਟ ਜਿਹੜਾ ਹੈ ਨਾਮ ਹੀ ਹੈ ਪਰਮੇਸ਼ਰ ਦਾ। ਹੈ ਨੌਕਾ, ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਇਹ ਜਹਾਜ਼ ਹੈ ਨਾਮ, ਜੋ ਕਿ ਆਪਾਂ ਨੂੰ ਇਹ ਜਿਹੜਾ ਹਨ ਭਵ ਸਾਗਰ, ਜੋ ਕਿ ਇਹ ਪਦਾਰਥਾਂ ਰੂਪੀ ਪਾਣੀ ਦਾ ਭਰਿਆ ਹੋਇਆ ਹੈ।
ਸੋ ਇਹ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਨਾਮ ਹੀ ਇੱਕ ਸ਼ਿਪ, ਇੱਕ ਬੋਟ ਹੈ, ਇੱਕ ਨੌਕਾ ਹੈ। ਸ਼ਬਦ ਭਨਿਓ ਅਬਿਰਾਮ ਸਿੱਧਨ ਕੋ ਲੱਜਤ ਕਰਨ। ਦੇਖੋ ਹੁਣ ਸਿੱਧਾਂ ਨੂੰ, ਉਹਨਾਂ ਦੇ ਹੰਕਾਰ ਨੂੰ ਸ਼ਰਮਸ਼ਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕੀਤਾ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 903 ਅੰਗ ਤੇ ਸੁਸ਼ੋਭਿਤ ਹੈ। ਸੋ ਇਹ ਸ਼ਬਦ ਜਿਹੜਾ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸਿੱਧਾਂ ਦਾ ਮਾਨ ਹੰਕਾਰ ਤੋੜਨ ਵਾਸਤੇ। ਸ੍ਰੀ ਮੁਖਵਾਕ ਰਾਮਕਲੀ ਮਹੱਲਾ ਪਹਿਲਾ, ਜਗ ਪ੍ਰਬੁੱਧ ਹੈ ਮੜੀ ਬਧਾਵ ਹੈ। ਦੇਖੋ ਹੁਣ ਸਿੱਧਾਂ ਨੂੰ ਸਤਿਗੁਰੂ ਮਹਾਰਾਜ ਰਾਮਕਲੀ ਰਾਗ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਜਗ ਪ੍ਰਬੁੱਧ ਹੈ, ਕਹਿੰਦੇ ਕਿ ਇਹ ਜਗ ਨੂੰ ਪ੍ਰਬੋਧਨ ਵਾਸਤੇ, ਜਗ ਨੂੰ ਖੁਸ਼ ਕਰਨ ਵਾਸਤੇ। ਪ੍ਰਬੁੱਧ ਦਾ ਅਰਥ ਬਣਦਾ ਹੈ ਪਰ ਤੇ ਬੁੱਧ ਹੈ, ਦੋ ਅੱਖਰਾਂ ਜੇ ਇਹਨਾਂ ਨੂੰ ਅੱਡ-ਅੱਡ ਕੀਤਾ ਜਾਵੇ ਤਾਂ ਪਰ ਹੁੰਦਾ ਵਿਸ਼ੇਸ਼ ਕਰਕੇ, ਵਿਸ਼ੇਸ਼ ਕਰਕੇ ਜਿਹੜਾ ਹਨ ਸਿਗਨੀਫੀਕੈਂਟਲੀ ਕਹਿੰਦੇ ਇਹ ਜਿਹੜਾ ਬੁੱਧ ਹੈ ਗਿਆਨ। ਕਹਿੰਦੇ ਕਿ ਜਗ ਨੂੰ, ਸੰਸਾਰ ਨੂੰ ਤਾਂ ਤੁਸੀਂ ਗਿਆਨ ਦਿੰਦੇ ਹੋ, ਸੰਸਾਰ ਨੂੰ ਤਾਂ ਪਰਮੇਸ਼ਰ ਬਾਰੇ ਦੱਸਦੇ ਹੋ, ਯੋਗਾ ਕਰਾਉਂਦੇ ਹੋ, ਜਿਹੜਾ ਹਨ ਬੜੇ ਚੰਗੇ ਚੰਗੇ ਬਚਨ ਕਰਕੇ ਲੋਕਾਂ ਨੂੰ ਖੁਸ਼ ਕਰਦੇ ਹੋ, ਤੇ ਮੜੀ ਵਧਾਵੇ ਤੁਸੀਂ ਆਪ ਕੀ ਕਰਦੇ ਹੋ? ਆਪਣੀਆਂ ਜਿਹੜੀਆਂ ਹਨ ਤੁਹਾਡੇ ਜਿਹੜੇ ਤੁਮ ਬਣੇ ਹੁੰਦੇ ਨੇ, ਜਾਂ ਤੁਹਾਡੀਆਂ ਜਿਹੜੀਆਂ ਗੋਰਾਂ ਹੁੰਦੀਆਂ ਨੇ, ਜਿੱਥੇ ਜੋਗੀ ਲੋਕ ਇੱਕ ਮੱਟ ਜਿਹਾ ਬਣਾ ਕੇ ਵਿੱਚ ਬੈਠ ਜਾਂਦੇ ਹਨ। ਸੋ ਇਹ ਮੱਟ ਜਿਹੜੇ ਹਨ ਅੱਜ ਕੱਲ੍ਹ ਬੁੱਧੀਸਟ ਦੇ ਮੰਦਰਾਂ ਵਿੱਚ ਬਹੁਤ ਹੁੰਦੇ ਨੇ। ਸੋ ਇਹ ਜਿਹੜੇ ਕਹਿੰਦੇ ਤੁਸੀਂ ਮੱਟ ਜਿਹੜੇ ਹਨ, ਉਹ ਤਾਂ ਮੱਟ ਨੂੰ ਤੁਸੀਂ ਵਧਾਉਂਦੇ ਹੋ, ਉਹਨੂੰ ਤੁਸੀਂ ਆਪਣਾ ਮੱਟ, ਤੁਸੀਂ ਆਪਣਾ ਏਰੀਆ ਵਧਾਉਂਦੇ ਹੋ, ਇਹ ਏਰੀਆ ਮੇਰਾ ਹੈ। ਜਿਵੇਂ ਇੱਥੇ ਗੋਰਖ ਨਾਥ ਦੇ ਨਾਂ ਤੇ ਗੋਰਖ ਮਤਾ ਬਣਿਆ ਹੋਇਆ ਸੀ। ਸੋ ਗੋਰਖ ਦੇਖੋ ਭਾਵੇਂ ਉਹ ਯੋਗੀ ਹੈ, ਉਹਨਾਂ ਨੇ ਦੁਨੀਆ ਛੱਡ ਕੇ ਜੰਗਲਾਂ ਨੂੰ ਚਲੇ ਗਏ, ਪਹਾੜਾਂ ਨੂੰ ਚਲੇ ਗਏ, ਪਰ ਉਹ ਪਹਾੜਾਂ ਵਿੱਚ ਵੀ ਆਪਣਾ ਥਾਂ ਜਿਹੜਾ ਹੈ ਨਿਯਤ ਕਰ ਲੈਂਦੇ ਨੇ ਵੀ ਇਹ ਬਾਉਂਡਰੀ ਸਾਡੀਆਂ ਨੇ, ਆਪਣਾ ਨਾਂ ਵੀ ਰਖਾ ਲਿਆ ਉੱਥੇ ਵੀ ਇਹ ਗੋਰਖ ਮਤਾ ਹੈ। ਸੋ ਕਹਿੰਦੇ ਵੀ ਜੇ ਤੁਸੀਂ ਜਿਹੜਾ ਹਨ ਸੰਸਾਰ ਨੂੰ ਝੂਠਾ ਮੰਨਦੇ ਹੋ, ਫਿਰ ਇਹਦੇ ਵਿੱਚ ਆਪਣੇ ਮੱਠ ਬਣਾ ਬਣਾ ਕੇ ਜ਼ਮੀਨਾਂ ਤੇ ਆਪਣਾ ਨਾਂ ਕਿਉਂ ਲਾਉਂਦੇ ਹੋ? ਆਸਣ ਤਿਆਗ ਕਾਹੇ ਸੱਚ ਪਾਵ ਹੈ। ਦੇਖੋ ਆਸਣ ਤਿਆਗ ਕਹਿਣਗੇ ਜਿਹੜਾ ਚਿੱਤ ਹੈ ਨਾ, ਜਿਹੜੀ ਆਪਣੀ ਕਨਸੈਂਟਰੇਸ਼ਨ ਹੈ ਨਾ, ਉਹਦੀ ਸਥਿਰਤੀ ਜਾਂ ਜਿਹੜਾ ਹੈ ਉਹਦੀ ਇਕਾਗਰਤਾ ਰੂਪੀ ਆਸਣ ਨੂੰ ਤੁਸੀਂ ਛੱਡ ਦਿੱਤਾ। ਤੁਸੀਂ ਪਰਮੇਸ਼ਰ ਵਿੱਚ ਆਪਣਾ ਫੋਕਸ ਛੱਡ ਕਰਕੇ ਕਾਹੇ ਸੱਚ ਪਾਵ ਹੈ, ਕਹਿੰਦੇ ਤੁਸੀਂ ਸੱਚ ਪਰਮੇਸ਼ਰ ਨੂੰ ਕਿਵੇਂ ਪਾਓਗੇ? ਤੁਹਾਡਾ ਤਾਂ ਜਿਹੜਾ ਹੈ ਅੱਜ ਜਿਹੜਾ ਕੁਝ ਤੁਸੀਂ ਇਨੀਸ਼ੀਏਟ ਕਰ ਰਹੇ ਹੋ, ਜੋ ਤੁਸੀਂ ਇੱਥੇ ਤਪ ਕਰ ਰਹੇ ਹੋ, ਉਹ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਨਹੀਂ ਕਰ ਰਹੇ, ਆਪਣੀ ਈਗੋ ਨੂੰ ਵਧਾਉਣ ਵਾਸਤੇ ਕਰ ਰਹੇ ਹੋ। ਇਹੀ ਦੱਸਣਾ ਚਾਹੁੰਦੇ ਨਾ ਵੀ ਇਹ ਸਿੱਧ ਨਾਲੋਂ ਮੈਂ ਵੱਡਾ ਸਿੱਧ ਹਾਂ, ਇਹ ਜੋਗੀ ਨਾਲੋਂ ਮੈਂ ਵੱਡਾ ਜੋਗੀ ਹਾਂ, ਮੇਰੇ ਵਿੱਚ ਪਾਵਰ ਜ਼ਿਆਦੇ ਨੇ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਮਨ ਦੀ ਸਥਿਰਤਾ ਹੋਣੀ ਸੀ, ਜਿੱਥੇ ਮਨ ਨੇ ਟਿਕਣਾ ਸੀਗਾ, ਉਹ ਮਨ ਨੂੰ ਹੋਰ ਜ਼ਿਆਦਾ ਜਿਹੜਾ ਹੈ ਤੁਸੀਂ ਭੜਕਾ ਦਿੱਤਾ। ਕਾਹੇ ਸੱਚ ਪਾਵੇ, ਫਿਰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ। ਮਮਤਾ ਮੋਹ ਕਾਮਣ ਹਿਤਕਾਰੀ। ਦੇਖੋ ਭਾਵੇਂ ਸਭ ਕੁਝ ਛੱਡਿਆ ਹੋਇਆ, ਫਿਰ ਵੀ ਮਮਤਾ ਹੈ। ਮਮਤਾ ਕਿਹੜੀ ਚੀਜ਼ ਦੀ? ਵੀ ਮੇਰੇ ਚੇਲੇ ਜ਼ਿਆਦੇ ਹੋਣ, ਮੇਰੇ ਫੋਲੋਵਰਸ ਜ਼ਿਆਦੇ ਹੋਣ। ਮੋਹ ਕਿਹੜੀ ਚੀਜ਼ ਨਾਲ ਹੈ? ਆਪਣੇ ਸਰੀਰ ਦਾ ਮੋਹ ਹੈ ਵੀ ਮੈਂ ਹਾਂ, ਮੇਰਾ ਸਰੀਰ ਹੈ, ਮੇਰਾ ਇਹ ਨਾਮ ਹੈ। ਕਾਮਣ ਹਿਤਕਾਰੀ, ਫੇਰ ਜਿਹੜਾ ਅੰਦਰੋਂ ਜਿਹੜੀ ਹੈ ਲਸਤ ਜਿਹੜਾ ਹੈ, ਜਾਂ ਅੰਦਰੋਂ ਜਿਹੜੀ ਕਾਮ ਵਾਸ਼ਨਾ ਹੈ, ਉਹ ਵੀ ਹਜੇ ਤੁਸੀਂ ਜਿਹੜਾ ਉਹਦੇ ਨਾਲ ਬੜਾ ਪ੍ਰੇਮ ਕਰਦੇ ਹੋ, ਉਹਨੂੰ ਅੰਦਰ ਲੁਕੋ ਕੇ ਰੱਖਿਆ ਹੋਇਆ ਹੈ। ਜਿਵੇਂ ਮਛੰਦਰ ਨਾਥ ਜਿਹੜਾ ਸੀਗਾ ਨਾ, ਗੋਰਖਨਾਥ ਦਾ ਗੁਰੂ, ਉਹ ਮਰੇ ਹੋਏ ਰਾਜੇ ਦੇ ਵਿੱਚ ਜਾ ਕੇ ਪ੍ਰਵੇਸ਼ ਕਰਕੇ ਉਸਦੀਆਂ ਰਾਣੀਆਂ ਨੂੰ ਕਈ ਸਾਲ ਭੋਗਦਾ ਰਿਹਾ। ਸੋ ਦੇਖੋ ਕਹਿੰਦੇ ਹਜੇ ਤੱਕ ਉਹ ਚੀਜ਼ ਅੰਦਰੋਂ ਨਹੀਂ ਗਈ। ਅੰਦਰ ਤਾਂ ਤੁਹਾਡੇ ਹਜੇ ਉਹੀ ਕਾਮਨਾ ਬਣੀ ਹੋਈ ਹੈ, ਉਹ ਲਸਤ ਬਣਿਆ ਹੋਇਆ ਹੈ। ਜਾਂ ਕਾਮਨ ਹਿਤਕਾਰੀ, ਜੋ ਕਾਮਨਾਵਾਂ ਨੂੰ ਤੁਸੀਂ ਬੜੇ ਪ੍ਰੇਮ ਕਰਦੇ ਹੋ ਵੀ ਮੇਰਾ ਇਹ ਹੋ ਜਾਵੇ, ਮੇਰਾ ਉਹ ਹੋ ਜਾਵੇ, ਲੋਕੀ ਮੈਨੂੰ ਰੱਬ ਬਣਾ ਦੇਣ, ਇਹ ਚੀਜ਼ਾਂ ਵਿੱਚ ਫਸੇ ਹੋਏ ਹੋ। ਨਾ ਔਧੂਤੀ ਨਾ ਸੰਸਾਰੀ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਸੁੰਦਰ ਗੱਲ ਕਹੀ। ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਆ ਨਾ, ਕਹਿੰਦੇ ਨਾ ਔਧੂਤੀ, ਕਹਿਣਗੇ ਨਾ ਤੁਸੀਂ ਯੋਗੀ ਰਹੇ, ਨਾ ਤੁਸੀਂ ਬੈਰਾਗੀ ਰਹੇ, ਨਾ ਤੁਸੀਂ ਤਿਆਗੀ ਰਹੇ, ਨਾ ਤੁਸੀਂ ਚੰਗੇ ਸੰਸਾਰੀ ਬਣੇ। ਸੋ ਕੀ ਹੋਇਆ? ਸੰਸਾਰ ਛੱਡਿਆ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਵਿਰਾਗਪਣਾ ਧਾਰਨ ਕੀਤਾ। ਵਿਰਾਗ ਦੇ ਵਿੱਚ ਵੀ ਮਮਤਾ ਮੋਹ ਕਾਮਣ ਹਿਤਕਾਰੀ, ਹਜੇ ਉਹੀ ਚੀਜ਼ਾਂ 'ਚ ਫਸੇ ਰਹੇ, ਤੇ ਉਹ ਚੀਜ਼ਾਂ 'ਚ ਫਸ ਕੇ ਤੇ ਲੋਕਾਂ ਨੂੰ ਦਿਖਾਉਂਦੇ ਤੁਸੀਂ ਛੱਡ ਦਿੱਤੀਆਂ, ਪਰ ਹਜੇ ਉਹ ਚੀਜ਼ਾਂ ਦੀ ਕਾਮਨਾ ਤੁਹਾਡੇ ਅੰਦਰ ਹੈ। ਦੂਸਰੇ ਪਾਸੇ ਤੁਸੀਂ ਸੰਸਾਰੀ ਵੀ ਚੰਗੇ ਨਾ ਬਣ ਸਕੇ,
ਸੰਸਾਰੀ ਬਣ ਕੇ ਕਿਸੇ ਦੀ ਸੇਵਾ ਵੀ ਨਾ ਕਰ ਸਕੇ। ਸੋ ਕੀ ਹੋਇਆ, ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ। ਜੋ ਕਹਿੰਦੇ ਨਾ ਘਰ ਦਾ ਨਾ ਘਾਟ ਦਾ, ਪੰਜਾਬੀ ਚ ਆਪਾਂ ਕਹਿੰਦੇ ਹਾਂ, ਉਹ ਗੱਲ ਹੋ ਗਈ ਜੀ ਇੱਥੇ ਹੁਣ। ਜੋਗੀ ਬੈਸ ਰਹੋ। ਦੇਖੋ ਜੋਗੀ ਬਣ ਕੇ ਤੁਸੀਂ ਆਪਣੇ ਆਸਨ ਤੇ ਬੈਠੇ ਰਹਿੰਦੇ ਹੋ। ਦੁਬਿਧਾ ਦੁੱਖ ਭਾਗੈ। ਕਹਿਣਗੇ ਦੁਬਿਧਾ ਦੁੱਖ ਭਾਗੈ। ਕਹਿਣਗੇ ਜਿਹੜਾ ਹਨ ਇਹ ਜਿਹੜਾ ਦੁਬਿਧਾ ਹੁੰਦਾ ਹੈ ਡਾਊਟ ਜਿਹੜਾ ਹੈ, ਜਾਂ ਇਹ ਦੋ ਚਿੱਤਾਪੁਣਾ ਜਿਹੜਾ ਹੋਣਾ ਹੈ, ਇਹ ਜਿਹੜਾ ਹੈ ਚਲੇ ਜਾਵੇਗਾ, ਇਹ ਨੱਠ ਜਾਵੇਗਾ। ਕਿਉਂ? ਜੇ ਤੁਸੀਂ ਯੋਗੀ ਬੈਸ ਰਹੋ, ਜੇ ਤੁਸੀਂ ਸੱਚਮੁੱਚ ਪਰਮੇਸ਼ਰ ਦੀ ਇਕਾਗਰਤਾ ਵਿੱਚ, ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਧਿਆਨ ਜੋੜ ਕੇ ਬੈਸ ਰਹੋ। ਬੈਠਣ ਦਾ ਇਹ ਜਿਹੜਾ ਹੈ ਮਤਲਬ ਹੈ, ਇੱਕ ਤਾਂ ਫਿਜ਼ੀਕਲੀ ਬਹਿ ਜਾਣਾ, ਦੂਜਾ ਆਪਣੇ ਮਨ ਨੂੰ ਬਿਠਾ ਲੈਣਾ। ਆਪਣੇ ਮਨ ਨੂੰ ਕਿੱਥੇ ਬਿਠਾਉਣਾ? ਪਰਮੇਸ਼ਰ ਦੀ ਭਗਤੀ ਵਿੱਚ। ਮਤਲਬ ਉੱਥੋਂ ਕਿ ਜਿਹੜਾ ਹਨ ਉਚਾਟ ਨਹੀਂ ਹੋਣਾ, ਉੱਥੋਂ ਭੱਜਣਾ ਨਹੀਂ, ਟਿਕੇ ਰਹਿਣਾ, ਉਹਨੂੰ ਬੈਠਣਾ ਕਹਿੰਦੇ ਹਾਂ। ਕਹਿੰਦੇ ਪਰਮੇਸ਼ਰ ਦੀ ਭਗਤੀ ਨਾਮ ਦੇ ਵਿੱਚ ਜੇ ਆਪਣੇ ਮਨ ਨੂੰ ਤੁਸੀਂ ਬਿਠਾ ਲਓ, ਆਪਣੇ ਹਿਰਦੇ ਦੇ ਵਿੱਚ ਉਸ ਦਾ ਧਿਆਨ ਜੋੜ ਲਓ, ਤਾਂ ਦੁਬਿਧਾ ਦੁੱਖ ਭਾਗੈ। ਇਹ ਦੁਬਿਧਾ ਦਾ ਜਿਹੜਾ ਦੁੱਖ ਹੈ ਨਾ, ਇਹ ਭੱਜ ਜਾਂਦਾ ਹੈ। ਘਰ ਘਰ ਮਾਗਤ ਲਾਜ ਨਾ ਲਾਗੈ। ਫੇਰ ਘਰ ਮੰਗਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ। ਕਹਿਣ ਲੱਗੇ ਫੇਰ ਘਰ ਮੰਗਦਿਆਂ ਵੀ ਸ਼ਰਮ ਨਹੀਂ ਆਉਂਦੀ, ਕਿਉਂਕਿ ਤੁਸੀਂ ਜੋ ਕੁਝ ਲੈਂਦੇ ਹੋ ਨਾ, ਉਹ ਤੁਸੀਂ ਭਗਤੀ ਭਾਵ ਦੇ ਵਿੱਚ ਲਾਉਂਦੇ ਹੋ। ਭਗਤੀ ਭਾਵ ਵਿੱਚ ਲਾਉਣ ਕਰਕੇ ਤੁਸੀਂ ਤੁਹਾਡਾ ਸਰੀਰ ਜਿਹੜਾ ਤੁਸੀਂ ਰੱਖਿਆ ਹੈ ਭਿੱਖਿਆ ਮੰਗ ਕੇ, ਤੁਸੀਂ ਭਗਤੀ ਵਿੱਚ ਲਾਉਂਦੇ ਹੋ। ਇਸ ਕਰਕੇ ਜਿਹੜਾ ਤੁਹਾਨੂੰ ਖਾਣਾ ਕੋਈ ਭਿੱਖਿਆ ਦਿੰਦਾ ਵੀ, ਉਹਦਾ ਵੀ ਭਲਾ ਹੁੰਦਾ ਹੈ। ਦੂਸਰਾ ਇਹ ਵੀ ਅਰਥ ਬਣਦਾ ਹੈ ਕਿ ਘਰ ਮੰਗਤ, ਕਹਿਣਗੇ ਇਹ ਘਰ ਦੇਹਾਂ ਦੇ ਵਿੱਚ ਬੜੇ ਜਨਮਾਂ ਤੋਂ ਜਿਹੜਾ ਹਨ ਤੁਸੀਂ ਆਉਂਦੇ ਹੋ ਸੰਸਾਰ ਵਿੱਚ, ਮੰਗ ਕੇ ਭੜਕਦੇ ਹੋਏ। ਕਹਿੰਦੇ ਲਾਜ ਨਾ ਲੱਗਿਆ, ਤੁਹਾਨੂੰ ਸ਼ਰਮ ਨਹੀਂ ਆਈ? ਕਿਉਂ ਤੁਹਾਨੂੰ ਇਹ ਨਹੀਂ ਲੱਗਿਆ ਵੀ ਮੈਂ ਮੁਕਤ ਹੋ ਜਾਵਾਂ? ਵੀ ਰੋਜ਼ ਦਾ ਜਿਹੜਾ ਹੈ ਮੰਗਣਾ ਕਿਉਂ ਰਹੇ? ਵੀ ਮੈਂ ਇੱਕ ਵਾਰ ਗੁਰੂ ਤੋਂ ਨਾਮ ਮੰਗ ਲਵਾਂ ਤੇ ਮੈਨੂੰ ਮੁੜ ਕੇ ਮੰਗਣ ਦੀ ਆਸ ਨਾ ਰਹੇ। ਸੋ ਇਸ ਕਰਕੇ ਜਿਹੜਾ ਹਨ ਘਰਾਂ ਵਿੱਚ ਮੰਗਦਿਆਂ ਹੋਇਆਂ ਜਿਹੜਾ ਹੈ ਫੇਰ ਸ਼ਰਮ ਨਹੀਂ ਆਉਂਦੀ। ਇਸ ਕਰਕੇ ਇਹ ਜਿਹੜੀ ਪੰਕਤੀ ਹੈ ਇਹ ਰਹਾਉ ਦੀ ਹੈ। ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਇਹ ਉਪਦੇਸ਼ ਦਾ ਨਿਚੋੜ ਇਹ ਦੱਸਿਆ ਹੈ ਕਿ ਘਰ ਮੰਗਤ ਲਾਜ ਨਾ ਲੱਗੈ। ਪਰਮੇਸ਼ਰ ਦੀ ਭਗਤੀ ਵਿੱਚ ਆਪਣਾ ਚਿੱਤ ਜੋੜੋ, ਜਿਹਦੇ ਕਰਕੇ ਮੰਗਣ ਲਾਜ ਨਾ ਲੱਗੈ। ਲਾਜ ਨਹੀਂ ਲੱਗੇਗੀ, ਨਾ ਜਿਹੜਾ ਹੈ ਤੁਹਾਨੂੰ ਕਿਤੇ ਮੰਗਣਾ ਹੀ ਪਵੇਗਾ, ਮੁੜ ਕੇ ਮੰਗ ਕੇ ਨਹੀਂ ਖਾਣਾ ਪਵੇਗਾ। ਉਹ ਭੋਜਨ ਆਪਣੇ ਆਪ ਆਏਗਾ ਜੇ ਪਰਮੇਸ਼ਰ ਤੇ ਭਰੋਸਾ ਹੋਵੇਗਾ। ਪਰਮੇਸ਼ਰ ਤੇ ਭਰੋਸਾ ਹੋਣ ਕਰਕੇ ਫਿਰ ਮੰਗਣ ਦੀ ਜਿਹੜਾ ਹਨ ਕਿਤੇ ਵੀ ਲੋੜ ਨਹੀਂ ਪੈਂਦੀ, ਇੱਕ ਪਰਮੇਸ਼ਰ ਤੋਂ ਹੀ ਮੰਗੀਦਾ ਹੁੰਦਾ ਹੈ। ਰਹਾਓ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਹਨ, ਗਾਵਹਿ ਗੀਤ ਨਾ ਚੀਨ ਹੈ ਆਪ। ਦੇਖੋ ਤੁਸੀਂ ਵਿਸ਼ਨ ਪਦੇ ਗਾਉਂਦੇ ਹੋ, ਬੜੇ ਜਿਹੜਾ ਸ਼ਾਸਤਰਾਂ ਦੇ ਜਿਹੜੇ ਹਨ ਟੱਪੇ ਗਾਉਂਦੇ ਹੋ, ਟੱਪੇ ਬਣਾ ਕੇ ਗਾਉਂਦੇ ਹੋ, ਅਲੱਖ ਕਰਦੇ ਤੁਸੀਂ ਗਾਉਂਦੇ ਹੋ, ਬੜੇ ਗੀਤ ਗਾਉਂਦੇ ਹੋ, ਪਰ ਹਜੇ ਆਪਣੇ ਆਪ ਨੂੰ ਤੁਸੀਂ ਜਾਣਿਆ ਨਹੀਂ, ਹਜੇ ਆਪਣੀ ਆਤਮਾ ਸਰੂਪ ਨੂੰ ਦੀ ਪਛਾਣ ਨਹੀਂ ਕੀਤੀ। ਕਿਉਂ ਲਾਗੀ ਨਿਵਰੈ ਪ੍ਰਤਾਪ। ਦੇਖਿਓ ਕਿਉਂ ਲਾਗੀ, ਕਹਿਣਗੇ ਐਸਾ ਜਿਹੜਾ ਹੈ ਕਿਉਂ ਲਾਗੀ। ਕਹਿਣਗੇ ਕਿਉਂ ਲਾਗੀ ਨਿਵਰੈ ਪ੍ਰਤਾਪ। ਹੁਣ ਪ੍ਰਤਾਪ ਜਿਹੜਾ ਹੁੰਦਾ ਹੈ ਪਰ ਤੇ ਤਾਪ, ਪਰ ਹੁੰਦਾ ਹੈ ਜਿਹੜਾ ਵਿਸ਼ੇਸ਼ ਕਰਕੇ ਤ੍ਰਿਸ਼ਨਾ ਈਰਖਾ ਰੂਪੀ ਜਿਹੜੇ ਤਾਪ ਹੁੰਦੇ ਨੇ। ਸੋ ਇਹ ਜਿਹੜੇ ਤਾਪ ਨੇ, ਇਹ ਤਾਪ ਜਿਹੜੇ ਨੇ ਇਹ ਨਹੀਂ ਕਿਤੇ ਉਤਰਦੇ। ਦੇਖੋ ਜਿਹੜਾ ਤ੍ਰਿਸ਼ਨਾ ਹੈ, ਭੁੱਖ ਲੱਗੀ ਰਹਿਣੀ, ਜਿਹੜਾ ਹਨ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਲੱਗੀ ਰਹਿਣੀ, ਉੱਤੋਂ ਈਰਖਾ ਲੱਗੀ ਰਹਿਣੀ, ਜੇ ਹੋਰ ਕਿਸੇ ਕੋਲ ਹੈ ਆਪਣੇ ਕੋਲ ਨਹੀਂ, ਤਾਂ ਫਿਰ ਕਹਿੰਦੇ ਕਿਉਂ ਲਾਗੀ ਨਿਵਰੈ ਪ੍ਰਤਾਪ। ਕਿਉਂ ਲਾਗੀ? ਇਹ ਬਿਮਾਰੀਆਂ ਜਿਹੜੀਆਂ ਹਨ ਕਿਉਂ ਲੱਗਦੀਆਂ, ਕਿਉਂ ਲੱਗੀਆਂ ਹੋਈਆਂ ਨੇ? ਇਹ ਜਿਹੜਾ ਹਨ ਪ੍ਰਤਾਪ, ਕਹਿੰਦੇ ਇਹਦਾ ਨਿਵਰਤ ਇਹ ਕਿਉਂ ਨਹੀਂ ਹੁੰਦੀ? ਸੋ ਇਉਂ ਕਰਕੇ ਕਿਉਂ ਲਾਗੀ ਨਿਵਰੈ। ਨਿਵਰੈ ਦਾ ਅਰਥ ਬਣਦਾ ਨਿਵਰਤ ਕਿਵੇਂ ਹੋਵੇਗੀ। ਹੁਣ ਇਹਦਾ ਅਨਵੇ ਕਰਕੇ ਦੇਖੀਏ, ਗਾਵਹਿ ਗੀਤ ਨਾ ਚੀਨੈ ਆਪ। ਤੁਸੀਂ ਆਪਣੇ ਆਪ ਨੂੰ ਜਾਣਿਆ ਨਹੀਂ, ਸਿਰਫ ਗਾਵਿਆ ਹੈ ਲੋਕਾਂ ਨੂੰ ਸੱਦਣ ਵਾਸਤੇ, ਦੁਨੀਆ ਦਾ ਧਿਆਨ ਆਪਣੇ ਤੇ ਲਿਆਉਣ ਵਾਸਤੇ। ਕਿਉਂ ਲਾਗੀ? ਕਹਿੰਗੇ ਕਿਉਂ ਲਾਗੀ ਨਿਵਰੈ। ਇਹ ਲੱਗੀ ਹੋਈ ਬਿਮਾਰੀ ਜਿਹੜੀ ਤਾਪ ਦੀ ਹੈ, ਇਹ ਕਿਵੇਂ ਦੂਰ ਹੋਵੇ? ਈਰਖਾ ਦੀ, ਤ੍ਰਿਸ਼ਨਾ ਦੀ, ਇਹ ਕਿਵੇਂ ਦੂਰ ਹੋਵੇ? ਕਿਵੇਂ ਇਹਨੂੰ ਜ਼ਰੂਰ ਦੂਰ ਕੀਤਾ ਜਾਵੇ? ਸਤਿਗੁਰੂ ਜੀ ਫਰਮਾਉਂਦੇ ਹਨ, ਗੁਰ ਕੈ ਸ਼ਬਦ ਰਚੈ ਮਨ ਭਾਏ। ਦੇਖੋ ਉਸ ਦਾ ਸਾਧਨ ਸਤਿਗੁਰਾਂ ਨੇ ਦੱਸਿਆ, ਗੁਰ ਕੈ ਸ਼ਬਦ। ਇਸ ਕਰਕੇ ਗੁਰੂ ਦਾ ਦਿੱਤਾ ਹੋਇਆ, ਗੁਰੂ ਦਾ ਉਚਾਰਨ ਕੀਤਾ ਹੋਇਆ ਜਿਹੜਾ ਸ਼ਬਦ ਹੈ, ਰਚੈ ਮਨ ਭਾਏ, ਪ੍ਰੇਮ ਕਰਕੇ ਮਨ ਨੂੰ ਉਹਦੇ ਵਿੱਚ ਰਚਾਉਣਾ ਕਰੋ, ਉਹਦੇ ਵਿੱਚ ਰਚ ਜਾਵੇ। ਸ਼ਬਦ ਦੇ ਵਿੱਚ, ਸ਼ਬਦ ਦੇ ਵਿਚਾਰ ਵਿੱਚ ਮਨ ਰਚ ਜਾਵੇ। ਸ਼ਬਦ ਨੂੰ ਸਮਝਣ ਵਾਸਤੇ ਮਨ ਵਿੱਚ ਜਿਹੜਾ ਹੈ ਉਹਦੇ ਅੰਦਰ ਜਿਹੜਾ ਫੁੱਲ ਕਨਸੈਂਟਰੇਟਲੀ ਇੱਕਮਿਕ ਹੋ ਜਾਵੇ।
ਤੇ ਇਸ ਕਰਕੇ ਰਚੇ ਮਨ ਭਾਏ, ਪ੍ਰੇਮ ਕਰਕੇ ਐਸਾ ਹੋਣਾ। ਭਾਏ ਦਾ ਮਤਲਬ ਪ੍ਰੇਮ ਹੈ। ਪ੍ਰੇਮ ਕਰਕੇ ਗੁਰੂ ਦਾ ਸ਼ਬਦ ਦੀ ਕਮਾਈ ਕੀਤੀ ਜਾਵੇ, ਵਿਚਾਰ ਕੀਤੀ ਜਾਵੇ। ਭਿਖਿਆ ਸਹਿਜ ਵਿਚਾਰੀ ਖਾਏ। ਦੇਖੋ ਭਿਖਿਆ ਸਹਿਜ, ਜੇ ਭਿਖਿਆ ਮੰਗਣੀ ਹੈ ਤਾਂ ਕਹਿੰਦੇ ਸਹਿਜ ਗਿਆਨ ਦੀ ਮੰਗੋ। ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜਿਹਦੇ ਕਰਕੇ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ, ਸਾਰੀਆਂ ਹੀ ਤ੍ਰਿਸ਼ਨਾ ਈਰਖਾ ਮਿਟ ਜਾਂਦੀ ਹੈ। ਕਹਿੰਦੇ ਵਿਚਾਰੀ ਖਾਏ, ਇਹੀ ਸ਼ਬਦ ਦਾ ਵਿਚਾਰ ਹੀ ਰੂਪ ਭੋਜਨ ਨੂੰ ਛਕਣਾ ਕਰੇ। ਇਹ ਗੁਰੂ ਦਾ ਸ਼ਬਦ ਦਾ ਵਿਚਾਰ ਵੀ ਇੱਕ ਭੋਜਨ ਹੈ, ਇੱਕ ਖਾਣਾ ਹੈ। ਸੋ ਇਹਨੂੰ ਕੰਜ਼ਿਊਮ ਕਰੇ, ਜਿਹਦੇ ਕਰਕੇ ਮਨ ਨੂੰ ਭੜਕਣ ਤੋਂ ਹਟਾਇਆ ਜਾਵੇ, ਮਨ ਭੜਕਣ ਤੋਂ ਹਟ ਜਾਵੇ, ਮਨ ਦੇ ਵਿੱਚ ਸੰਤੋਖ ਆ ਜਾਵੇ ਕਿ ਦੇਖੋ ਪਰਮੇਸ਼ਰ ਹੀ ਸਾਰੇ ਪਾਸੇ ਹੈ। ਜੇ ਪਰਮਾਤਮਾ ਨੇ ਕਿਸੇ ਨੂੰ ਹਵਾ ਵਿੱਚ ਵੀ ਭੋਜਨ ਦੇਣਾ ਨਾ ਤਾਂ ਉੱਥੋਂ ਵੀ ਦੇ ਦੇਣਾ ਹੈ। ਇਹ ਸੰਤੁਸ਼ਟੀ ਤਾਂ ਗੁਰੂ ਦੇ ਸ਼ਬਦ ਵਿੱਚੋਂ ਹੀ ਪ੍ਰਾਪਤ ਹੋਵੇਗੀ, ਕਿਉਂਕਿ ਗਿਆਨ ਉੱਥੋਂ ਪ੍ਰਾਪਤ ਹੋਣਾ ਹੈ। ਭਸਮ ਚੜਾਏ ਕਰਹਿ ਪਾਖੰਡ। ਦੇਖੋ ਤੁਸੀਂ ਪਖੰਡ ਇਸ ਤਰ੍ਹਾਂ ਦਾ ਪਖੰਡ ਕਰਦੇ ਹੋ ਕਿ ਭਸਮ ਜਿਹੜੀ ਹਨ ਉਹ ਹੁੰਦੀ ਹੈ ਨਾ ਡਸਟ ਕਿ ਜਾਂ ਕੀ ਕਵਾਂਗੇ ਐਸ਼ਸ, ਜਿਹੜੀ ਐਸ਼ਸ ਹੈ ਉਹ ਆਪਣੇ ਜਿਹੜਾ ਹਨ ਭਸਮ ਆਪਣੇ ਸਰੀਰ ਤੇ ਮਲ ਕੇ ਚਿੱਟਾ ਕਰ ਦਿੰਦੇ ਹੋ। ਦੂਸਰਾ ਉਹਨਾਂ ਦਾ ਮਲਣ ਦਾ ਇਹ ਕਾਰਨ ਹੁੰਦਾ, ਉਹ ਆਪਣੇ ਰੋਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਘਸਾ ਕੇ ਉਹਨਾਂ ਨੂੰ ਜਿਹੜਾ ਹੈ ਦੂਰ ਕਰ ਦਿੰਦੇ ਨੇ। ਸੋ ਕਹਿੰਦੇ ਜਿਹੜਾ ਹਨ ਐਸਾ ਭਸਮ ਚੜਾਏ, ਭਸਮ ਚੜਾ ਕੇ ਸਰੀਰ ਤੇ ਬਿਲਕੁਲ ਭੂਤਾਂ ਵਰਗਾ ਚਿੱਟਾ ਕਰ ਲੈਂਦੇ ਹੋ। ਤੇ ਐਸਾ ਪਖੰਡ ਹਿਪੋਕ੍ਰੇਸੀ ਦੇ ਵਿੱਚ ਪੈ ਕੇ ਤੁਸੀਂ ਲੋਕਾਂ ਨੂੰ ਦਿਖਾਉਂਦੇ ਹੋ। ਮਾਇਆ ਮੋਹ ਸਹੇ ਜਮ ਡੰਡ। ਦੇਖੋ ਮਾਇਆ ਦਾ ਮੋਹ ਹੋਣ ਕਰਕੇ, ਸਰੀਰ ਦਾ ਮੋਹ ਹੋਣ ਕਰਕੇ ਆਪਣੇ ਆਪ ਨੂੰ ਇੱਕ ਜਿਹੜਾ ਹੈ ਆਪਣੇ ਆਪ ਨੂੰ ਮੰਨਣ ਵਿੱਚ ਵੀ ਇਹ ਸਰੀਰ ਕੁਝ ਹੈ, ਇਹ ਮਾਇਆ ਦਾ ਮੋਹ ਹੈ। ਇਹ ਮਾਇਆ ਦੇ ਮੋਹ ਵਿੱਚ ਪੈ ਕੇ, ਹੁਣ ਦੇਖੋ ਈਗੋ ਰੱਖਣੀ, ਆਪਣੀ ਪ੍ਰਾਈਡ ਰੱਖਣੀ, ਇਹ ਵੀ ਤਾਂ ਮਾਇਆ ਹੈ ਨਾ। ਸੋ ਕਹਿੰਦੇ ਇਹ ਮਾਇਆ ਦਾ ਮੋਹ ਜਿਹੜਾ ਹੈ ਇਹਦੇ ਕਰਕੇ ਹੈ ਜਮ ਡੰਡ। ਜਮਾਂ ਦਾ ਡੰਡ ਸਹਿਣਾ ਪੈਂਦਾ ਸਿਰ ਤੇ, ਕਿਉਂਕਿ ਪਰਮਾਤਮਾ ਨੂੰ ਈਗੋ ਨਹੀਂ ਪਾਉਂਦੀ। ਇਹ ਈਗੋ ਜਿਹੜੀ ਹੈ ਇਹ ਜਮਾਂ ਦੇ ਡੰਡ ਪਾਉਂਦੀ ਹੈ। ਫੂਟੈ ਖਾਪਰ ਭੀਖ ਨਾ ਪਾਏ। ਦੇਖੋ ਫੁੱਟ ਹੈ ਖਾਪਰ, ਇੱਕ ਜਿਹੜਾ ਖਾਪਰ ਹੈ, ਹੁਣ ਜਿਹੜਾ ਬੋਲ ਹੁੰਦਾ ਹੈ, ਬੈਗਿੰਗ ਬੋਲ ਜਿਹਨੂੰ ਕਹਿੰਦੇ ਹਾਂ, ਕਹਿੰਦੇ ਉਹਦੇ ਰੂਪ ਇਹ ਸਰੀਰ ਹੈ। ਕਹਿੰਦੇ ਇਹ ਖਾਪਰ ਜਿਹੜਾ ਇਹ ਸਰੀਰ ਰੂਪੀ ਬੋਲ ਹੈ, ਕਹਿੰਦੇ ਇਹ ਫੁੱਟਦਾ ਜਾ ਰਿਹਾ ਹੈ। ਮਤਲਬ ਕਿ ਆਪਣੀ ਜ਼ਿੰਦਗੀ ਜਿਹੜੀ ਹੈ ਇਹ ਮੁੱਕਦੀ ਜਾਂਦੀ ਹੈ, ਸਵਾਸ ਮੁੱਕਦੇ ਜਾਂਦੇ ਹਨ। ਵੀ ਆਰ ਗੋਇੰਗ ਨੀਅਰਰ ਟੂ ਆਵਰ ਡੈਥ। ਕਹਿੰਦੇ ਭਿੱਖ ਨਾ ਪਾਏ, ਕਹਿੰਦੇ ਕਿ ਹਜੇ ਤੱਕ ਤੁਸੀਂ ਗੁਰੂ ਪਰਮਾਤਮਾ ਤੋਂ ਹਜੇ ਪ੍ਰੇਮ ਦੀ ਭਿੱਖਿਆ ਨਹੀਂ ਮੰਗੀ ਵੀ ਸਤਿਗੁਰੂ ਜੀ ਸਾਡੇ ਅੰਦਰ ਵੀ ਪ੍ਰੇਮ ਦੀ ਭਿੱਖਿਆ ਸਾਨੂੰ ਭਿੱਖਿਆ ਦੇ ਦੇਵੇ। ਭਿੱਖਿਆ ਉਹ ਦੇਈਦੀ ਹੁੰਦੀ ਹੈ ਜਿੱਥੇ ਆਪਾਂ ਡਿਜ਼ਰਵ ਨਾ ਕਰੀਏ, ਕੋਈ ਤਰਸ ਕਰਕੇ ਆਪਾਂ ਨੂੰ ਦੇ ਦੇਵੇ, ਉਹਨੂੰ ਭਿੱਖਿਆ ਕਹਿੰਦੇ ਹਾਂ। ਕਹਿੰਦੇ ਪਰਮਾਤਮਾ ਤੋਂ ਭਿੱਖਿਆ ਰੂ ਪ੍ਰੇਮ ਮੰਗੋ। ਹੇ ਪਰਮਾਤਮਾ, ਭਾਵੇਂ ਅਸੀਂ ਡਿਜ਼ਰਵ ਨਹੀਂ ਕਰਦੇ ਪਰ ਤੁਸੀਂ ਆਪਣਾ ਪ੍ਰੇਮ ਸਾਨੂੰ ਬਖਸ਼ਿਸ਼ ਕਰ ਦਿਓ। ਬੰਧਨ ਬਾਧਿਆ ਆਵੈ ਜਾਏ। ਦੇਖੋ ਇਹ ਬੰਧਨਾਂ ਵਿੱਚ ਬੰਨਿਆ ਹੋਇਆ, ਸੰਸਾਰ ਦੇ ਪ੍ਰੇਮ ਵਿੱਚ, ਸੰਸਾਰ ਦੇ ਮੋਹ ਦੇ ਵਿੱਚ, ਆਪਣੇ ਨਾਮ ਦੇ ਵਿੱਚ, ਆਪਣੀ ਸ਼ਕਤੀ ਦੇ ਵਿੱਚ, ਆਪਣੀਆਂ ਕੈਪੇਬਿਲਿਟੀ ਦੇ ਵਿੱਚ, ਇਹਦੇ ਬੰਧਨਾਂ ਵਿੱਚ ਉਹ ਬੰਨਿਆ, ਇਹ ਬੌਂਡੇਜਸ ਵਿੱਚ ਉਹਨੇ ਆਪਣੇ ਆਪ ਨੂੰ ਬੰਨ ਲਿਆ। ਆਵੇ ਜਾਏ ਫਿਰ ਜਨਮਾਂ ਵਿੱਚ ਆਉਂਦਾ ਜਾਂਦਾ ਹੈ। ਬਿੰਦ ਨਾ ਰੱਖ ਹੈ ਜਤੀ ਕਹਾਵੈ। ਦੇਖੋ ਬਿੰਦ ਜਿਹੜਾ ਸਪਰਮ ਹੈ ਉਹ ਆਪਣੇ ਵਿੱਚ ਕੰਟੇਨ ਨਹੀਂ ਕੀਤਾ ਜਾਂਦਾ, ਉਹ ਜਿਹੜਾ ਰੱਖਿਆ ਨਹੀਂ ਜਾਂਦਾ ਤੇ ਆਪਣੇ ਆਪ ਨੂੰ ਵੱਡੇ ਜਤੀ ਅਖਵਾਉਂਦੇ ਹੋ। ਲੋਕਾਂ ਨੂੰ ਕਹਿੰਦੇ ਮੈਂ ਵੱਡਾ ਜਤੀ ਹਾਂ ਕਿਉਂਕਿ ਮੈਂ ਵਿਆਹ ਨਹੀਂ ਕੋਈ ਵੀ ਕਰਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਤੀ ਉਹ ਨਹੀਂ ਹੁੰਦੇ ਜੋ ਸਰੀਰ ਕਰਕੇ ਆਪਣੇ ਜਿਹੜੇ ਹਨ ਬਿੰਦ ਨੂੰ ਰੋਕ ਲੈਂਦੇ ਨੇ। ਕਹਿੰਦੇ ਉਹ ਨਹੀਂ ਹੁੰਦੇ ਤਾਂ ਉਹ ਆ ਜਿਨ੍ਹਾਂ ਨੇ ਮਨ ਦੇ ਵਿੱਚੋਂ ਉਹ ਬਿਰਤੀ ਉਹ ਚੁੱਕ ਦਿੱਤੀ ਹੈ, ਜਿਨ੍ਹਾਂ ਦੇ ਮਨ ਵਿੱਚ ਉਹ ਬਿਰਤੀ ਨਹੀਂ ਰਹਿ ਜਾਂਦੀ, ਉਹ ਇੰਟਰਸਟ ਹੀ ਨਹੀਂ ਰਹਿ ਜਾਂਦਾ, ਉਹ ਜਤੀ ਹੁੰਦੇ ਨੇ। ਤੇ ਕਹਿੰਦੇ ਐਸੇ ਤੁਸੀਂ ਝੂਠੇ ਹੀ ਜਤੀ ਬਣੇ ਫਿਰਦੇ ਹੋ। ਮਾਈ ਮਾਗਤ ਤ੍ਰੈ ਲੋਭਾਵ ਹੈ। ਦੇਖੋ ਮਾਈ ਮਾਗਤ, ਤੁਸੀਂ ਮਾਇਆ ਹੀ ਮੰਗਦੇ ਹੋ, ਮਾਇਆ ਰੂਪ ਜਸ ਮੰਗਦੇ ਹੋ, ਮਾਇਆ ਮੰਗਦੇ ਹੋ, ਭਿੱਖਿਆ ਮੰਗਦੇ ਹੋ, ਵੱਡੇ ਵੱਡੇ ਮੱਠ ਮੰਗਦੇ ਹੋ, ਜ਼ਮੀਨਾਂ ਵੱਡੀਆਂ ਵੱਡੀਆਂ ਤੁਸੀਂ ਕਬਜ਼ਾ ਕਰਨਾ ਚਾਹੁੰਦੇ ਹੋ। ਤੇ ਤ੍ਰੈ ਲੁਭਾਵ ਹੈ, ਤੁਹਾਨੂੰ ਤ੍ਰੈ ਜਿਹੜਾ ਹੈ ਤੁਹਾਡੇ ਮਨ ਵਿੱਚ ਜਿਹੜਾ ਹੈ ਤਿੰਨ ਚੀਜ਼ਾਂ ਦੇ ਤੁਸੀਂ ਲੁਭਾਏ ਮਨ ਹੋਏ ਹੋ। ਕਿਹੜਾ ਹੈ ਕਿ ਇਹਦੇ ਵਿੱਚ ਜਿਹੜਾ ਹੈ ਮਨ, ਕੰਨ ਤੇ ਨੇਤਰ, ਇਹ ਤਿੰਨ ਜਿਹੜੇ ਹਨ ਇਹਨਾਂ ਦੇ ਕਰਕੇ ਤੁਸੀਂ ਲੁਭਾਏ ਮਨ ਹੁੰਦੇ ਹੋ ਇਹ ਮਾਇਆ ਦੇ ਉੱਤੇ। ਜਾਂ ਫਿਰ ਜਿਹੜੀ ਮਾਇਆ ਹੈ ਨਾ, ਇਹ ਜਿਹੜੀ ਰਜੋ ਤਮੋ ਤੇ ਸਤੋ ਹੈ, ਇਹ ਤ੍ਰੈ ਲੁਭਾਵ ਹੈ। ਰਜੋ ਤਮੋ ਤੇ ਸਤੋ ਜਿਹੜੇ ਗੁਣ ਹਨ ਮਾਇਆ ਦੇ, ਤੋਂ ਉਹਦੇ ਵਿੱਚ ਹੀ ਤੁਸੀਂ ਫਸੇ ਹੋਏ ਹੋ। ਤੀਜਾ ਤ੍ਰੈ ਲੁਭਾਵ ਹੈ, ਜਿਹੜਾ ਹਨ ਜਵਾਨੀ, ਜਿਹੜਾ ਹਨ
ਤਿੰਨ ਅਵਸਥਾ ਹਨ, ਬਾਲ, ਜਵਾਨੀ ਤੇ ਬਿਰਧ ਜਿਹੜੇ ਹਨ। ਕਹਿੰਦੇ ਇਹ ਤਿੰਨ ਅਵਸਥਾ ਦੇ ਵਿੱਚ ਤੁਸੀਂ ਫਸੇ ਹੋ, ਤੁਸੀਂ ਬੁੱਢੇ ਨਹੀਂ ਹੋਣਾ ਚਾਹੁੰਦੇ, ਇਸ ਕਰਕੇ ਆਪਣੇ ਸਵਾਸ ਦਸਮ ਦੁਆਰ ਨੂੰ ਚੜਾਉਂਦੇ ਹੋ, ਇਸ ਕਰਕੇ ਤੁਸੀਂ ਇਹ ਤ੍ਰੈ ਲੁਭਾਵੇ ਇਹ ਮਾਇਆ ਦੇ ਵਿੱਚ ਫਸੇ ਹੋਏ ਹੋ। ਨਿਰਦਇਆ ਨਹੀਂ ਜੋਤ ਉਜਾਲਾ। ਦੇਖੋ ਨਿਰਦਇਆ, ਤੁਹਾਨੂੰ ਤੁਹਾਡੇ ਅੰਦਰ ਕਿਸੇ ਤੇ ਦਇਆ ਨਹੀਂ ਆਉਂਦੀ, ਨਿਰਦਇਆ ਹੋ ਕੇ ਕਿਸੇ ਤੇ ਮਸੀ ਨਹੀਂ ਕਰਦੇ, ਤਰਸ ਨਹੀਂ ਕਰਦੇ, ਨਹੀਂ ਜੋਤ ਉਜਾਲਾ। ਇਸ ਕਰਕੇ ਉਹ ਪਰਮੇਸ਼ਰ ਦੀ ਜੋ ਅੰਦਰ ਜੋਤ ਆਤਮਾ ਸਰੂਪ ਕਰਕੇ ਹੈ, ਉਸ ਦੇ ਪ੍ਰਕਾਸ਼ ਸਰੂਪ ਦੀ ਪ੍ਰਾਪਤੀ ਵਾਲਾ ਜਿਹੜਾ ਗਿਆਨ ਹੈ ਨਾ, ਉਹਦਾ ਜਿਹੜਾ ਉਜਾਲਾ ਤੁਹਾਨੂੰ ਨਹੀਂ ਪ੍ਰਾਪਤ ਹੁੰਦਾ, ਉਹਦੀ ਲਾਈਟ ਐਨਲਾਈਟਮੈਂਟ ਤੁਹਾਡੇ ਵਿੱਚ ਨਹੀਂ ਆਉਂਦੀ, ਕਿਉਂਕਿ ਇਹ ਜੋਤ ਨਹੀਂ ਜੋਤ ਉਜਾਲਾ ਉਹ ਪਰਮੇਸ਼ਰ ਦਾ ਜਿਹੜਾ ਗਿਆਨ ਹੈ, ਜਿਹਦੇ ਨਾਲ ਅੰਦਰ ਮੁਖੀ ਆਪਾਂ ਆਪਣੇ ਆਪ ਦੀ ਪਛਾਣ ਕਰਨੀ ਹੈ, ਉਹ ਨਹੀਂ ਹੁੰਦਾ, ਕਿਉਂਕਿ ਨਿਰਦਇਆ ਹੈ। ਹਜੇ ਤੱਕ ਇਹ ਸੰਸਾਰ ਵਿੱਚ ਤੁਸੀਂ ਦੂਜਿਆਂ ਨੂੰ ਤਾਂ ਬਗਾਨੇ ਮੰਨਿਆ ਹੈ, ਆਪਣੇ ਆਪ ਦਾ ਹੀ ਤੁਸੀਂ ਸੋਚਦੇ ਹੋ। ਸੈਲਫਿਸ਼ਪਣਾ ਜਿਹੜਾ ਹੈ ਇਹ ਗਿਆ ਨਹੀਂ ਹਜੇ, ਇਸ ਕਰਕੇ ਨਿਰਦਇਆ ਕਰਕੇ ਤੁਹਾਨੂੰ ਆਪਣੇ ਸਰੂਪ ਦੀ ਪਛਾਣ ਨਹੀਂ ਹੁੰਦੀ। ਬੂਢਤ ਬੂਢੇ ਸਰਬ ਜੰਜਾਲਾ। ਦੇਖੋ ਇਸ ਤਰ੍ਹਾਂ ਕਰਕੇ ਡੁੱਬਦਿਆਂ ਡੁੱਬਦਿਆਂ ਬੰਦਾ ਜਿਹੜਾ ਹੈ ਪਦਾਰਥਾਂ ਰੂਪੀ ਸਮੁੰਦਰ ਦੇ ਵਿੱਚ, ਇਹ ਜਿਹੜਾ ਹੈ ਮਾਇਆ ਰੂਪੀ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ, ਦਿਨੋਂ ਦਿਨ ਅੰਦਰ ਦੀ ਅੰਦਰ ਹੀ ਜਾ ਰਿਹਾ ਹੈ, ਜਿਹੜਾ ਹੈ ਗੱਡਿਆ ਜਾ ਰਿਹਾ ਹੈ, ਤੇ ਸਰਬ ਜੰਜਾਲਾ, ਸਾਰੇ ਹੀ ਜੰਜਾਲ ਇਹਨੂੰ ਪੈ ਜਾਂਦੇ ਹਨ। ਭੇਖ ਕਰ ਹੈ ਖਿੰਥਾ ਬਹੁਤ ਥਟੂਆ। ਦੇਖੋ ਲੋਕਾਂ ਨੂੰ ਦਿਖਾਉਣ ਵਾਸਤੇ ਤਾਂ ਬੜਾ ਸੋਹਣਾ ਭੇਖ ਕਰਦੇ ਹੋ ਵੀ ਮੈਂ ਵੱਡਾ ਜੋਗੀ ਹਾਂ, ਉੱਤੇ ਕਫਨੀ ਪਾ ਲੈਂਦੇ ਹੋ, ਜਿਹੜਾ ਬੜਾ ਥਟੂਆ ਫਿਰ ਬਣਾਵਟਾਂ ਕਰਦੇ ਹੋ, ਲੋਕਾਂ ਨੂੰ ਬੜਾ ਜਿਹੜਾ ਇੰਪ੍ਰੈਸ ਕਰਨ ਵਾਸਤੇ ਬੜੀਆਂ ਜਿਹੜੀਆਂ ਖੇਡਾਂ ਖੇਡਦੇ ਹੋ, ਸ਼ਕਤੀਆਂ ਦਿਖਾਉਂਦੇ ਹੋ। ਝੂਠੋ ਖੇਲ ਖੇਲੈ ਬਹੁ ਨਟੂਆ। ਦੇਖੋ ਝੂਠੋ, ਇਹ ਝੂਠਾ ਮਾਇਆ ਦਾ ਖੇਡ ਖੇਡ ਕੇ ਤੁਸੀਂ ਲੋਕਾਂ ਨੂੰ ਭਰਮਾਉਂਦੇ ਹੋ, ਤੇ ਖੇਲ ਆਪ ਵੀ ਖੇਡਦੇ ਹੋ, ਦੂਜਿਆਂ ਨੂੰ ਵੀ ਉਹ ਮਾਇਆ ਦੇ ਜਿਹੜੇ ਹਨ ਸ਼ਕਤੀਆਂ ਦੇ ਵਿੱਚ ਤੁਸੀਂ ਖਿਡਾਉਂਦੇ ਹੋ, ਆਪਣੇ ਜਿਹੜੇ ਹਨ ਪਿੱਛੇ ਲਾਉਂਦੇ ਹੋ, ਚੇਲੇ ਬਣਾਉਂਦੇ ਹੋ। ਬਹੁਤ ਨਟੂਆ ਕਹਿਣ ਲਗੇ, ਇਹ ਨਟੂਆ ਜਿਹੜਾ ਹੈ ਮਦਾਰੀ, ਜਿਵੇਂ ਇੱਕ ਮੈਜੀਸ਼ੀਅਨ ਹੁੰਦੇ ਨੇ, ਉਸ ਤਰ੍ਹਾਂ ਦੇ ਕੰਮ ਤੁਸੀਂ ਕਰਦੇ ਹੋ ਸਾਰੇ। ਅੰਤਰ ਅਗਨ ਚਿੰਤਾ ਬਹੁਤ ਜਾਰੇ। ਦੇਖੋ ਪਰ ਤੁਹਾਡੇ ਅੰਦਰ ਵੀ ਸ਼ਾਂਤੀ ਕੋਈ ਨਹੀਂ, ਅੰਦਰ ਤੁਹਾਡੀ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ, ਈਰਖਾ ਦੀ ਅੱਗ ਕਰਕੇ ਤੁਹਾਨੂੰ ਅੰਦਰੋਂ ਸਾੜ ਰਹੀ ਹੈ, ਚਿੰਤਾ ਬਹੁਤ ਜਾਰੇ, ਤੇ ਫਿਕਰ ਵੀ ਤੁਹਾਨੂੰ ਬਹੁਤ ਜ਼ਿਆਦਾ ਹੈ ਕਿ ਸਾਡੇ ਨਾਲ ਕੋਈ ਵੱਡਾ ਨਾ ਹੋ ਜਾਵੇ, ਸਾਡੇ ਤੋਂ ਵੱਡਾ ਕੋਈ ਸ਼ਕਤੀਸ਼ਾਲੀ ਨਾ ਹੋ ਜਾਵੇ, ਇਸ ਕਰਕੇ ਅੰਦਰੋਂ ਇਹ ਅੱਗ ਸਾੜੀ ਜਾਂਦੀ ਹੈ। ਵਿਣ ਕਰਮਾ ਕੈਸੇ ਉਤਰਸ ਪਾਰੇ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੀ ਕਿਰਪਾ ਤੋਂ ਬਗੈਰ ਇਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਕੀਤਾ ਜਾ ਸਕਦਾ। ਮੁੰਦਰਾ ਫਟਕ ਬਣਾਈ ਕਾਨ। ਦੇਖੋ ਮੁੰਦਰਾ ਪਾਲੀਆਂ, ਕੰਨ ਪੜਾ ਕੇ, ਵਿੱਚ ਈਅਰਿੰਗਸ ਤਾਂ ਤੁਸੀਂ ਪਾਲੀਆਂ ਆਪਣੇ ਆਪ ਨੂੰ ਜੋਗੀ ਅਖਾਉਣ ਵਾਸਤੇ। ਸੁੰਦਰ ਫਟਕ, ਫਟਕ ਜਿਹੜਾ ਹੁੰਦਾ ਹੈ ਉਹ ਜਿਹੜਾ ਹੈ ਗਲਾਸ ਨੂੰ ਫਟਕ ਕਹਿੰਦੇ ਹਾਂ। ਸੁੰਦਰ ਜਿਹੜੀਆਂ ਗਲਾਸ ਵਾਲੀਆਂ ਚਮਕੀਲੀਆਂ ਤੁਸੀਂ ਉਹ ਤਾਂ ਆਪਣੇ ਕੰਨਾਂ ਵਿੱਚ ਪਾਲੀਆਂ। ਬਣਾਈ ਕਾਨ, ਆਪਣੇ ਜਿਹੜੇ ਹਨ ਕੰਨ ਪੜਾ ਕੇ ਵਿੱਚ ਪਵਾ ਕੇ ਤੁਸੀਂ ਜੋਗੀ ਅਖਵਾਲਿਆ ਆਪਣੇ ਆਪ ਨੂੰ। ਮੁਕਤ ਨਹੀਂ ਵਿਦਿਆ ਵਿਗਿਆਨ। ਦੇਖੋ ਪਰ ਤੁਹਾਨੂੰ ਮੁਕਤੀ ਨਹੀਂ ਮਿਲਣੀ ਇਹ ਕੰਨ ਪੜਾ ਕੇ ਤੇ ਮੁੰਦਰਾਂ ਪਾ ਕੇ, ਕਿਉਂਕਿ ਵਿਦਿਆ ਵਿਗਿਆਨ ਕਹਿਣਗੇ, ਵਿਦਿਆ ਉਹ ਵਿਦਿਆ ਜੋ ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਉਹ ਵਿਦਿਆ ਜਿਹਦੇ ਕਰਕੇ ਪਰਮੇਸ਼ਰ ਦਾ ਗਿਆਨ ਹੁੰਦਾ ਹੈ, ਤੇ ਫਿਰ ਵਿਗਿਆਨ ਜਿਹੜਾ ਹੈ ਸ੍ਰਿਸ਼ਟ ਕਰਕੇ ਉਹ ਪਰਮੇਸ਼ਰ ਦਾ ਗਿਆਨ, ਜੋ ਵਿਗਿਆਨ ਦਾ ਮਤਲਬ ਇਹ ਵੀ ਹੈ ਕਿ ਸੰਸਾਰ ਨੂੰ ਹੀ ਪਰਮੇਸ਼ਰ ਦਾ ਸਰੂਪ ਜਾਣ ਕੇ, ਉਸ ਦੇ ਹੀ ਸਰੂਪ ਨੂੰ ਜਾਣ ਕਰਕੇ ਉਸੇ ਹੀ ਸਰੂਪ ਤੋਂ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ। ਇਹ ਤੁਹਾਡੇ ਵਿੱਚ ਉਦੋਂ ਹੀ ਹੋਵੇਗਾ ਜੇ ਕਿਤੇ ਗੁਰੂ ਪ੍ਰਾਪਤ ਹੋਵੇਗਾ। ਜਿਹਵਾ ਇੰਦਰੀ ਸਾਧ ਲੋਭਾਣਾ। ਦੇਖੋ ਇਹ ਜਿਹੜੀ ਜੀਭ ਹੈ ਇਹ ਸਵਾਦ ਵਿੱਚ ਲੁਭਾਏਮਾਨ ਹੋ ਰਹੀ ਹੈ, ਇਹਨੂੰ ਤਰ੍ਹਾਂ ਤਰ੍ਹਾਂ ਦੇ ਸਵਾਦ ਚਾਹੀਦੇ ਹਨ। ਪਸ਼ੂ ਭਏ ਨਹੀਂ ਮਿਟੈ ਨੀਸਾਨਾ। ਦੇਖੋ ਹੁਣ ਇਹ ਜੀਭ ਦਾ ਰਸ ਲੈ ਕੇ ਕਈ ਪਸ਼ੂ ਆਇਓ ਤੁਰੇ ਫਿਰਦੇ ਹਨ। ਪਸ਼ੂ ਜਿਹੜੇ ਹਨ ਜੀਭ ਉਹਨਾਂ ਦੀ ਭਾਵੇਂ ਮੂੰਹ ਤੋਂ ਬਾਹਰ ਹੁੰਦੀ ਹੈ, ਉਹਨਾਂ ਦੀਆਂ ਲਾਲਾਂ ਬਾਹਰ ਨਿਕਲਦੀਆਂ ਰਹਿੰਦੀਆਂ ਹਨ ਸਾਰੀ ਦਿਹਾੜੀ। ਕਹਿੰਦੇ ਪਸ਼ੂ ਭਏ, ਕਹਿਣਗੇ ਫਿਰ ਜੇ ਹਜੇ ਵੀ ਆਪਣੇ ਅੰਦਰੋਂ ਇਹ ਸਵਾਦ ਲੈਣ ਦਾ ਹਜੇ ਵੀ ਚਸਕਾ ਨਹੀਂ ਗਿਆ ਤਾਂ ਕਹਿੰਦੇ ਪਸ਼ੂ ਭਏ, ਫਿਰ ਤਾਂ ਆਪਣੇ ਵਿੱਚ ਤੇ ਪਸ਼ੂਆਂ ਵਿੱਚ ਕੀ ਫਰਕ ਰਿਹਾ। ਕਹਿਣਗੇ ਨਹੀਂ ਮਿਟੇ ਨਿਸ਼ਾਨਾ, ਇਹਦੇ ਵਿੱਚੋਂ ਜਿਹੜਾ ਨਿਸ਼ਾਨਾ ਜਿਹੜਾ ਕਿ ਨਿਸ਼ਾਨੀਆਂ ਹਨ, ਕਹਿੰਦੇ ਉਹ ਪਰਮੇਸ਼ਰ ਨੂੰ ਮਿਲਣ ਦੀਆਂ ਜਿਹੜੀਆਂ ਸੀਗੀਆਂ, ਕਹਿੰਦੇ ਨਹੀਂ ਮਿਟੇ ਨਿਸ਼ਾਨਾ। ਇਹ ਨਿਸ਼ਾਨਾ ਜਿਹੜੀਆਂ ਸੀਗੀਆਂ ਆਪਣੇ ਪਿਛਲੇ ਜਨਮ ਦੀਆਂ ਜਿਹੜੀਆਂ ਕਰਤੂਤਾਂ ਆਪਾਂ ਨਾਲ ਲੈ ਕੇ ਆਏ ਹਾਂ, ਕਹਿੰਦੇ ਇਹ ਉਹਨਾਂ ਦੀਆਂ ਨਿਸ਼ਾਨ ਹਜੇ ਵੀ ਰਹਿ ਜਾਂਦੇ ਨੇ।
ਕਹਿੰਦੇ ਇਸ ਕਰਕੇ ਪਸ਼ੂਆਂ ਦੀ ਤਰ੍ਹਾਂ ਹਜੇ ਵੀ ਆਪਾਂ ਆਪਣਾ ਜੀਵਨ ਬਤੀਤ ਕਰਦੇ ਹਾਂ, ਕਿਉਂਕਿ ਉਹ ਜਿਹੜੀਆਂ ਆਦਤਾਂ ਹਜੇ ਛੱਡੀਆਂ ਕੋਈ ਨਹੀਂ ਹੈਗੀਆਂ। ਭਾਵੇਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪਰਮੇਸ਼ਰ ਸੇ ਆਪਣਾ ਮਨੁੱਖਾ ਜਨਮ ਮਿਲ ਗਿਆ, ਜਿਹੜਾ ਹਨ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਗੱਲ ਸਤਿਗੁਰੂ ਜੀ ਸਮਝਾ ਰਹੇ ਹਨ। ਤ੍ਰਿਬਿਧ ਲੋਗਾ ਤ੍ਰਿਬਿਧ ਜੋਗਾ। ਦੇਖੋ ਤ੍ਰਿਬਿਧ ਲੋਗਾ ਕਹਿੰਦੇ ਤ੍ਰਿਬਿਧ ਤਿੰਨ ਤਰ੍ਹਾਂ, ਤਿੰਨ ਪ੍ਰਕਾਰ ਦੇ ਲੋਕ ਜਿਹੜੇ ਹਨ, ਤਿੰਨ ਪ੍ਰਕਾਰ ਦੇ ਕਿਹੜੇ ਹਨ? ਰਾਜਸੀ, ਤਾਮਸੀ ਤੇ ਸ਼ਾਂਤਕੀ। ਤੇ ਤ੍ਰਿਬਿਧ ਜੋਗਾ, ਜੋਗ ਵੀ ਜਿਹੜੇ ਹਨ ਤਿੰਨ ਤਰ੍ਹਾਂ ਦੇ ਹੀ ਹਨ, ਤੇ ਉਹ ਵੀ ਜਿਹੜੇ ਹਨ ਰਾਜਸੀ, ਤਾਮਸੀ ਤੇ ਸ਼ਾਂਤਕੀ ਹਨ। ਸੋ ਜਿਹੜਾ ਹੈ ਜਿਵੇਂ ਸੁੱਤ, ਬਿੱਤ, ਲੋਕ, ਈਖਣਾ, ਇਹ ਵੀ ਮੰਨੇ ਗਏ ਹਨ। ਸੋ ਚਲੋ ਤ੍ਰਿਬਿਧ ਲੋਗਾ ਕਹਿਣਗੇ ਇਹ ਤ੍ਰਿਬਿਧ ਜਿਹੜਾ ਹਨ ਮਾਤ ਲੋਕ, ਆਕਾਸ਼ ਲੋਕ ਤੇ ਪਤਾਲ ਲੋਕ ਜਿਹੜੇ ਹਨ, ਇਹ ਤ੍ਰਿਬਿਧ ਲੋਗਾ ਹੈ, ਇਹ ਪਰਮੇਸ਼ਰ ਨੇ ਬਣਾਈ ਹੋਈ ਸ੍ਰਿਸ਼ਟੀ ਹੈ। ਕਹਿਣਗੇ ਤ੍ਰਿਬਿਧ ਜੋਗਾ, ਉਸ ਨੂੰ ਮਿਲਣ ਦੇ ਵੀ ਜਿਹੜੇ ਹਨ ਉਹ ਵੀ ਤਿੰਨੇ ਹੀ ਸਾਧਨ ਹਨ ਜੋ ਕਿ ਪਰਮੇਸ਼ਰ ਦੀ ਪ੍ਰਾਪਤੀ ਦੇ। ਸੋ ਕਹਿੰਦੇ ਇਸੇ ਕਰਕੇ ਜਿਵੇਂ ਕਿ ਜਿਹੜੇ ਜੋਗੀ ਲੋਕ ਨੇ ਕਿ ਕਈ ਵਾਰੀ ਰਾਜਸੀ ਯੋਗ ਕਰਦੇ ਹਨ, ਤਾਮਸੀ ਯੋਗ, ਕਈ ਵਾਰੀ ਸ਼ਾਂਤਕੀ ਯੋਗ ਕਰਦੇ ਹਨ। ਸੋ ਇਸ ਪ੍ਰਕਾਰ ਕਰਕੇ ਉਸ ਇੱਕ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਅੱਡ-ਅੱਡ ਸਰੂਪ ਵਿੱਚ ਅੱਡ-ਅੱਡ ਸ਼ਕਤੀ ਨੂੰ ਉਹ ਜਿਹੜੇ ਹਨ ਉਹ ਯੋਗ ਕਰਦੇ ਵੀ ਸਾਨੂੰ ਇਹ ਸ਼ਕਤੀਆਂ ਪ੍ਰਾਪਤ ਹੋਣ। ਸੋ ਪਰਮੇਸ਼ਰ ਵਾਸਤੇ ਤਾਂ ਨਹੀਂ ਨਾ ਭਗਤੀ ਕੀਤੀ, ਸ਼ਬਦ ਵਿਚਾਰੈ ਚੂਕਸ ਸੋਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ ਪਰਮੇਸ਼ਰ ਦੀ, ਜਿਹਦੇ ਕਰਕੇ ਇੱਕ ਪਰਮੇਸ਼ਰ ਦੀ ਹੀ ਜਿਹੜੀ ਹਨ ਭਗਤੀ ਹੁੰਦੀ ਹੋਵੇ, ਜਿਹਦੇ ਵਿੱਚ ਇੱਕ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਤੇ ਸਾਰਾ ਸੋਗ ਦੁੱਖ ਚੁੱਕਿਆ ਜਾਵੇ, ਮਿਟ ਜਾਵੇ। ਉਜਲ ਸਾਚ ਸੋ ਸ਼ਬਦ ਹੋਏ। ਫੇਰ ਹੀ ਉਜਲ ਸਾਚ, ਫੇਰ ਹੀ ਅੰਦਰ ਸਾਚ ਪਰਮਾਤਮਾ ਜਿਹੜਾ ਹੈ ਉਜਲ ਮਤਲਬ ਕਿ ਓਬਵੀਅਸ ਹੋ ਜਾਂਦਾ ਹੈ। ਪਰਮਾਤਮਾ ਦੀ ਐਗਜ਼ਿਸਟੈਂਸ ਜਿਹੜੀ ਹੈ ਉਹ ਓਬਵੀਅਸ ਹੋ ਜਾਂਦੀ ਹੈ, ਉਹ ਜਿਹੜੀ ਹਨ ਉਜਲ ਸਾਫ਼ ਦਿਸਣ ਲੱਗ ਪੈਂਦੀ ਹੈ, ਜਿਸ ਕਰਕੇ ਸੋ ਸ਼ਬਦ ਹੋਏ। ਉਹੀ ਪਰਮੇਸ਼ਰ ਸ਼ਬਦ ਰੂਪ ਹੋ ਕੇ ਫਿਰ ਹਿਰਦੇ ਵਿੱਚ ਵਸਦੇ ਹਨ। ਜੋਗੀ ਜੁਗਤ ਵਿਚਾਰੇ ਸੋਏ। ਦੇਖੋ ਜੋਗੀ ਉਹੀ ਹੈ ਜੋ ਜੁਗਤ ਦੀ ਵਿਚਾਰ ਕਰਦਾ ਹੈ, ਜੋ ਜੋਗੀ ਉਹੀ ਹੈ ਜੋਗੀ ਜੁਗਤ। ਜੋਗ ਦੀ ਸਭ ਤੋਂ ਪਹਿਲਾਂ ਜੁਗਤੀ ਇਹੀ ਹੈ ਕਿ ਪਰਮੇਸ਼ਰ ਦੇ ਪ੍ਰਾਪਤੀ ਦੀ ਵਿਚਾਰ ਕਰਨੀ। ਉਹੀ ਜਿਹੜੀ ਵਿਚਾਰ ਕਿਹਦੀ ਕਰਨੀ? ਸੋ ਸ਼ਬਦ ਹੋਏ, ਜਿਹੜਾ ਪਰਮੇਸ਼ਰ ਸ਼ਬਦ ਰੂਪ ਹੈ, ਗੁਰੂ ਬਾਣੀ ਹੈ, ਜੋ ਗੁਰੂ ਦੇ ਬਚਨ ਹਨ, ਉਹਨਾਂ ਤੇ ਵਿਚਾਰ ਕਰਨੀ ਹੀ ਜੋਗ ਦੀ ਜੁਗਤੀ ਹੈ, ਜਾਂ ਮਿਲਾਪ ਦੀ ਜੁਗਤੀ। ਮਿਲਾਪ ਪਰਮਾਤਮਾ ਦੇ ਮਿਲਣ ਦੀ ਜਿਹੜਾ ਹਨ ਮੈਥਡ ਹੈ। ਤੁਝ ਪਹਿ ਨੌ ਨਿਧ ਤੂੰ ਕਰਨਾ ਜੋਗ। ਦੇਖੋ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਸਨਮੁਖ ਅਰਦਾਸ ਕਰਦੇ ਹਨ, ਸਤਿਗੁਰੂ ਜੀ ਬੇਨਤੀ ਕਰਦੇ ਹਨ, ਉਹ ਪਰਮੇਸ਼ਰ ਅੱਗੇ ਸਿਖਾਉਂਦੇ ਹਨ ਆਪਾਂ ਨੂੰ ਵੀ ਕਿਵੇਂ ਬੇਨਤੀ ਕਰੀਏ। ਤੁਝ ਪਹਿ ਨੌ ਨਿਧ, ਹੇ ਪਰਮੇਸ਼ਰ ਤੁਸੀਂ ਨੌ ਨਿਧਾਂ ਦੇ ਮਾਲਕ ਹੋ, ਤੁਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ। ਸਤਿਗੁਰੂ ਜੀ ਤੂੰ ਕਰਨੇ ਜੋਗ, ਹੇ ਪਰਮੇਸ਼ਰ ਤੁਸੀਂ ਸਭ ਕੁਝ ਕਰਨੇ ਵਾਲੇ ਹੋ, ਕਰਨ ਜੋਗੇ ਵੀ ਹੋ। ਥਾਪ ਉਥਾਪੇ ਕਰੇ ਸੋ ਹੋ। ਮਹਾਰਾਜ ਤੁਸੀਂ ਬਣਾਉਂਦੇ ਹੋ, ਤੁਸੀਂ ਹੀ ਸਥਾਪਨਾ ਕਰਦੇ ਹੋ, ਤੁਸੀਂ ਹੀ ਜਿਹੜੇ ਹਨ ਪਾਲਣਾ ਕਰਦੇ ਹੋ, ਤੇ ਤੁਸੀਂ ਹੀ ਇਸ ਨੂੰ ਖਤਮ ਕਰਨ ਵਾਲੇ ਹੋ। ਪਾਤਸ਼ਾਹ ਜੀਓ ਕਰੇ ਸੋ ਹੋਗ, ਤੁਹਾਡਾ ਕੀਤਾ ਹੀ ਹੁੰਦਾ ਹੈ, ਹੋਰ ਕੋਈ ਕੁਝ ਨਹੀਂ ਕਰ ਸਕਦਾ। ਜੋ ਕੁਝ ਹੁੰਦਾ ਹੈ ਪਰਮਾਤਮਾ ਤੁਹਾਡੇ ਹੀ ਕੀਤਾ ਹੋਇਆ ਹੈ। ਜਤ ਸਤ ਸੰਜਮ ਸੱਚ ਸੋ ਚੀਤ। ਇਸ ਕਰਕੇ ਜਤ ਜਿਹੜਾ ਹਨ ਜਤੀ ਹੋਣਾ, ਸਤੀ ਹੋਣਾ, ਸਤ ਨਾਲ ਸੰਜਮੀ ਹੋਣਾ, ਕੰਟੈਂਟਡ ਹੋਣਾ, ਸੱਚ ਸੋ ਚੀਤ, ਜਿਨ੍ਹਾਂ ਦਾ ਚਿੱਤ ਪਰਮੇਸ਼ਰ ਵਿੱਚ ਜੁੜਿਆ ਹੋਵੇ। ਕਹਿੰਦੇ ਜਿਹਦਾ ਚਿੱਤ ਪਰਮੇਸ਼ਰ ਨਾਲ ਜੁੜਿਆ ਹੋਵੇ ਉਹੀ ਹੀ ਜਤੀ ਹੈ, ਉਹੀ ਹੀ ਸਤੀ ਹੈ, ਉਹੀ ਸੰਤੋਖੀ ਹੈ। ਨਾਨਕ ਜੋਗੀ ਤ੍ਰਿਭਵਨ ਮੀਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਾ ਅਨਕ ਜਿਹੜਾ ਹੈ ਅਨੇਕਤਾ ਤੋਂ ਰਹਿਤ ਸਰੂਪ ਪਰਮੇਸ਼ਰ, ਕਹਿੰਦੇ ਜੋਗੀ ਤ੍ਰਿਭਵਨ ਮੀਤ, ਉਹੀ ਜੋਗੀ ਤਿੰਨਾਂ ਭਵਨਾਂ ਦੇ ਵਿੱਚ ਉਹੀ ਇੱਕ ਮੀਤ ਮਿੱਤਰ ਰੂਪ ਹੋ ਕੇ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਦੇਖਣ ਵਾਲਾ ਬਣਦਾ ਹੈ, ਤੇ ਪਰਮਾਤਮਾ ਤੁਹਾਡੇ ਵਿੱਚ ਮਿਲਾਪ ਕਰਦਾ ਹੈ। ਹੇ ਸਤਿਗੁਰੂ, ਹੇ ਪਰਮੇਸ਼ਰ, ਐਸੀ ਕਿਰਪਾ ਕਰੋ ਕਿ
ਤੁਹਾਡਾ ਹੀ ਸਰੂਪ ਦੇਖਣ ਦੀ ਸ਼ਕਤੀ ਪ੍ਰਾਪਤ ਹੋਵੇ, ਜਿਹਦੇ ਕਰਕੇ ਤੁਹਾਡੇ 'ਚ ਹੀ ਮੇਲ ਹੋਵੇ। ਇਹ ਅਰਦਾਸ ਸਤਿਗੁਰਾਂ ਨੇ ਇਸ ਸ਼ਬਦ ਦੀ ਸਮਾਪਤੀ ਵਿੱਚ ਕੀਤੀ ਹੈ। ਚੌਪੇ ਦੰਬ ਧਾਰ ਕਰ ਜਗ ਦਿਖਰਾਵੋ। ਹੁਣ ਇੱਥੇ ਕਵੀ ਸੰਤੋਖ ਸਿੰਘ ਜੀ ਜਿਹੜਾ ਹਨ ਸੰਖੇਪ ਰੂਪ ਦੇ ਵਿੱਚ ਇਸ ਸ਼ਬਦ ਦੇ ਭਾਵ ਨੂੰ ਦੱਸਦੇ ਹਨ। ਕਹਿੰਦੇ ਦੰਭ ਧਾਰ, ਇਹ ਪਖੰਡ ਨੂੰ ਧਾਰਨ ਕਰਕੇ ਜਗ ਨੂੰ ਦਿਖਾਉਂਦੇ ਹੋ ਤੁਸੀਂ। ਲੋਕਨ ਮਹਿ ਨਿਜ ਮਾਨ ਵਧਾਵੋ। ਦੇਖੋ ਪਖੰਡ ਦੁਨੀਆ ਨੂੰ ਦਿਖਾ ਕਰਕੇ ਲੋਕਾਂ ਦੇ ਵਿੱਚ ਆਪਣਾ ਮਾਣ ਵਧਾਉਂਦੇ ਹੋ, ਵਡਿਆਈ ਵਧਾਉਣ ਵਾਸਤੇ। ਵੇਖ ਕੂਰ ਨਹਿ ਹਿਰਦੈ ਕਮਾਵੋ। ਦੇਖੋ ਵੇਖ ਕੂਰ, ਝੂਠਾ ਭੇਖ, ਜੋ ਭੇਖ ਉੱਤੋਂ ਕਾਸਟਿਊਮ ਚੰਗੇ ਕੱਪੜੇ ਪਾ ਕੇ ਲੋਕਾਂ ਨੂੰ ਠੱਗਣ ਵਾਸਤੇ ਨੇ ਹਿਰਦੈ ਕਮਾਵੋ। ਉਪਦੇਸ਼ ਤਾਂ ਦੂਜਿਆਂ ਨੂੰ ਬੜਾ ਸੋਹਣਾ ਦਿੰਦੇ ਹੋ, ਪਰ ਆਪਣੀ ਕਿਤੇ ਕਮਾਉਂਦੇ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਸਤਿਗੁਰਾਂ ਦਾ ਬਚਨ ਹੈ। ਨਹੀਂ ਹਿਰਦੈ ਕਮਾਵੋ, ਉਹ ਬਚਨ ਨੂੰ ਆਪ ਨਹੀਂ ਕਮਾਇਆ, ਬਸ ਦੂਜਿਆਂ ਨੂੰ ਉਪਦੇਸ਼ ਦੇਣ ਵਾਸਤੇ ਹੀ ਰੱਖਿਆ ਹੈ। ਨਾਮ ਜਪੇ ਬਿਨ ਕਿਉ ਸੱਚ ਪਾਵੋ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਉਸ ਸ਼ਬਦ ਦੇ ਵਿੱਚ ਇਹ ਹੈ ਕਿ ਨਾਮ ਜਪਣ ਤੋਂ ਬਗੈਰ ਕਿਤੇ ਵੀ ਸੱਚ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜਗਤ ਅਸਤ ਲਖਤ ਹੈ ਜੋ ਇਸ ਜਗਤ ਨੂੰ ਅਸਤ ਝੂਠਾ ਕਰਕੇ ਮੰਨਦਾ ਹੈ, ਪਰਮੇਸ਼ਰ ਨੂੰ ਸੱਚ ਸਰੂਪ ਕਰਕੇ ਮੰਨਦਾ ਹੈ। ਮਾਨ ਹੇਤ ਦੰਭ ਕਰੈ ਨਾ ਸੋ। ਫਿਰ ਉਹ ਮਾਣ ਵਾਸਤੇ, ਵਡਿਆਈ ਵਾਸਤੇ ਕਿਤੇ ਵੀ ਜਿਹੜਾ ਹਨ ਪਖੰਡ, ਹਿਪੋਕ੍ਰੇਸੀ ਨਹੀਂ ਕਰਦਾ। ਇੱਕ ਮਨ ਹੋਇ ਜੋ ਨਾਮ ਜਪਾਹੀ। ਜਦੋਂ ਇੱਕ ਮਨ ਹੋ ਕੇ, ਜੋ ਵੀ ਕੋਈ ਇੱਕ ਮਨ ਹੋ ਕੇ ਇਕਾਗਰਤਾ ਮਨ ਦੇ ਨਾਲ ਜਿਹੜੀ ਹੈ ਕਰਕੇ ਉਸ ਪਰਮੇਸ਼ਰ ਨੂੰ ਜਪਦਾ ਹੈ, ਨਾਮ ਨੂੰ। ਮਿਲ ਹੈ ਸੋ ਨਾਮੀ ਕੇ ਮਾਹੀ। ਉਹ ਫਿਰ ਨਾਮੀ ਜਿਹਦਾ ਨਾਮ ਹੈ, ਉਹ ਨਾਮੀ ਦੇ ਵਿੱਚ ਪਰਮੇਸ਼ਰ ਵਿੱਚ ਮਿਲ ਜਾਂਦਾ ਹੈ। ਸੁਨਤ ਸ਼ਬਦ ਸਿੱਧ ਸਰਬ ਲੱਜਾਏ। ਇਹ ਸ਼ਬਦ ਨੂੰ ਸੁਣ ਕਰਕੇ ਸਾਰੇ ਸਿੱਧ ਸ਼ਰਮਸਾਰ ਹੋ ਗਏ। ਤੁਸਨ ਭੈ ਨਾ ਉੱਤਰ ਆਏ। ਦੇਖੋ ਇਹ ਨਿਰਾ ਜਿਹੜਾ ਹੈ ਸੱਚ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੋਂ ਉਹਨਾਂ ਨੂੰ ਜਿਹੜੀ ਇੰਨੀ ਸ਼ਰਮ ਆਈ ਕਿ ਚੁੱਪ ਕਰ ਗਏ, ਬੋਲਣ ਜੋਗੀ ਨਾ ਛੱਡੇ। ਕਰੇ ਆਦੇਸ਼ ਆਦੇਸ਼ ਬਹੋਰੀ। ਉਹ ਬਸ ਕੁਝ ਨਾ ਕਰ ਸਕੇ, ਉੱਠ ਖੜੇ ਜੀ। ਉੱਠਦਿਆਂ ਹੋਇਆਂ ਸਤਿਗੁਰਾਂ ਨੂੰ ਆਦੇਸ਼ ਕੀਤਾ। ਕਹੇ ਸਿੱਧ ਸਭ ਔਰੇ ਠੌਰੀ। ਤੇ ਉਹ ਜਿਹੜਾ ਹਨ ਸਿੱਧ ਉੱਥੋਂ ਇਨਵਿਜ਼ੀਬਲ ਹੋ ਗਏ, ਉੱਥੋਂ ਜਿਹੜੇ ਹਨ ਉਹ ਹੋਰ ਕਿਤੇ ਚਲੇ ਗਏ। ਗੋਰਖ ਮਤਾ ਨਾਮ ਇੱਕ ਥਾਨਾ। ਹੁਣ ਉੱਥੇ ਗਏ ਸਨ ਜੋਗੀ ਜਿਹਦੇ ਥਾਂ ਦਾ ਨਾਂ ਗੋਰਖ ਮਤਾ ਸੀ, ਜੋ ਗੋਰਖਨਾਥ ਦੇ ਨਾਮ ਤੇ ਰੱਖਿਆ ਹੋਇਆ ਸੀ। ਤਹਾਂ ਜਾਏ ਕੇ ਆਸਨ ਠਾਨਾ। ਉਹਨਾਂ ਨੇ ਉੱਥੇ ਜਾ ਕੇ ਆਪਣਾ ਆਸਨ ਲਾ ਲਿਆ ਜੀ। ਸਾਰੇ ਜੋਗੀਆਂ ਨੇ ਜਾ ਕੇ ਇਕੱਠੇ ਹੋ ਕੇ ਕਿਨਹੂ ਤਰਮ੍ਰਿਗ ਛਾਲ ਡਸਾਈ। ਕਈ ਉਹਨਾਂ ਵਿੱਚੋਂ ਜੋਗੀਆਂ ਨੇ ਮਿਰਗਸ਼ਾਲਾ, ਜਿਹੜੀਆਂ ਹਨ ਮਿਰਗ ਦੀ ਜਾਂ ਡੀਅਰ ਦੀ ਜਿਹੜੀ ਸਕਿਨ ਹੁੰਦੀ ਹੈ, ਲੈਦਰ ਜਿਹਨੂੰ ਕਹਿ ਦਈਏ, ਉਹ ਵਿਛਾ ਕੇ ਉੱਤੇ ਬੈਠ ਗਏ। ਕਿਨ ਬੈਰਾਗਨ ਭੁਜਾ ਉਠਾਈ। ਕਈਆਂ ਨੇ ਆਪਣੇ ਹੱਥ ਬੈਰਾਗਣ ਤੇ ਰੱਖ ਦਿੱਤੇ। ਲੱਕੜ ਜਿਹੜੀ ਹਨ ਸਪੋਰਟ ਹੁੰਦੀ ਆ ਹੱਥ ਦੀ, ਬਾਹ ਦੀ, ਉਹਨਾਂ ਨੇ ਬਾਹ ਦੇ ਥੱਲੇ ਰੱਖ ਲੀਆਂ ਬੈਰਾਗਣਾ। ਭਸਮ ਸੰਗ ਅੰਗੈ ਸਿਤਰੰਗਾ। ਕਈਆਂ ਨੇ ਆਪਣਾ ਅੰਗ ਜਿਹੜੇ ਆਪਣੇ ਸਰੀਰ ਨੂੰ ਭਸਮ ਐਸ਼ਸ ਮੰਨ ਲਈਆਂ। ਤੂਸਨ ਬੈਠੇ ਮਾਨ ਉਤੰਗਾ। ਉਹ ਚੁੱਪ ਤਾਂ ਬੈਠੇ ਹਨ ਜੋਗੀ, ਜਿਵੇਂ ਕਿਤੇ ਸਮਾਧੀ ਵਿੱਚ ਬੈਠੇ ਹੁੰਦੇ ਹਨ। ਆਪਾਂ ਕਹਿੰਦੇ ਮਾਨ ਉਤੰਗਾ, ਜੋ ਭਾਰੀ ਹੰਕਾਰ ਨੂੰ ਲੈ ਕੇ ਬੈਠੇ ਹਨ। ਬਹੁਤ ਹੰਕਾਰ ਹੈ ਜੀ ਉਹਨਾਂ ਵਿੱਚ। ਤਿਨ ਪਾਛੈ ਕੇਤਕ ਚਿਰ ਕਾਲਾ। ਉਹਨਾਂ ਦੇ ਗਿਆਨ ਤੋਂ ਬਾਅਦ ਕੁਝ ਕੁ ਸਮੇਂ ਬਾਅਦ ਕਹਾ ਪਹੁੰਚੇ ਜਾਏ ਕਿਰਪਾਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਤੇ ਭਾਈ ਬਾਲਾ ਵੀ ਉੱਥੇ ਹੀ ਪਹੁੰਚ ਗਏ। ਸਭ ਕੋ ਕੀਨ ਆਦੇਸ਼ ਆਦੇਸਾ। ਮਹਾਰਾਜ ਗੋਰਖ ਮਤਾ ਪਹੁੰਚ ਕਰਕੇ ਸਾਰੇ ਜੋਗੀਆਂ ਨੂੰ ਆਦੇਸ਼ ਕਿਹਾ। ਬੈਠਿਓ ਚਹਿਤ ਬਹੁਰ ਜਗਤੇਸਾ। ਮਹਾਰਾਜ ਜੀ ਉੱਥੇ ਬੈਠਣਾ ਚਾਹੁੰਦੇ ਸਨ। ਜਗਤ ਦੇ ਏਸ਼, ਜਗਤ ਦੇ ਸਵਾਮੀ ਸਤਿਗੁਰੂ ਗੁਰੂ ਨਾਨਕ ਜੀ। ਸੁਕੋ ਬਿਰਖ ਹੁਤੋ ਤਹ ਏਕੂ। ਇੱਕ ਦਰਖਤ ਉੱਥੇ ਖੜਾ ਸੀ ਜੋ ਸੁੱਕਿਆ ਹੋਇਆ ਸੀ, ਜਿਹਦੇ ਪੱਤੇ ਕੋਈ ਨਹੀਂ ਸੀ, ਟਾਣੇ ਵੀ ਸੁੱਕੇ ਪਏ ਸਨ। ਜਿਹੜਾ ਡਰਾਈਡ ਸੀਗਾ ਪੂਰਾ ਹੀ ਸੁੱਕਿਆ ਹੋਇਆ, ਮਤਲਬ ਕਿ ਜਿਵੇਂ ਦਰਖਤ ਜਦੋਂ ਮਰ ਜਾਂਦਾ ਹੈ ਨਾ, ਜਿਹਦੇ ਵਿੱਚ ਜਾਨ ਨਹੀਂ ਰਹਿੰਦੀ, ਉਹ ਸੁੱਕ ਜਾਂਦਾ ਹੈ। ਇਹ ਵੀ ਦਰਖਤ ਸੁੱਕਿਆ ਪਿਆ ਉੱਥੇ ਇੱਕ ਖੜਾ ਸੀ। ਤੇ ਤਰ ਬੈਠੇ ਜਲਦ ਵਿਵੇਕੂ। ਸਤਿਗੁਰੂ ਜੀ ਉਹ ਦਰਖਤ ਦੇ ਥੱਲੇ ਜਾ ਬੈਠੇ। ਸੋ ਚੱਲ ਦਲ ਕੋ ਤਰ ਤਤਕਾਲਾ। ਦੇਖੋ ਕੀ ਹੋਇਆ, ਉਹ ਪਿੱਪਲ ਦਾ ਦਰਖਤ ਸੀਗਾ, ਜਿੱਥੇ ਜਾ ਕਰਕੇ ਸਤਿਗੁਰਾਂ ਨੇ ਆਪਣਾ ਆਸਣ ਲਾਉਣਾ ਕੀਤਾ। ਹਰਿਓ ਹੋਤ ਭਾ ਪੱਤਰ ਵਿਸਾਲਾ। ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੀ ਦੇਰ ਸੀ ਉਹ ਦਰਖਤ ਦੇ ਥੱਲੇ, ਕਿ ਉਹ ਸੁੱਕਿਆ ਹੋਇਆ, ਮਰਿਆ ਹੋਇਆ ਜਿਹੜਾ ਦਰਖਤ ਸੀਗਾ ਹਰਿਆ ਭਰਿਆ ਹੋ ਗਿਆ। ਉਸੇ ਵੇਲੇ ਉਸਦੇ ਟਾਣੇ ਵੀ ਹਰੇ ਭਰੇ, ਉਹਦੇ ਜਿਹੜਾ ਪੱਤੇ ਜਿਹੜੇ ਹਨ ਉਸੇ ਵੇਲੇ ਆ ਗਏ ਤੇ ਹਰੇ ਭਰੇ ਉਹ ਪੱਤੇ ਹੋ ਗਏ।
ਸਾਰੇ ਟਾਹਣੇ ਵੀ ਐਨ ਹਰੇ ਭਰੇ ਹੋ ਗਏ ਜੀ, ਪੂਰਾ ਜਾਨ ਆ ਗਈ ਉਹ ਦਰਖਤ ਦੇ ਵਿੱਚ। ਅਬ ਲੋਕਤ ਬਿਸਮੇ ਸਿੱਧ ਮਾਨੀ। ਸਿੱਧ ਜਿਹੜੇ ਹੰਕਾਰੀ ਸਿੱਧ ਬੈਠੇ ਸਨ ਉਹ ਦੇਖ ਕਰਕੇ ਬੜੇ ਹੈਰਾਨ ਹੋਏ। ਕਰ ਹੈ ਅਸੂਇਆ ਬੋਲੇ ਬਾਨੀ। ਉਸ ਵੇਲੇ ਈਰਖਾ ਕਰਕੇ ਸਤਿਗੁਰਾਂ ਨੂੰ ਇਹ ਕਿਹਾ ਉਹ ਸਿੱਧਾਂ ਨੇ, ਸਿੱਖਿਆ ਲੈ ਤੂੰ ਭਾ ਸਿੱਖ ਕਹਿ ਕੋ। ਕਹਿਣ ਲੱਗੇ ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਹੁਣ ਹੋਰ ਇੱਕ ਵਾਰੀ ਚੈਲੰਜ ਕਰਦੇ ਨੇ, ਕਹਿੰਦੇ ਤੂੰ ਕਿਹਦੀ ਸਿੱਖਿਆ ਲੈ ਕੇ ਸਿੱਖ ਬਣਿਆ, ਤੇਰਾ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਜੀ ਨੂੰ ਇਹ ਉਹਨਾਂ ਨੇ ਸਵਾਲ ਕੀਤਾ, ਜਿਹਦੀ ਸਿੱਖਿਆ ਲੈ ਕੇ ਤੂੰ ਵੱਡਾ ਜਿਹੜਾ ਗੁਰੂ ਬਣਿਆ ਫਿਰਦਾ ਹਾਂ, ਕਹਿੰਦੇ ਤੇਰਾ ਗੁਰੂ ਕੌਣ ਸੀਗਾ ਜਿਹਦੀ ਸਿੱਖਿਆ ਤੂੰ ਲਈ ਹੈ? ਹਮਕੋ ਨਾਮ ਬਤਾਵੋ ਤੇ। ਹਾਂ, ਜੋਗੀ ਕਹਿੰਦੇ ਤੇਰੇ ਗੁਰੂ ਦਾ ਨਾਮ ਸਾਨੂੰ ਦੱਸੋ ਜਿੱਥੇ ਤੂੰ ਸਿੱਖਿਆ ਲਈ ਹੈ, ਉਪਦੇਸ਼ ਲਿਆ ਹੈ। ਕਿਸ ਦੁੱਖ ਤੇ ਉਰ ਭਇਓ ਉਦਾਸਾ। ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਮਖੌਲ ਕਰਦੇ ਹਨ, ਦੇਖੋ ਕਿੰਨਾ ਛੋਟਾ ਦਿਖਾਉਣ ਵਾਸਤੇ ਕਹਿੰਦੇ ਹਨ, ਕਿਹੜੇ ਦੁੱਖ ਕਰਕੇ ਤੂੰ ਉਦਾਸ ਹੋਇਆ ਹਾਂ, ਕਿਹੜੇ ਦੁੱਖ ਕਰਕੇ ਤੂੰ ਘਰ ਛੱਡਿਆ ਹੈ? ਕਿਉਂਕਿ ਯੋਗੀ ਲੋਕ ਉਹੀ ਬਣਦੇ ਸਨ, ਕਈ ਘਰ ਵਾਲੀਆਂ ਨਾਲ ਲੜ ਕੇ ਨਿਕਲ ਜਾਂਦੇ ਸਨ, ਕਈ ਆਪਣੇ ਧੀ ਪੁੱਤਰਾਂ ਤੋਂ ਦੁਖੀ ਹੋ ਕੇ, ਰਿਸ਼ਤੇਦਾਰਾਂ ਤੋਂ ਦੁਖੀ ਹੋ ਕੇ ਘਰ ਤੋਂ ਨਿਕਲ ਜਾਂਦੇ ਸਨ ਤੇ ਕੰਨ ਪੜਾ ਕੇ ਜੋਗੀ ਬਣ ਜਾਂਦੇ ਸਨ। ਉਹਨਾਂ ਦਾ ਕਾਰਨ ਉਹ ਹੋਇਆ ਕਰਦਾ ਸੀ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਉਹੀ ਸਵਾਲ ਕੀਤਾ ਜਿਹੇ ਉਹ ਆਪ ਸਨ। ਕਹਿੰਦੇ ਕਿਹੜੇ ਦੁੱਖ ਕਰਕੇ ਤੂੰ ਘਰ ਛੱਡਿਆ ਹੈ? ਜਿਹੇ ਡਰ ਕਰ ਨਹਿ ਜਾਹੇ ਅਵਾਸਾ। ਹਾਂ, ਹੁਣ ਤੂੰ ਕਿਹੜੇ ਡਰ ਕਰਕੇ ਵਾਪਸ ਘਰ ਨੂੰ ਨਹੀਂ ਜਾਂਦਾ? ਇੱਥੇ ਤੂੰ ਤੁਰਿਆ ਫਿਰਦਾ ਹਾਂ, ਤੂੰ ਘਰ ਨੂੰ ਕਿਉਂ ਨਹੀਂ ਜਾਂਦਾ? ਤੈਨੂੰ ਕੀ ਡਰ ਪਿਆ ਹੋਇਆ ਘਰ ਦੇ ਵਿੱਚ? ਕਿਹੜਾ ਦੁੱਖ ਹੈ ਤੇਰਾ ਘਰ ਵਿੱਚ? ਵਿਚਰਤ ਰਹਿ ਨਹੀਂ ਨਿਤ ਜਾਈ। ਹਾਂ, ਤੂੰ ਵਿਚਰਦਾ ਹੀ ਰਹਿਣਾ ਹਾਂ, ਜਦੋਂ ਦੇਖੀਏ ਤੂੰ ਕਿੱਧਰੇ ਤੂੰ ਫਿਰਦਾ ਹੀ ਰਹਿਣਾ ਹਾਂ, ਤੂੰ ਘਰ ਨੂੰ ਕਿਉਂ ਨਹੀਂ ਜਾਂਦਾ? ਸਥਿਤ ਤਾਏ ਨਾ ਪਾਵਹਿ ਕਾਈ। ਹਾਂ, ਕਹਿਣ ਲੱਗੇ ਕਿਸ ਕਰਕੇ, ਕੀ ਕਾਰਨ ਹੈ ਜਿੱਥੇ ਤੂੰ ਟਿਕਿਆ ਨਹੀਂ ਜਾਂਦਾ? ਤੂੰ ਇੱਕ ਥਾਂ ਤੇ ਟਿਕ ਕੇ ਨਹੀਂ ਬਹਿ ਸਕਦਾ। ਤੋ ਮੈਂ ਜੋਰ ਸਖਤ ਕਹੋ ਕੀਤਾ। ਹਾਂ, ਕਹਿ ਤੋ ਮੈਂ। ਫੇਰ ਅਗਲਾ ਸਵਾਲ ਉਹਨਾਂ ਨੇ ਇਹ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਦੱਸ, ਤੇਰੇ ਵਿੱਚ ਕਿੰਨੀ ਕੁ ਸ਼ਕਤੀ ਹੈ, ਕਿੰਨੀ ਕੁ ਤੇਰੇ ਕੋਲ ਕਰਾਮਾਤ ਹੈ? ਸੁਨ ਬੋਲੇ ਬੇਦੀ ਕੁਲ ਕੇਤਾ। ਬੇਦੀ ਕੁਲ ਦੇ ਦੀਪ ਜਾਂ ਸ਼ਿੰਗਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਣ ਕੇ ਬੋਲੇ, ਦੋਹਰਾ ਮਨ ਬਚ ਕਰਮ ਸਿੱਖ ਸਾਚ ਕੋ, ਜਿਸ ਤੇ ਵੱਡਾ ਨਾ ਕੋਏ। ਮਹਾਰਾਜ ਨੇ ਹੁਣ ਦੱਸਿਆ ਮੇਰਾ ਗੁਰੂ ਕੌਣ ਹੈ। ਕਹਿੰਦੇ ਮੈਂ ਗੁਰੂ ਉਹਨੂੰ ਧਾਰਨ ਕੀਤਾ ਹੈ ਜੋ ਉਹ ਪਰਮੇਸ਼ਰ, ਸੱਚ ਸਰੂਪ ਪਰਮੇਸ਼ਰ ਹੈ, ਜਿਹਦਾ ਮੈਂ ਸਿੱਖ ਹਾਂ ਮਨ ਬਚਨਾ ਕਰਕੇ ਤੇ ਕਰਮਾਂ ਕਰਕੇ। ਮੈਂ ਆਪਣੇ ਕੰਮਾਂ ਕਰਕੇ ਵੀ ਉਸ ਦਾ ਸਿੱਖ ਹਾਂ, ਮੈਂ ਆਪਣੇ ਬਚਨਾਂ ਕਰਕੇ ਵੀ ਉਹਦਾ ਸਿੱਖ ਹਾਂ, ਮੈਂ ਆਪਣੇ ਮਨ ਕਰਕੇ ਵੀ ਉਹਦਾ ਸਿੱਖ ਹਾਂ। ਉਹ ਸੱਚ ਸਰੂਪ ਪਰਮੇਸ਼ਰ ਦਾ, ਜਿਹੜਾ ਕਿ ਸਭ ਤੋਂ ਵੱਡਾ ਹੈ, ਜਿਸ ਤੋਂ ਵੱਡਾ ਕੋਈ ਨਹੀਂ ਹੈਗਾ। ਸਤਿ ਸ਼ਬਦ ਕੋ ਵੇਖ ਲੈ ਬੰਧਨ ਭਵ ਕੇ ਖੋਏ। ਤੇ ਮੇਰਾ ਭੇਖ, ਮੇਰਾ ਜਿਹੜਾ ਹੈ ਕਾਸਟਿਊਮ ਜਿਹੜਾ ਹੈ ਜਾਂ ਯੂਨੀਫਾਰਮ ਕਹਿ ਲਈਏ, ਉਹ ਕੀ ਆ? ਸੱਤ। ਉਹ ਪਰਮੇਸ਼ਰ ਦਾ ਹੀ ਮੇਰਾ ਉਹ ਸ਼ਬਦ ਸਰੂਪ, ਜੋ ਸੱਤ ਸਰੂਪ ਪਰਮੇਸ਼ਰ ਹੈ, ਸ਼ਬਦ ਦਾ ਹੀ ਮੇਰਾ ਕਾਸਟਿਊਮ ਹੈ। ਬੰਧਨ ਭਾਵ ਕੇ ਖੋਏ, ਕਹਿਣਗੇ ਜਿਸ ਕਰਕੇ ਮੈਂ ਆਪਣੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਲਏ ਹਨ, ਮੇਰਾ ਕੋਈ ਨਹੀਂ ਦੁੱਖ ਰਹਿ ਗਿਆ ਹੁਣ। ਚੌਪੇ ਹਾਂ ਗਰੀਬ ਨਹਿ ਸਕਤੀ ਮੋਹ ਮਹਿ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਗਰੀਬ ਹਾਂ, ਮੇਰੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੈ। ਵਿਚਰ ਬਿਲੋਕੋ ਜਗ ਕੋ ਜਹਤ ਹੈ। ਮੈਂ ਇੱਥੇ ਤੁਰਿਆ ਫਿਰਦਾ ਹਾਂ ਸੰਸਾਰ ਦੇ ਵਿੱਚ, ਵਿਚਰਦਾ ਹੋਇਆ ਇਹ ਸੰਸਾਰ ਨੂੰ ਮੈਂ ਦੇਖਦਾ ਫਿਰਦਾ ਹਾਂ, ਇਹ ਜਗਤ ਦੀ ਮੈਂ ਇਸ ਨੂੰ ਮੈਂ ਟਰੈਵਲ ਕਰਕੇ ਸਾਈਟ ਸੀਇੰਗ ਕਰਦਾ ਹਾਂ। ਗਰਭ ਬੈਨ ਸਕਤੀ ਬਲ ਗਮ ਕੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੰਕਾਰ ਦੇ ਜਿਹੜੀਆਂ ਗੱਲਾਂ ਕਰਨੀਆਂ ਨੇ, ਸ਼ਕਤੀਆਂ ਜਿਹੜੀਆਂ ਨੇ, ਬਲ ਗਮ ਕੋ, ਕਹਿਣ ਲੱਗੇ ਜੋ ਆਪਣੇ ਬਲ ਦੇ ਤਾਕਤ ਦੇ ਨਾਲ ਆਪਣੀ ਕੈਪੇਬਿਲਿਟੀ ਨੂੰ ਡੈਮੋਨਸਟ੍ਰੇਟ ਕਰਨ ਦਾ। ਸ੍ਰੀ ਪਰਮੇਸ਼ਵਰ ਬਖਸ਼ਿਸ਼ ਤੁਮਕੋ। ਹੇ ਸਿੱਧੋ, ਉਹ ਪਰਮੇਸ਼ਰ ਤੁਹਾਨੂੰ ਹੀ ਬਖਸ਼ੇ, ਮੈਨੂੰ ਨਹੀਂ ਚਾਹੀਦੀ। ਮਹਾਰਾਜ ਨੇ ਇਹ ਕਿਹਾ ਕਿ ਜਿਹੜਾ ਗਰਭ ਕਰਨਾ, ਹੰਕਾਰ ਕਰਨਾ ਸ਼ਕਤੀਆਂ ਦਾ ਤੇ ਇੱਕ ਦੂਜੇ ਨਾਲ ਕੰਪੇਅਰ ਕਰਨਾ, ਪਾਤਸ਼ਾਹ ਕਹਿੰਦੇ ਪਰਮੇਸ਼ਰ ਤੁਹਾਨੂੰ ਬਖਸ਼ੇ ਕਿ ਇਹਦੇ ਵਿੱਚ ਸਾਡਾ ਕੋਈ ਇੰਟਰਸਟ ਨਹੀਂ ਹੈ। ਇਸ ਪ੍ਰਕਾਰ ਕੇ ਬੋਲਤ ਬਚਨਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਭਈ ਆਨ ਰਜਨੀ ਕੀ ਰਚਨਾ। ਉਸ ਵੇਲੇ ਕੀ ਹੋਇਆ? ਰਾਤ ਪੈ ਗਈ, ਹਨੇਰਾ ਹੋ ਗਿਆ, ਗੱਲਾਂ ਬਾਤਾਂ ਬਚਨ ਬਿਲਾਸ ਕਰਦਿਆਂ ਹੋਇਆ ਹਨੇਰਾ ਹੋ ਗਿਆ ਜੀ, ਰਾਤ ਪੈ ਗਈ। ਤਬ ਆਪਣੇ ਆਪਣੇ ਥਲ ਜਾਏ। ਸੋ ਉਸ ਵੇਲੇ ਜੋਗੀ ਲੋਕ ਜਿਹੜੇ ਸਨ ਸਾਰੇ ਆਪਣੇ ਆਪਣੇ ਮੱਠਾਂ ਨੂੰ, ਆਪਣੇ ਆਪਣੇ ਥਾਵਾਂ ਨੂੰ ਵਾਪਸ ਚਲੇ ਗਏ, ਕਿਉਂਕਿ ਠੰਡ ਬਹੁਤ ਹੋ ਜਾਂਦੀ ਸੀ ਉੱਥੇ। ਬੈਠ ਗਏ ਸਿੱਧ ਆਸਨ ਲਾਏ। ਦੇਖੋ ਆਪਣੇ ਮੱਠਾਂ ਵਿੱਚ ਜਾ ਕੇ ਸਿੱਧਾਂ ਨੇ ਤਾਂ ਜਿਹੜੇ ਹਨ ਆਪਣੇ ਆਸਨ ਲਾ ਲਏ। ਸ੍ਰੀ ਗੁਰ ਕਹੈ ਉਠੋ ਅਬ ਵਾਲਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਪਿੱਪਲ ਦੇ ਦਰਖਤ ਦੇ ਥੱਲੇ ਹੀ ਬੈਠੇ ਸਨ, ਓਪਨ ਐ ਦੇ ਵਿੱਚ,
ਜਿੱਥੇ ਸਨੋ ਪੈਂਦੀ ਹੈ, ਜਿੱਥੇ ਜਿਹੜਾ ਹਨ ਬੜੀ ਠੰਡ ਹੈ, ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਤੇ ਬੈਠਿਆਂ ਹੋਇਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ, ਉੱਠੋ ਅਬ ਬਾਲਾ, ਕਹਿੰਦੇ ਬਾਲਾ ਉੱਠ ਤੂੰ ਹੁਣ, ਧੂਨੀ ਅੰਨ ਹੈ ਸਰਦੀ ਕਾਲਾ। ਹੁਣ ਦੇ ਕਹਿੰਦੇ ਬਾਲਾ ਇਹ ਜਿਹੜਾ ਸਮਾਂ ਹੈ ਇਹ ਵਿੰਟਰ ਦਾ ਹੈ, ਇਹ ਸਰਦੀਆਂ ਦਾ ਸਮਾਂ ਹੈ ਤੇ ਬਹੁਤ ਠੰਡ ਹੈ, ਇਸ ਕਰਕੇ ਤੂੰ ਅੱਗ ਦੀ ਇੱਕ ਧੁੰਨੀ ਲੈ ਕੇ ਆ ਜਾ, ਇੱਕ ਜਿਹੜੇ ਹਨ ਅੱਗ ਲੈ ਕੇ ਆ ਜਾ, ਜਿਹਦੇ ਕਰਕੇ ਆਪਾਂ ਲੱਕੜੀਆਂ ਇਕੱਠੀਆਂ ਕਰਕੇ ਇੱਥੇ ਚੁੱਲ੍ਹਾ ਜਿਹਾ ਬਣਾ ਲਈਏ, ਧੁੰਨੀ ਬਣਾ ਲਈਏ, ਜਿਹਦੇ ਕਰਕੇ ਜਿਹੜੀ ਗਰਮੈਸ਼ ਹੋਵੇ। ਆਇਸ ਪਾਏ ਗਇਓ ਇੱਕ ਥਾਏ। ਭਾਈ ਬਾਲਾ ਜੀ ਜਿਹੜਾ ਹਨ ਮਹਾਰਾਜ ਦੀ ਆਗਿਆ ਗੁਰੂ ਨਾਨਕ ਸਾਹਿਬ ਜੀ ਦੇ ਨੂੰ ਪਾ ਕੇ ਉੱਥੋਂ ਤੁਰ ਕਰਕੇ ਇੱਕ ਥਾਂ ਗਏ। ਪਿੱਛੇ ਸਿੱਧ ਆਏ ਤਬ ਧਾਏ। ਤੇ ਭਾਈ ਬਾਲੇ ਦੇ ਪਿੱਛੇ ਪਿੱਛੇ ਜਿਹੜੇ ਸਿੱਧ ਲੋਕ ਸਨ ਉਹ ਵੀ ਆ ਗਏ ਉੱਥੇ ਭੱਜ ਕੇ। ਦੋਹਰਾ ਤਿਹ ਛਿਨ ਜੋ ਧੂਨੀ ਲਈ ਛੀਨੀ ਮੋਟਿਗ ਆਏ। ਭਾਈ ਬਾਲੇ ਨੇ ਜਿਹੜੀ ਕਿ ਉਹ ਜਿਹੜੀ ਹੈ ਉਹਨਾਂ ਦੀ ਜਿਹੜੀ ਹਨ ਧੁੰਨੀ ਦੇ ਵਿੱਚੋਂ ਜਾਂ ਜਿਹੜੀ ਉਹ ਅੱਗ ਦਾ ਚੁੱਲ੍ਹਾ ਜਗਿਆ ਹੋਇਆ ਸੀ ਉਹਦੇ ਵਿੱਚੋਂ ਇੱਕ ਅੱਗ ਦੀ ਚਿੰਗਾਰੀ ਚੱਕ ਲਈ, ਤੇ ਜਦੋਂ ਉਹ ਅੱਗ ਦੀ ਚਿੰਗਾਰੀ ਚੁੱਕ ਕੇ ਲਿਆਂਦੀ ਤਾਂ ਸਿੱਧ ਲੋਕਾਂ ਨੇ ਆਪਣੇ ਆਪ ਨੂੰ ਇਨਵਿਜ਼ੀਬਲ ਕਰਕੇ ਉਹ ਧੁੰਨੀ ਜਿਹੜੀ ਅੱਗ ਜਿਹੜੀ ਚੱਕੀ ਸੀਗੀ ਚਿੰਗਾਰੀ ਉਹਨੂੰ ਬੁਝਾ ਦਿੱਤਾ, ਉਹਨੂੰ ਜਿਹੜਾ ਹੈ ਬਲੋ ਆਫ ਕਰ ਦਿੱਤਾ। ਮੈਂ ਛੂਛੋ ਫਿਰ ਕਹਿ ਗਇਓ ਸਭ ਵਿਦ ਦਈ ਸੁਣਾਏ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਉਹ ਅੱਗ ਦੀ ਚਿੰਗਾਰੀ ਚੱਕਣ ਵਾਸਤੇ ਤੇ ਉਹ ਫਾਇਰ ਚੱਕਣ ਵਾਸਤੇ ਤੇ ਲਿਆਂਦੀ ਤੇ ਬੁਝ ਜਾਂਦੀ ਸੀ ਤੇ ਉਹ ਬੁਝਾ ਜਾਂਦੇ ਸਨ। ਕਹਿੰਦੇ ਕਿ ਫੇਰ ਮੈਂ ਅਖੀਰ ਕਰ ਹਾਰ ਕੇ ਖਾਲੀ ਗੁਰੂ ਨਾਨਕ ਸਾਹਿਬ ਜੀ ਕੋਲ ਜਾ ਚਲਿਆ ਗਿਆ। ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਕਿਹਾ, ਚੌਪੇ ਗੁਰੂ ਕਹਿਓ ਨਿਜ ਪਟ ਕੋ ਝਾਰ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਦੀ ਜੀ ਸਾਰੀ ਗੱਲ ਨੂੰ ਸੁਣ ਕੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਬਾਲਿਆ ਆਪਣਾ ਕੱਪੜਾ ਝਾੜ, ਹੁਣ ਤੇਰਾ ਚੋਲਾ ਜਿਹੜਾ ਉਹਨੂੰ ਝਾੜਨਾ ਕਰ। ਝਾਰਿਓ ਨਿਕਸੀ ਮੇਂਗਨ ਚਾਰ। ਕੀ ਹੋਇਆ? ਕਹਿ ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਆਪਣਾ ਕੱਪੜਾ ਝਾੜਿਆ ਵਿੱਚੋਂ ਮੇਂਗਣਾ ਨਿਕਲੀਆਂ। ਸੋ 4 ਮੇਂਗਣਾ ਜਿਹੜੀਆਂ ਹਨ ਅੰਦਰੋਂ ਆਈਆਂ ਸੁੱਕੀਆਂ ਹੋਈਆਂ, ਉਹ ਧਰਤੀ ਤੇ ਡਿੱਗ ਪਈਆਂ। ਜਾਂ ਮੇਂਗਣਾ ਆਮ ਕਰਕੇ ਜਿਹੜਾ ਹੈ ਜਿਹੜਾ ਗੋਟ ਹੁੰਦੀ ਹੈ ਉਹਦੀਆਂ ਡ੍ਰੌਪਿੰਗਸ ਨੂੰ ਕਹਿੰਦੇ ਹਨ, ਤੇ ਉਹ ਜਿਹੜੀਆਂ ਹਨ ਅੱਗ ਲਾਉਣ ਵਿੱਚ ਬਹੁਤ ਕੰਮ ਆਉਂਦੀਆਂ ਨੇ, ਜਿਹੜੀਆਂ ਸੁੱਕੀਆਂ ਹੁੰਦੀਆਂ ਨੇ। ਭਾਈ ਬਾਲਾ ਜੀ ਕਹਿੰਦੇ ਮੈਂ ਆਪਣਾ ਚੋਲਾ ਝਾੜਿਆ ਤੇ ਉਹਦੇ ਵਿੱਚੋਂ 4 ਨਿਕਲ ਕੇ ਧਰਤੀ ਤੇ ਡਿੱਗ ਪਈਆਂ। ਮੈਂ ਆਇਸ ਲੇਕਰ ਸੋ ਕੂਟੀ। ਉਸ ਵੇਲੇ ਮੈਂ ਆਗਿਆ ਲੈ ਕੇ ਭਾਈ ਬਾਲਾ ਜੀ ਕਹਿੰਦੇ ਉਹਨੂੰ ਕੁੱਟਣਾ ਕੀਤਾ, ਉਹ ਮੇਂਗਣਾ ਨੂੰ ਕੁੱਟ ਕੇ ਉਹਦਾ ਪਾਊਡਰ ਜਿਹਾ ਬਣਾ ਲਿਆ। ਤਿੰਨ ਤੇ ਧੂਨੀ ਪਈ ਅਕੂਟੀ। ਉਸ ਵੇਲੇ ਉਸ ਜਿਹੜੀਆਂ ਮੇਂਗਣਾ ਦੇ ਵਿੱਚੋਂ ਕਹਿੰਦੇ ਜਿਹੜਾ ਹਨ ਚਿੰਗਾਰੀ ਅੱਗ ਦੀ ਜਾਗ ਪਈ। ਬੜੋ ਢੇਰ ਪਾਵਕ ਪੁਨ ਬਾਰੇ। ਫੇਰ ਮੈਂ ਲੱਕੜਾਂ ਲਿਆ ਕੇ ਉਹਨਾਂ ਦੇ ਉੱਤੇ ਰੱਖ ਕੇ ਬਹੁਤ ਵੱਡਾ ਢੇਰ ਲੱਕੜਾਂ ਦਾ ਲਿਆ ਕੇ ਉੱਥੇ ਅੱਗ ਬਾਲ ਦਿੱਤੀ, ਇੱਕ ਚੁੱਲ੍ਹਾ ਬਣਾ ਲਿਆ। ਦੇਖ ਸਿੱਧ ਬਿਸਮੈ ਮਤ ਹਾਰੀ। ਇਹ ਜਿਹੜੇ ਸਿੱਧ ਲੋਕ ਸਨ ਇਹ ਦੇਖ ਕਰਕੇ ਹੈਰਾਨ ਹੋ ਗਏ ਵੀ ਇਹਨਾਂ ਦਾ ਚੁੱਲ੍ਹਾ ਕਿਵੇਂ ਜਾਗ ਪਿਆ, ਇਹਨਾਂ ਨੂੰ ਜਿਹੜਾ ਹੈ ਫਾਇਰਵਰਕਸ ਕਿੱਥੋਂ ਮਿਲ ਗਈਆਂ ਤੇ ਇਹਨਾਂ ਦਾ ਜਿਹੜਾ ਹੈ ਇਹ ਹੀਟ ਦੇਣ ਵਾਸਤੇ ਅੱਗ ਇਹਨਾਂ ਦੀ ਕਿਵੇਂ ਬਲ ਗਈ। ਕਿਹ ਤੇ ਲਿਆਏ ਧੂਨੀ ਪਾਈ। ਇਹ ਹੈਰਾਨ ਸਨ ਵੀ ਅੱਗ ਕਿੱਥੋਂ ਲੈ ਕੇ ਆਏ ਹਨ, ਇਹਨਾਂ ਨੂੰ ਅੱਗ ਕਿੱਥੋਂ ਮਿਲੀ ਚਿੰਗਾਰੀ। ਪੁਨ ਸਿੱਧਨ ਬਹੁ ਪੌਣ ਚਲਾਈ। ਸਿੱਧਾਂ ਨੇ ਉਹ ਅੱਗ ਬੁਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਗਾਇਆ ਹੋਇਆ ਚੁੱਲ੍ਹਾ ਉਹਨੂੰ ਬੁਝਾਉਣ ਵਾਸਤੇ ਸਿੱਧਾਂ ਨੇ ਆਪਣੀ ਸ਼ਕਤੀ ਦੇ ਨਾਲ ਜਿਹੜਾ ਹਨ ਹਵਾ ਦਾ ਜਿਹੜਾ ਆਸਰਾ ਲਿਆ, ਹਵਾ ਨੂੰ ਬਹੁਤ ਤੇਜ਼ੀ ਨਾਲ ਵਗਾਇਆ। ਬਹੁਤ ਤੇਜ਼ੀ ਦੀ ਹਵਾ ਜਿਵੇਂ ਭੁਜਾਲ ਆਉਂਦਾ ਹੁੰਦਾ ਹੈ ਇਸ ਤਰ੍ਹਾਂ ਦੀ ਉਹ ਹਵਾ ਲੈ ਕੇ ਆਈ ਵੀ ਭਜਾ ਦਈਏ। ਖਰੇ ਤਹਾ ਤਰਵਰ ਜੋ ਗਾਡੇ। ਉਹ ਜਿਹੜਾ ਦਰਖਤ ਸੀ ਉੱਥੇ ਖੜਾ ਸੀ ਜਿਹਦੇ ਥੱਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ, ਉਹ ਦਰਖਤ ਜਿਹੜਾ ਸੀਗਾ ਉਹ ਗੱਡਿਆ ਜਿਹੜਾ ਧਰਤੀ ਵਿੱਚ ਸੀ। ਵੇਗ ਉਖਾਰੇ ਰਹੇ ਨਾ ਠਾਂਡੇ। ਉਹ ਕੀ ਹੋਇਆ? ਕਹਿੰਦੇ ਆਲੇ ਦੁਆਲੇ ਦੇ ਸਾਰੇ ਹੀ ਦਰਖਤ ਜੜਾਂ ਤੋਂ ਪੁੱਟੇ ਗਏ। ਐਡੀ ਜ਼ੋਰ ਦੀ ਹਵਾ ਉਹਨਾਂ ਨੇ ਜੋਗੀਆਂ ਨੇ ਚਲਾਈ ਕਿ ਸਾਰੀ ਜੜਾਂ ਤੋਂ ਪੁੱਟੇ ਗਏ। ਬਹੁਤ ਕੰਕਰ ਅਰ ਧੂੜ ਉਡਾਈ। ਬਹੁਤ ਹੀ ਮਿੱਟੀ ਉੱਡੀ ਜੀ, ਧੂੜ ਉੱਡੀ ਤਜਰੇ ਆਕਾਸ਼ ਵਿੱਚ। ਕੋਡੇ ਸਭ ਮੁਖ ਪਰ ਪਟ ਪਾਈ। ਸਾਰੇ ਜਿਹੜੇ ਸਨ ਉੱਥੇ ਜਿਹੜੇ ਬੈਠੇ ਸਨ ਕਹਿੰਦੇ ਸਾਰਿਆਂ ਨੇ ਉੱਥੇ ਆਪਣੇ ਜਿਹੜਾ ਮੂੰਹ ਢੱਕ ਲਏ, ਕੱਪੜੇ ਲੈ ਲਏ ਜੀ ਉੱਤੇ। ਦੋਹਰਾ ਜਿਸ ਬ੍ਰਿਛ ਹੈ ਕੇ ਤਰ ਗੁਰੂ ਉੱਡਣ ਲੱਗਿਓ ਜਬ ਸੋਏ। ਜਦੋਂ ਇਹ ਹਵਾ ਦੇ ਜਿਹੜੇ ਹਨ ਰਫ਼ਤਾਰ ਦੇ ਨਾਲ ਜਦੋਂ ਉਹ ਦਰਖਤ ਪਿੱਪਲ ਦਾ ਜਿਹਦੇ ਹੇਠ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਜਦੋਂ ਉਹ ਉੱਡਣ ਲੱਗਿਆ, ਉਹ ਧਰਤਾਂ ਤੋਂ ਜਿਹੜਾ ਹਨ ਅਪਰੂਟ ਹੋਣ ਲੱਗਿਆ, ਉਹਨੇ ਆਪਣਾ ਜਿਹੜਾ ਹੈ ਉਹ ਜਿਹੜਾ ਹਨ ਦਰਖਤ ਨੇ
ਹਵਾ ਦੀ ਜਿਹੜੀਆਂ ਵੇਗ ਨੂੰ ਨਾ ਸਹਾਰਦਾ ਹੋਇਆ ਜੋ ਧਰਤੀ ਨੂੰ ਛੱਡਣ ਲੱਗਿਆ। ਨਿਜ ਕਰ ਸੋ ਥਮਿਓ ਤਬ ਹੈ ਕਹਿਓ ਰਹੋ ਥਿਰ ਹੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਪੰਜਾ ਜਿਹੜਾ ਸੀਗਾ ਉਹ ਦਰਖਤ ਨੂੰ ਲਾ ਦਿੱਤਾ ਤੇ ਪਾਤਸ਼ਾਹ ਜੀ ਨੇ ਉਹ ਦਰਖਤ ਨੂੰ ਥੰਮ ਦਿੱਤਾ ਤੇ ਕਿਹਾ, ਬਚਨ ਕੀਤਾ ਕਿ ਹੇ ਦਰਖਤ ਤੂੰ ਨਹੀਂ ਕਿਤੇ ਜਾਣਾ, ਤੂੰ ਇੱਥੇ ਹੀ ਖੜਾ ਰਹਿ, ਤੂੰ ਨਹੀਂ ਕਿਤੇ ਜਾ ਸਕਦਾ। ਮਹਾਰਾਜ ਨੇ ਆਪਣਾ ਪੰਜਾ ਲਾ ਦਿੱਤਾ। ਸ਼ਹੀਦ ਭਾਈ ਮਨੀ ਸਿੰਘ ਦੀ ਜਨਮ ਸਾਖੀ ਦੇ ਵਿੱਚ ਇਹ ਵੀ ਐਸਾ ਆਉਂਦਾ ਹੈ, ਇਹ ਸਾਖੀ ਐਸੀ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਦੱਸੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਜਿਹੜਾ ਹਨ ਜੋਗੀਆਂ ਦੇ ਕੋਲ ਮਹਾਰਾਜ ਜੀ ਬੈਠੇ ਸਨ ਤਾਂ ਉੱਥੇ ਜਿਹੜਾ ਹੈ ਜਿਹੜਾ ਭਗੀਰ ਜਿਹੜਾ ਕੀ ਜੋ ਹਾਂ ਨਹੀਂ ਪੰਗਰਨਾਥ ਨਹੀਂ ਕੀ ਸੀ ਹਾਂ ਭਰਥਰੀ ਜੋ ਭਰਥਰੀ ਸੀਗਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆਇਆ ਤੇ ਮਹਾਰਾਜ ਨੇ ਉਹਦੇ ਨਾਲ ਬਚਨ ਬਿਲਾਸ ਹੋਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਰਥਰੀ ਨੂੰ ਇੱਕ ਗੱਲ ਕਹੀ ਕਿ ਭਰਥਰੀ ਦੇਖ, ਉਹ ਕਹਿੰਦਾ ਸੀ ਮੇਰਾ ਗੋਰਖਨਾਥ ਗੁਰੂ ਬੜਾ ਤਕੜਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੂੰ ਵੀ ਉਹਨਾਂ ਨੂੰ ਗੁਰੂ ਧਾਰਨ ਕਰ ਲਾ। ਗੁਰੂ ਨਾਨਕ ਸਾਹਿਬ ਜੀ ਨੇ ਭਰਥਰੀ ਨੂੰ ਇੱਕ ਗੱਲ ਕਹੀ ਕਿ ਭਰਥਰੀ ਤੂੰ ਅੱਜ ਦੁਪਹਿਰ ਤੱਕ ਤੇਰਾ ਜੀਵਨ ਹੈ, ਤੂੰ ਮਰ ਜਾਣਾ ਹੈ, ਇਸ ਤੋਂ ਜਿਹੜਾ ਹਨ ਤੇਰੇ ਇੰਨੇ ਹੀ ਸਵਾਸ ਰਹਿੰਦੇ ਹਨ। ਭਰਥਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ। ਡਿੱਗਣ ਸਾਰ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਉਸਨੇ ਕਿ ਪਾਤਸ਼ਾਹ ਮੈਨੂੰ ਬਚਾ ਲਓ, ਮੈਨੂੰ ਥੋੜੀ ਜਿਹੀ ਉਮਰ ਹੋਰ ਦੇ ਦਿਓ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਦੱਸਿਆ ਕਿ ਦੇਖ 7 ਸਮੁੰਦਰਾਂ ਨੂੰ ਪਾਰ ਕਰਕੇ ਨਾ ਇੱਕ ਰਾਜਾ ਹੈ, ਜੇ ਤੂੰ ਉਹਦੀ ਧੀ ਨੂੰ ਜਾ ਕੇ ਵਿਆਹੇਗਾ ਨਾ ਤਾਂ ਤੂੰ ਬਚੇਗਾ, ਨਹੀਂ ਤਾਂ ਤੂੰ ਹੁਣੇ ਮਰ ਜਾਣਾ ਦੁਪਹਿਰ ਤੱਕ। ਕਹਿੰਦੇ ਜਾਂ ਤੂੰ ਆਪਣੇ ਗੋਰਖਨਾਥ ਗੁਰੂ ਨੂੰ ਪੁੱਛ ਲੈ ਜੇ ਉਹ ਤੈਨੂੰ ਉੱਤੇ ਪਹੁੰਚਾ ਸਕਦਾ ਹੈ ਜਾਂ ਤੈਨੂੰ ਬਚਾ ਸਕਦਾ ਹੈ। ਗੋਰਖਨਾਥ ਨੇ ਉਹਨੂੰ ਨਾ ਕਰ ਦਿੱਤੀ, ਕਹਿੰਦਾ ਮੈਂ ਤਾਂ ਕੁਝ ਕਰ ਨਹੀਂ ਸਕਦਾ। ਭਰਥਰੀ ਕੋਲ ਉਨੀ ਸ਼ਕਤੀ ਨਹੀਂ ਸੀ ਜਿਹੜਾ 7 ਸਮੁੰਦਰਾਂ ਨੂੰ ਪਾਰ ਕਰਕੇ ਉਹ ਰਾਜ ਤੱਕ ਪਹੁੰਚ ਸਕੇ ਤੇ ਸਮਾਂ ਵੀ ਦੁਪਹਿਰ ਤੱਕ ਸੀ, ਥੋੜੇ ਜਿਹੇ ਘੰਟੇ ਬਾਕੀ ਸੀਗੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਮਹਾਰਾਜ ਨੇ ਸਿੱਧਾਂ ਨੂੰ ਕਿਹਾ ਤੁਸੀਂ ਇੱਥੇ ਬੈਠੋ, ਅਸੀਂ ਇਹਨੂੰ ਜਾ ਕੇ ਜਿਹੜਾ ਹਨ ਇਹਦਾ ਵਿਆਹ ਕਰਾ ਕੇ ਆਉਂਦੇ ਹਾਂ। ਉਸ ਵੇਲੇ ਭਾਈ ਬਾਲੇ ਨੂੰ ਨਾਲ ਲਿਆ ਤੇ ਸਤਿਗੁਰੂ ਜੀ ਭਰਥਰੀ ਨੂੰ ਨਾਲ ਲੈ ਕਰਕੇ ਚਲੇ ਗਏ ਜੀ ਉਹ ਦੇਸ਼ ਦੇ ਵਿੱਚ। ਉਹ ਦੇਸ਼ ਦੇ ਜਿਹੜਾ ਹਨ ਰਾਜ ਤੇ ਜਦੋਂ ਉਹਦੇ ਮਹਿਲਾਂ ਦੇ ਬਾਹਰ ਪਹੁੰਚੇ ਤਾਂ ਉਸ ਵੇਲੇ ਉਹ ਗੜ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਗੁਰੂ ਨਾਨਕ ਆਏ ਹਨ ਤੇ ਉਹ ਰਾਜਾ ਬੜਾ ਖੁਸ਼ ਹੋਇਆ, ਕਹਿੰਦਾ ਮੈਂ ਹੁਣੇ ਯਾਦ ਕਰਦਾ ਸਾਂ, ਮੇਰੇ ਢਿੱਡ ਵਿੱਚ ਬੜਾ ਦੁੱਖ ਹੈ, ਸ਼ੂਲ ਉੱਠਿਆ ਹੋਇਆ ਹੈ, ਮੇਰੇ ਢਿੱਡ ਵਿੱਚ ਬੜੀ ਪੀੜ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਮਹਾਰਾਜ ਕਹਿੰਦੇ ਤੂੰ ਆਪਣੀ ਪੁੱਤਰੀ ਦਾ ਵਿਆਹ ਜਿਹੜਾ ਭਰਥਰੀ ਨਾਲ ਕਰ ਦੇ ਤਾਂ ਤੇਰਾ ਇਹ ਦੁੱਖ ਦੂਰ ਹੋਊਗਾ। ਉਹਨੇ ਵਿਆਹ ਕਰਾ ਦਿੱਤਾ ਤੇ ਉਹਦਾ ਦੁੱਖ ਦੂਰ ਹੋ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਰਥਰੀ ਦਾ ਵਿਆਹ ਕਰਾ ਕੇ ਵਾਪਸ ਜਦੋਂ ਆਏ ਤਾਂ ਉਸ ਵੇਲੇ ਧੁੱਪ ਜਿਹੜੀ ਸੀਗੀ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਛਾਂ ਵਿੱਚ ਬਹਿ ਗਏ ਤੇ ਉਹ ਜੋਗੀ ਜਿੱਥੇ ਬੈਠੇ ਸਨ ਪਹਿਲਾਂ ਉੱਥੋਂ ਜਿਹੜੀ ਹਨ ਉਹ ਰੁੱਖ ਦੀ ਜਿਹੜੀ ਹੈ ਉਹ ਛਾਂ ਜਿਹੜੀ ਸੂਰਜ ਦੇ ਨਾਲ ਉਹ ਦੂਜੇ ਪਾਸੇ ਹੋ ਗਈ, ਧੁੱਪ 'ਚ ਬੈਠੇ ਸਨ। ਯੋਗੀਆਂ ਨੇ ਇਹ ਸੋਚਿਆ ਕਿ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਤਾਂ ਛਾਂ ਵਿੱਚ ਬੈਠੇ ਨੇ, ਉਹਨਾਂ ਨੇ ਕੀ ਕੀਤਾ ਉਹ ਦਰਖਤ ਨੂੰ ਜਿਹੜਾ ਆਪਣੀ ਸ਼ਕਤੀਆਂ ਦੀਆਂ ਜੜ੍ਹਾਂ ਨਾਲ ਪੁੱਟ ਕੇ ਉਹ ਆਪਣੇ ਪਾਸੇ ਕਰਨ ਲੱਗੇ ਸਨ ਵੀ ਸਾਨੂੰ ਛਾਂ ਹੋ ਜਾਵੇ। ਜਦੋਂ ਉਹ ਦਰਖਤ ਉੱਠਿਆ, ਧਰਤੀ ਤੋਂ ਉੱਠਣ ਲੱਗਿਆ, ਉਹਦੀਆਂ ਜੜ੍ਹਾਂ ਅੰਦਰੋਂ ਧਰਤੀ ਦੇ ਬਾਹਰ ਆਈਆਂ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਪੰਜਾ ਲਾ ਦਿੱਤਾ। ਪੰਜਾ ਲਾ ਕੇ ਉਹ ਦਰਖਤ ਨੂੰ ਕਿਹਾ ਕਿ ਇੱਥੇ ਖੜ, ਤੂੰ ਨਹੀਂ ਕਿਤੇ ਜਾਣਾ। ਤੋ ਦਰਖਤ ਨੂੰ ਜਦੋਂ ਮਹਾਰਾਜ ਨੇ ਉਹ ਪੰਜਾ ਲਾਇਆ ਤਾਂ ਸਤਿਗੁਰਾਂ ਦਾ ਉਹ ਪੰਜਾ ਜਿਹੜਾ ਸੀ ਪੱਤੇ ਪੱਤੇ ਵਿੱਚ ਲੱਗ ਗਿਆ। ਉਹ ਦਰਖਤ ਦੇ ਇੱਕ ਇੱਕ ਪੱਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪੰਜਾ ਹੈ, ਪੰਜੇ ਦਾ ਨਿਸ਼ਾਨ ਜਿਹੜਾ ਸੀ ਉਹ ਪੱਤਿਆਂ ਵਿੱਚ ਵੀ ਚਲਿਆ ਗਿਆ। ਸੋ ਐਸੀ ਜਿਹੜੀ ਸਾਖੀ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਜਿਹਨਾਂ ਗਿਆਨ ਰਤਨਾਵਲੀ ਵਿੱਚ ਲਿਖੀ ਹੋਈ ਹੈ। ਉਹ ਕਹਿੰਦੇ ਉਸ ਵੇਲੇ ਉਸ ਜਿਹੜੇ ਜੋਗੀ ਸਨ ਉਹ ਕਹਿੰਦੇ ਇਹ ਥਾਂ ਦਾ ਨਾਂ ਗੋਰਖ ਮਤਾ ਅਸੀਂ ਕਹਿੰਦੇ ਹਾਂ, ਪਰ ਅੱਜ ਤੋਂ ਨਾਨਕ ਮਤਾ ਹੈ। ਸੋ ਉਸ ਥਾਂ ਦਾ ਨਾਂ ਨਾਨਕ ਮਤਾ ਫਿਰ ਪਿਆ। ਸੋ ਇਹ ਸਾਖੀ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਸ਼ਹੀਦ ਨੇ ਦੱਸੀ ਹੈ। ਚੌਪਈ ਸ੍ਰੀ ਗੁਰੂ ਕੋ ਜਬ ਹੀ ਕਰ ਛੁਇਓ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹ ਹੱਥ ਜਿਹੜਾ ਹੈ ਉਹ ਦਰਖਤ ਨੂੰ ਛੋਇਆ, ਟੱਚ ਕੀਤਾ, ਮਹਿ ਡੋਲਿਓ ਥਿਰ ਗਾਡੋ ਭਇਓ, ਉਹ ਬਿਲਕੁਲ ਡੋਲਣ ਤੋਂ ਹਟ ਗਿਆ ਤੇ ਗੱਡਿਆ ਗਿਆ, ਵਾਪਸ ਆਪਣੇ ਥਾਂ ਤੇ ਖੜ ਗਿਆ। ਜੜ੍ਹਾਂ ਨੇ ਉਹ ਧਰਤੀ ਨੂੰ ਪਕੜ ਲਿਆ। ਬਹੀ ਸਮੀਰ ਰਹਿਨ ਸਭ ਜਬ ਹੀ, ਸਾਰੀ ਰਾਤ ਉਹ ਹਵਾ ਚੱਲਦੀ ਰਹੀ, ਸਾਰੇ ਬਾਕੀ ਦੇ ਦਰਖਤ ਜਿਹੜੇ ਹਨ ਜੜ੍ਹਾਂ ਤੋਂ ਪੁੱਟੇ ਗਏ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਦਰਖਤ ਨੂੰ ਆਪਣਾ ਪੰਜਾ ਲਾਇਆ ਸੀ ਨਾ ਉਹ ਉੱਥੇ ਦਾ ਉੱਥੇ ਹੀ ਖੜਾ ਰਹਿ ਗਿਆ ਤੇ ਉਹਦੇ ਪੱਤੇ ਪੱਤੇ ਵਿੱਚ ਸਤਿਗੁਰਾਂ ਦੇ ਪੰਜੇ ਦਾ ਨਿਸ਼ਾਨ ਆ ਗਿਆ। ਉੱਡ ਗਈ ਸਿੱਧਨ ਧੂਨੀ ਤਬ ਹੀ, ਸੋ ਕਹਿੰਦੇ ਉਸ ਵੇਲੇ ਉਹੀ ਹਵਾ ਨੇ ਕੀ ਕੀਤਾ, ਉਹ ਸਿੱਧਾਂ ਤੇ ਮੱਠਾਂ ਤੇ ਜਿਹੜੀਆਂ ਉਹਨਾਂ ਦੀਆਂ ਧੁੰਨੀਆਂ ਲੱਗੀਆਂ ਹੋਈਆਂ ਸੀ ਨਾ, ਅੱਗ ਦੇ ਚੁੱਲ੍ਹੇ ਲੱਗੇ ਹੋਏ ਸਨ, ਉਹ ਉੱਡ ਗਏ। ਜਿਹੜਾ ਹਨ ਉਹਨਾਂ ਦੀ ਅੱਗ ਸਾਰੀ ਉੱਡ ਗਈ ਜੀ।
ਫਿਰ ਬੀਤੀ ਰੈਨ ਭੋਰ ਭੀ ਆਏ। ਕਹਿਣਗੇ ਫਿਰ ਸਾਰੀ ਰਾਤ ਬੀਤ ਗਈ, ਸਵੇਰ ਹੋ ਗਈ ਜੀ। ਸ੍ਰੀ ਗੁਰ ਪਾਵਕ ਦਈ ਦੁਰਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਅੱਗ ਮਹਾਰਾਜ ਦੇ ਚੁੱਲ੍ਹੇ ਵਿੱਚ ਸੀ ਨਾ, ਉਹ ਵੀ ਮਹਾਰਾਜ ਨੇ ਅਲੋਪ ਕਰਤੀ, ਉਹ ਵੀ ਮਹਾਰਾਜ ਨੇ ਹਿਡਨ ਕਰ ਦਿੱਤੀ। ਧੁਨੀ ਦੇਖਣ ਉੱਠੇ ਸਿੱਧ ਜਬ। ਜਦੋਂ ਸਿੱਧਾਂ ਨੇ ਸੋਚਿਆ ਵੀ ਹੁਣ ਸਾਡੀਆਂ ਤਾਂ ਧੁਨੀਆਂ ਬੁਝ ਗਈਆਂ, ਹੁਣ ਅੱਗ ਅਸੀਂ ਕਿੱਥੋਂ ਲੈ ਕੇ ਆਵਾਂਗੇ, ਉਹਨਾਂ ਨੇ ਜਿਹੜਾ ਹਨ ਇਹ ਫੈਸਲਾ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਚੁੱਲ੍ਹਾ ਹਜੇ ਜਗਦਾ ਹੈ, ਅਸੀਂ ਉੱਥੋਂ ਚੁੱਕ ਕੇ ਲਿਆਉਂਦੇ ਹਾਂ। ਤੇ ਮਹਾਰਾਜ ਨੇ ਵੀ ਅੱਗ ਅਲੋਪ ਕਰ ਦਿੱਤੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ। ਤੇ ਉਹ ਸਿੱਧ ਆਏ ਜੀ ਦੇਖਣ। ਪਾਵਕ ਕਹੂ ਨਾ ਪਾਵਤ ਹੈ ਤਬ। ਉਹ ਸਿੱਧ ਬੜੇ ਥਾਂ ਤੇ ਭੱਜੇ ਫਿਰਦੇ ਰਹੇ, ਉਹਨਾਂ ਨੂੰ ਅੱਗ ਨਾ ਕਿਤੋਂ ਵੀ ਮਿਲੀ। ਫਿਰ ਇੱਕ ਸ੍ਰੀ ਨਾਨਕ ਧੁਨੀ ਮਾਹੀ। ਬਸ ਅੱਗ ਸਿਰਫ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚੁੱਲ੍ਹੇ ਵਿੱਚ ਹੀ ਸੀ, ਬਾਕੀ ਕਿਤੇ ਨਾ ਅੱਗ ਰਹਿ ਗਈ ਹੁਣ। ਔਰ ਹੋ ਤਾਸਨ ਕਿਤਹੂ ਨਾਹੀ। ਉਹ ਅਗਨੀ ਜਿਹੜੀ ਹੈ ਕਿਤੇ ਵੀ ਦਿਖਾਈ ਨਹੀਂ ਦਿੰਦੀ ਸੀ, ਕਿਸੇ ਕੋਲ ਵੀ ਅੱਗ ਨਹੀਂ ਰਹਿ ਗਈ ਸੀ ਹੁਣ। ਤਬ ਆਪਣੇ ਸਭ ਸਖਤ ਲਗਾਈ। ਹੁਣ ਸਿੱਧਾਂ ਨੇ ਸ਼ਕਤੀਆਂ ਲਾਈਆਂ, ਬੜੀਆਂ ਸ਼ਕਤੀਆਂ ਵਰਤੀਆਂ ਕਿ ਅੱਗ ਸਾਡੇ ਕੋਲ ਆ ਜਾਵੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚੁੱਲ੍ਹੇ ਵਾਲੀ ਅੱਗ ਸਾਡੇ ਕੋਲ ਆ ਜਾਵੇ। ਬੜੀਆਂ ਸ਼ਕਤੀਆਂ ਦੇ ਨਾਲ ਉਹਨਾਂ ਨੇ ਹਿੰਮਤ ਕੀਤੀ। ਕੈਸਨਾ ਅਗਨ ਭਈ ਪ੍ਰਗਟਾਈ। ਪਰ ਫਿਰ ਵੀ ਉਹ ਅੱਗ ਨੂੰ ਪ੍ਰਗਟ ਨਾ ਕਰ ਸਕੇ, ਨਾ ਧਰਤੀ ਵਿੱਚੋਂ ਨਾ ਆਕਾਸ਼ ਵਿੱਚੋਂ ਉਹਨਾਂ ਨੂੰ ਜਿਹੜਾ ਹਨ ਅੱਗ ਉਹ ਪ੍ਰਗਟ ਨਾ ਕਰ ਸਕੇ। ਤੇ ਉਹ ਜਿਹੜਾ ਅੱਗ ਦੇ ਵਾਸਤੇ ਬੜੀ ਮਿਹਨਤ ਕਰਦੇ ਰਹੇ। ਦੋਹਰਾ ਗੋਰਖ ਭਰਥਰ ਸੋ ਕਹੀ ਸ੍ਰੀ ਨਾਨਕ ਢਿਗ ਜਾਏ। ਉਸ ਵੇਲੇ ਜਦੋਂ ਹਾਰ ਗਏ ਜੀ ਜੋਗੀ, ਕਿਤੋਂ ਵੀ ਅੱਗ ਨਾ ਮਿਲੇ, ਕੰਬਣ ਲੱਗ ਗਏ ਜੀ, ਠੰਡ ਦੇ ਵਿੱਚ ਬੜੇ ਦੁਖੀ ਜੇ ਹੋਏ, ਤਾਂ ਉਸ ਵੇਲੇ ਗੋਰਖਨਾਥ ਨੇ ਭਰਥਰੀ ਨੂੰ ਕਿਹਾ ਕਿ ਤੂੰ ਜਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਪਾਵਕ ਜਾਚਨ ਕੀਜੀਏ ਅਵਰ ਨਹੀਂ ਕਿਤ ਥਾਏ। ਤੂੰ ਜਾ ਕੇ ਅੱਗ ਮੰਗ ਕੇ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ, ਕਿਉਂਕਿ ਹੋਰ ਤਾਂ ਕਿਤੇ ਅੱਗ ਨਹੀਂ ਮਿਲਦੀ ਹੁਣ। ਚੌਪੇ ਆਇਸ ਲੈ ਭਰਥਰ ਤਬ ਆਇਓ। ਹੁਣ ਅੱਗ ਲੈਣ ਵਾਸਤੇ ਭਰਥਰੀ ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਆਇਆ, ਸੁਨ ਤਹਿ ਕੇ ਬਚ ਪ੍ਰਭੂ ਅਲਾਇਓ। ਸੁਣ ਕਹਿਣ ਲੱਗੇ, ਉਹਦੇ ਜਿਹੜੇ ਹਨ ਜਦੋਂ ਬੇਨਤੀ ਵਾਲੇ ਸ਼ਬਦ ਸੁਣੇ ਭਰਥਰੀ ਦੇ, ਕਹਿੰਦੇ ਵੀ ਸਾਨੂੰ ਅੱਗ ਦੇ ਦਿਓ। ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਗੋਰਖ ਕੀ ਇੱਕ ਮੁੰਦਰਾ ਲਿਆਓ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਜੇ ਤੂੰ ਅੱਗ ਲੈਣੀ ਹੈ ਤਾਂ ਗੋਰਖਨਾਥ ਦੀ ਤੂੰ ਇੱਕ ਮੁੰਦਰਾ ਲੈ ਕੇ ਆ, ਉਹਦੀ ਈਅਰਿੰਗਸ ਇੱਕ ਮੇਰੇ ਕੋਲ ਲੈ ਕੇ ਆ ਤੂੰ। ਬੋਹਰੋ ਤਹਿ ਕੀ ਚਰਨ ਖੜਾਓ। ਦੂਜੀ ਗੱਲ, ਗੋਰਖਨਾਥ ਦੀ ਇੱਕ ਸੈਂਡਲ ਜਾਂ ਜਿਹੜੀ ਹੈ ਖੜਾਂ ਉਹ ਚੁੱਕ ਕੇ ਲਿਆ। ਗੁਰੂ ਨਾਨਕ ਸਾਹਿਬ ਨੇ ਦੋ ਚੀਜ਼ਾਂ ਮੰਗੀਆਂ, ਕਹਿੰਦੇ ਗੋਰਖਨਾਥ ਦੀ ਈਅਰਿੰਗ ਚੱਕ ਲਿਆ ਤੇ ਦੂਜਾ ਉਹਦੀ ਜਿਹੜੀ ਖੜਾਮ ਉਹਦਾ ਸੈਂਡਲ ਉਹ ਚੱਕ ਲਿਆ। ਪ੍ਰਥਮੈ ਦੇਹ ਆਨ ਜੇ ਹਮਕੋ। ਉਹ ਦੋ ਚੀਜ਼ਾਂ ਤੂੰ ਲਿਆ ਕੇ ਸਾਨੂੰ ਦਵੇਂਗਾ ਤਾਂ ਫਿਰ ਪਿਛੇ ਪਾਵਕ ਦੇਵੋ ਤੁਮਕੋ। ਫੇਰੇ ਮੈਂ ਤੁਹਾਨੂੰ ਅੱਗ ਦਵਾਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਹਿਲਾਂ ਉਹਦੀ ਈਅਰਿੰਗਸ ਗੋਰਖਨਾਥ ਦੀ ਤੇ ਉਹਦੀ ਖੜਾਮ ਲੈ ਕੇ ਆ, ਤਾਂ ਤੈਨੂੰ ਅੱਗ ਮਿਲਣੀ ਹੈ। ਪੁਨ ਭਰਥਰ ਗੋਰਖ ਢਿਗ ਆਵਾ। ਭਰਥਰੀ ਜਿਹੜਾ ਵਾਪਸ ਗੋਰਖਨਾਥ ਕੋਲ ਗਿਆ, ਗੁਰ ਕੋ ਕਹਿਨੋ ਸਰਬ ਸੁਨਾਵਾ। ਉਹਨੇ ਗੁਰੂ ਦੇ ਕਿਹਾ ਹੋਇਆ ਜਾਂ ਡਿਮਾਂਡ ਕੀਤੇ ਹੋਈਆਂ ਚੀਜ਼ਾਂ ਦੀ ਜਦੋਂ ਗੱਲ ਗੋਰਖਨਾਥ ਨੂੰ ਸਾਰੀ ਦੱਸ ਦਿੱਤੀ। ਗੋਰਖ ਗੁਣੀ ਦਿਓ ਤਹਿ ਤਾਈ। ਜਿਹੜਾ ਹਨ ਗੋਰਖਨਾਥ ਕਹਿਣ ਲੱਗਾ, ਗੋਰਖਨਾਥ ਨੇ ਵਿਚਾਰ ਕੀਤੀ ਵੀ ਹੁਣ ਤਾਂ ਦੇਣੀਆਂ ਹੀ ਬਣਦੀਆਂ ਹਨ। ਵਿਚਾਰ ਕੇ ਉਹਨੇ ਕਿਹਾ ਕਿ ਚਲੋ ਦੇ ਦਿਓ, ਜੋ ਗੁਰੂ ਨਾਨਕ ਮੰਗਦਾ ਹੈ ਉਹਨੂੰ ਦੇ ਦਿਓ ਹੁਣ। ਲਾਏ ਸਕਤ ਪੁਨ ਲਿਓ ਮੰਗਾਈ। ਕਿ ਗੋਰਖਨਾਥ ਕਹਿੰਦਾ ਕੋਈ ਗੱਲ ਨਹੀਂ ਜੀ, ਹੁਣ ਆਪਾਂ ਦੇ ਦਿੰਦੇ ਆ, ਬਾਅਦ ਚ ਆਪਣੀ ਸ਼ਕਤੀਆਂ ਨਾਲ ਨਾ ਮੈਂ ਆਪੇ ਚੁੱਕ ਲਿਆਉਣੀਆਂ ਗੁਰੂ ਨਾਨਕ ਤੋਂ। ਮੈਂ ਆਪੇ ਆਪਣੀ ਈਅਰਿੰਗ ਤੇ ਆਪਣਾ ਜਿਹੜਾ ਹੈ ਉਹ ਜਿਹੜਾ ਖੜਾਮ ਹੋਗੀ ਮੈਂ ਚੁੱਕ ਲਿਆਵਾਂਗਾ ਆਪਣੀ ਸ਼ਕਤੀ ਦੇ ਨਾਲ। ਚਲੋ ਭਰਥਰੀ ਤੂੰ ਦੇ ਆ, ਅੱਗ ਲੈ ਕੇ ਆ ਜਾ ਪਹਿਲਾਂ। ਮੁੰਦਾ ਬਹਰ ਖਰਾਮ ਜੋ ਦੋ। ਹਾਂ ਕਹਿਣ ਲੱਗੇ ਜਿਹੜੇ ਮੁੰਦਰੀ ਤੇ ਉਹ ਖੜਾਮ ਜਿਹੜੀ ਹੈ ਦੋਵੇਂ। ਦੀਨੀ ਭਰਥਰ ਕੇ ਕਰ ਸੋ। ਤੇ ਦੀਨੀ ਗੋਰਖਨਾਥ ਨੇ ਉਹ ਦੋਵੇਂ ਚੀਜ਼ਾਂ ਭਰਥਰੀ ਨੂੰ ਫੜਾ ਦਿੱਤੀਆਂ। ਗੁਰੂ ਅਗਾਰੀ ਧਰ ਦੀ ਜਬ ਹੀ। ਤੇ ਭਰਥਰੀ ਨੇ ਜਾ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਮਹਾਰਾਜ ਦੇ ਅੱਗੇ ਰੱਖ ਦਿੱਤੀਆਂ। ਪਾਵਕ ਲਈ ਹੱਥ ਪੁਨ ਤਬ ਹੀ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੁੱਲ੍ਹੇ ਵਿੱਚੋਂ ਅੱਗ ਕੱਢ ਕੇ ਉਹ ਭਰਥਰੀ ਨੂੰ ਦੇ ਦਿੱਤੀ। ਸਿੱਧਨ ਆਪਣੇ ਮੱਧ ਸੋ ਬਾਰੀ। ਸੋ ਸਿੱਧਾ ਨੇ ਕੀ ਕੀਤਾ, ਉਹ ਅੱਗ ਦੀ ਚਿੰਗਾਰੀ ਦੇ ਨਾਲ ਉਹਨਾਂ ਆਪਣੇ ਚੁੱਲ੍ਹੇ ਜਗਾ ਲਏ ਜੀ ਸਾਰੇ। ਸਰਦੀ ਤਨ ਕੀ ਸਕਲ ਬਿਦਾਰੀ। ਤੇ ਉਹਨਾਂ ਨੇ ਆਪਣੀ ਜਿਹੜੀ ਠੰਡ ਲੱਗੀ ਹੋਈ ਸੀ ਉਹਨਾਂ ਨੂੰ ਸਰਦੀ ਉਹ ਦੂਰ ਕੀਤੀ ਸਰੀਰ ਦੀ। ਦੋਹਰਾ ਗੋਰਖ ਛੂਛਾ ਸਕਤ ਤੇ ਬੈਸਾ ਹੋਏ ਅਧੀਰ। ਹੁਣ ਦੇਖੋ ਗੋਰਖਨਾਥ ਕਹਿੰਦਾ ਸੀ ਨਾ ਵੀ ਦੇ ਕੇ ਤਾਂ ਆਜੋ, ਵਾਪਸ ਆਪਾਂ ਆਪ ਮੰਗਾ ਲਾਂਗੇ। ਹੁਣ ਗੋਰਖਨਾਥ ਜਿਹੜਾ ਹੈ ਉਹ ਸ਼ਕਤੀਆਂ ਤੋਂ ਵੀ ਖਾਲੀ ਹੋ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੀ ਸ਼ਕਤੀ ਵੀ ਖਿੱਚ ਲਈ ਜੀ। ਹੁਣ ਗੋਰਖਨਾਥ ਸ਼ਕਤੀ ਬਹੁਤ ਕੋਸ਼ਿਸ਼ ਕਰਦਾ ਹੈ, ਉਹਦੀ ਸ਼ਕਤੀ ਕੋਈ ਨਾ ਰਹਿ ਗਈ, ਖਾਲੀ ਹੋ ਕੇ ਬਹਿ ਗਿਆ ਜੀ। ਚਿੰਤਾ ਸਰਤਾ ਮਹਿ ਬਹਿਓ ਪਾਇਓ ਜਾਏ ਨਾ ਤੀਰ। ਹੁਣ ਦੇਖੋ ਗੋਰਖਨਾਥ ਜਿਹੜਾ ਹੈ
ਚਿੰਤਾ ਰੂਪੀ ਨਦੀ ਦੇ ਵਿੱਚ ਗੋਤੇ ਖਾਣ ਲੱਗਿਆ, ਉਹਨੂੰ ਕੋਈ ਜਿਹੜਾ ਹਨ ਪਾਰ ਕੋਈ ਸ਼ੌ ਜਿਹੜਾ ਹੈ ਦਿਸਦਾ ਨਹੀਂ ਜਿਹਨੂੰ ਪਕੜ ਲਵੇ। ਉਹ ਜਿਹੜਾ ਡੁੱਬ ਗਿਆ ਜੀ ਆਪਣੀਆਂ ਸੋਚਾਂ ਵਿੱਚ। ਚੌਪੇ ਆਪਣੇ ਗੁਰ ਕੀ ਦਸ਼ਾ ਨਿਹਾਰੀ। ਉਹਨੇ ਜਿਹੜੀ ਹੈ ਜਦੋਂ ਭਰਤਰੀ ਨੇ ਆਪਣੇ ਗੋਰਖ ਗੁਰੂ ਦੀ ਜੋ ਦਸ਼ਾ ਦੇਖੀ, ਭੰਗਰ ਆਇਓ ਕਰ ਰਿਸ ਭਾਰੀ। ਤੇ ਫਿਰ ਉਸ ਵੇਲੇ ਭੰਗਰਨਾਥ ਜਿਹੜਾ ਸੀਗਾ ਉਹ ਬੜੇ ਗੁੱਸੇ ਵਿੱਚ ਆਇਆ ਜੀ। ਲਾਏ ਸਕਤ ਕੋ ਚਾਹਿਤ ਸੋਈ। ਉਹ ਆਪਣੀ ਸ਼ਕਤੀ ਨੂੰ ਲਾਉਣ ਵਾਸਤੇ, ਉਹ ਆਪਣੀ ਸ਼ਕਤੀ ਨੂੰ ਵਰਤਣ ਵਾਸਤੇ ਕਹਿੰਦਾ ਗੋਰਖ ਨੂੰ, ਕਹਿੰਦਾ ਤੂੰ ਮੇਰਾ ਗੁਰੂ ਹੈ, ਮੈਂ ਤੈਨੂੰ ਲਿਆ ਕੇ ਦਿੰਦਾ ਹੈ। ਭੰਗਰਨਾਥ ਨੇ ਆਪਣੀ ਸ਼ਕਤੀ ਲਾਈ। ਮੁੰਦਾ ਲਿਓ ਖਰਾਉ ਦੋ। ਹਾਂ, ਕਹਿੰਦਾ ਮੈਂ ਲੈ ਕੇ ਆਉਂਦਾ ਤੁਹਾਡੀ ਮੁੰਦਰਾ ਤੇ ਤੁਹਾਡਾ ਖਰਾਬ ਮੈਂ ਲੈ ਕੇ ਆਉਂਗਾ ਆਪਣੀ ਸ਼ਕਤੀ ਨਾਲ। ਸਕਤ ਨਾ ਚਲੀ ਸਕਲ ਬਿਦ ਹਾਰਿਓ। ਹੋ ਭੰਗਰਨਾਥ ਨੇ ਬੈਠੇ ਨੇ ਬੜੀ ਸ਼ਕਤੀ ਦਾ ਇਸਤੇਮਾਲ ਕੀਤਾ, ਪਰ ਉਹਦੀ ਵੀ ਸ਼ਕਤੀ ਨਾ ਚੱਲੀ। ਗੁਰ ਢਿੱਗ ਬੈਠਿਓ ਬੈਨ ਉਚਾਰਿਓ। ਗੁਰੂ ਮਹਾਰਾਜ ਦੇ ਕੋਲ ਆ ਕੇ ਕਹਿਣ ਲੱਗਾ, ਮਮ ਤੂੰਬਾ ਪੈ ਸੋ ਭਰ ਦੀਜੈ। ਤਾਂ ਉਸ ਵੇਲੇ ਦੇਖੋ ਆ ਕਰਕੇ ਨਾ ਸਤਿਗੁਰਾਂ ਦੇ ਕੋਲ ਮਹਾਰਾਜ ਨੂੰ ਇੱਕ ਹੋਰ ਟੈਸਟ ਲੈਣ ਆਇਆ। ਭੰਗਰਨਾਥ ਆਪਣੀ ਸ਼ਕਤੀ ਤਾਂ ਨਾ ਚਲਾ ਸਕਿਆ, ਤਾਂ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਇਹ ਮੇਰਾ ਤੁੰਬਾ ਹੈ। ਤੁੰਬਾ ਜਿਹੜਾ ਹੈ ਹੁੰਦਾ ਇੱਕ ਜਿਹੜਾ ਕੰਟੇਨਰ ਕਹਿ ਲਈਏ, ਜਾਂ ਇਹ ਬਣਿਆ ਹੁੰਦਾ ਗਾਊਟ ਸ਼ੈਲ ਤੋਂ। ਸੋ ਗਾਊਟ ਸ਼ੈਲ ਦਾ ਬਣਿਆ ਹੋਇਆ ਉਹਨੂੰ ਤੁੰਬਾ ਕਹਿੰਦੇ ਹਾਂ। ਤੇ ਤੁੰਬੇ ਨੂੰ ਅੰਦਰੋਂ ਖਾਲੀ ਕੀਤਾ ਜਾਂਦਾ ਹੈ, ਉਹ ਇੱਕ ਗੜਵੇ ਦਾ ਕੰਮ ਦਿੰਦਾ ਹੈ, ਇੱਕ ਪੋਟ ਕਹਿ ਲਈਏ, ਪੋਟ ਬਣ ਜਾਂਦਾ ਹੈ। ਮਹਾਰਾਜ ਨੂੰ ਆਪਣਾ ਤੁੰਬਾ ਦੇ ਕੇ ਕਹਿਣ ਲੱਗਾ, ਪਾਤਸ਼ਾਹ ਜੀ ਇਹਨੂੰ ਭਰ ਕੇ ਦਿਓ ਦੁੱਧ ਨਾਲ, ਮੈਨੂੰ ਦੁੱਧ ਦਾ ਭਰਿਆ ਚਾਹੀਦਾ ਹੈ। ਅਬ ਹੀ ਤੂਰਨ ਬਿਲਮ ਨਾ ਕੀਜੈ। ਕਹਿਣ ਲੱਗੇ ਹੁਣ ਇਹਨੂੰ ਹੁਣੇ ਭਰ ਦਿਓ, ਹੁਣ ਬਿਲਮ ਤੁਸੀਂ ਦੇਰੀ ਨਾ ਲਾਓ। ਸ੍ਰੀ ਨਾਨਕ ਤਬ ਲੈ ਨਿਜ ਹਾਥਾ। ਮਹਾਰਾਜ ਨੇ ਭੰਗਰਨਾਥ ਦਾ ਉਹ ਤੁੰਬਾ ਆਪਣੇ ਹੱਥ ਵਿੱਚ ਲੈ ਕਰਕੇ ਭਰਿਓ ਕੂਪ ਤੇ ਦੁੱਧ ਹੈ ਸਾਥਾ। ਮਹਾਰਾਜ ਨੇ ਉਸ ਵੇਲੇ ਖੂਹ ਦੇ ਵਿੱਚੋਂ ਜਿਹੜਾ ਹੈ ਉਸ ਦੇ ਤੁੰਬੇ ਨੂੰ ਸੱਟਿਆ ਤੇ ਨਿਕਲਿਆ ਦੁੱਧ ਦਾ ਭਰਿਆ। ਸੋ ਲੈ ਕੇ ਸਿੱਧਨ ਮਹਿ ਆਇਓ। ਤੋ ਸਿੱਧਾਂ ਵਿੱਚੋਂ ਭੰਗਰਨਾਥ ਲੈ ਕੇ ਆ ਗਿਆ ਜੀ ਦੁੱਧ ਦਾ ਤੁੰਬਾ ਭਰਿਆ ਹੋਇਆ। ਸਭ ਹੀ ਪੀਏ ਰਹੇ ਤ੍ਰਿਪਤਾਇਓ। ਸਾਰੇ ਸਿੱਧ ਉਹ ਦੁੱਧ ਨੂੰ ਪੀ ਕੇ ਬੜੇ ਰੱਜ ਗਏ ਜੀ। ਪੈ ਤੁੰਬੇ ਤੇ ਨਿਖੁੱਟਤ ਨਾਹੀ। ਹੁਣ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ, ਤੁੰਬਾ ਹੈ ਤੇ ਤਾਂ ਛੋਟਾ ਜਿਹਾ, ਪਰ ਸਾਰੇ ਹੀ ਸਿੱਧ ਜਿਹੜੇ ਹਨ ਰੱਜ ਕੇ ਉਹਨੂੰ ਪੀ ਰਹੇ ਹਨ। ਉਹ ਤੁੰਬਾ ਦੁੱਧ ਤੋਂ ਖਾਲੀ ਨਹੀਂ ਹੋ ਰਿਹਾ, ਅੰਦਰੋਂ ਦੁੱਧ ਨਿਕਲੀ ਜਾਂਦਾ ਹੈ। ਭਾਵੇਂ ਦੇਖਣ ਨੂੰ ਤਾਂ ਥੋੜਾ ਸੀਗਾ, ਪਰ ਉਹ ਅਖੁੱਟ ਹੋ ਗਿਆ ਜੀ, ਅੰਦਰੋਂ ਦੁੱਧ ਪਿਆ ਨਿਕਲੀ ਜਾਂਦਾ ਹੈ। ਦੇਖ ਕੇ ਬੜੇ ਹੈਰਾਨ ਹੋਏ। ਅਚਰਜ ਭਏ ਸਭੈ ਮਨ ਮਾਹੀ। ਉਹਨਾਂ ਦੇ ਮਨ ਵਿੱਚ ਬੜੇ ਹੈਰਾਨ ਹੋਏ ਵੀ ਇਹ ਤੁੰਬੇ ਵਿੱਚ ਕਿਹੜੀ ਸ਼ਕਤੀ ਪਾ ਦਿੱਤੀ ਗੁਰੂ ਸਾਹਿਬ ਜੀ ਨੇ। ਭਬਕ ਤਮਕ ਕਰ ਸ਼ੰਭੂ ਨਾਥਾ। ਤੇ ਉਸ ਵੇਲੇ ਸ਼ੰਭੂ ਨਾਥ ਜਿਹੜਾ ਸੀਗਾ, ਇਹ ਜਿਹੜਾ ਸਿੱਧ ਸੀਗਾ ਇੱਕ ਯੋਗੀ, ਇਹ ਜਿਹੜਾ ਹੈ ਭਬਕ ਬੜਾ ਗੁੱਸਾ ਜਾ ਖਾ ਕੇ, ਇਹਨੇ ਜਿਹੜਾ ਖੁਨਸ ਖਾ ਕੇ ਗੁੱਸਾ ਖਾ ਕੇ ਉੱਠਿਆ ਜੀ। ਢਿੱਗ ਆਇਓ ਬੋਲਿਓ ਗੁਰ ਸਾਥਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਆ ਕੇ ਆਪਣਾ ਹੰਕਾਰ ਦਿਖਾਉਣਾ ਚਾਹਿਆ। ਇਹ ਸ਼ੰਭੂਨਾਥ ਬੜਾ ਹੰਕਾਰੀ ਸੀ। ਦੋਹਰਾ ਪੁਰਬੀ ਕੋ ਹੈ ਕਾਲ ਅਬ ਸੁਰਸਰ ਕੋ ਮੰਗਵਾਏ। ਦੇਖੋ ਆ ਕੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਹੁਣ ਪੁਰਬੀ, ਹੁਣ ਜਿਹੜਾ ਹੈ ਸਮਾਂ ਜਿਹੜਾ ਹੈ ਜਿਵੇਂ ਪੁਰਬ ਹੈ, ਹੁਣ ਕੋਈ ਜਿਹੜਾ ਹੈ ਸੈਲੀਬ੍ਰੇਸ਼ਨ ਜਾਂ ਕੋਈ ਆਸਪੀਸ਼ੀਅਸ ਟਾਈਮ ਹੈ ਜਿਹਦੇ ਵਿੱਚ ਗੰਗਾ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਵੀ ਇਹ ਆਸਪੀਸ਼ੀਅਸ ਟਾਈਮ ਐਸਾ ਹੈ ਵੀ ਜਿਹੜਾ ਗੰਗਾ ਦਾ ਇਸ਼ਨਾਨ ਕੀਤਿਆਂ ਦਾ ਮਹੱਤਮ ਬਹੁਤ ਪ੍ਰਾਪਤ ਹੁੰਦਾ ਹੈ। ਉਸ ਵੇਲੇ ਕਹਿੰਦਾ ਤੁਸੀਂ ਹੁਣ ਇਸ ਤਰ੍ਹਾਂ ਕਰੋ, ਗੰਗਾ ਨੂੰ ਇੱਥੇ ਮੰਗਾਓ, ਗੰਗਾ ਨੂੰ ਇੱਥੇ ਲੈ ਕੇ ਆਓ ਜਿਹਦੇ ਕਰਕੇ ਅਸੀਂ ਇੱਥੇ ਇਸ਼ਨਾਨ ਕਰ ਲਈਏ, ਕਿਉਂਕਿ ਆਸਪੀਸ਼ੀਅਸ ਟਾਈਮ ਹੈ, ਇਹ ਪੂਰਬੀ ਦਾ ਸਮਾਂ ਹੈ, ਇਹ ਪੂਰਬ ਚੰਗਾ ਸਮਾਂ ਹੈ। ਸਖਤ ਧਾਰ ਤੂੰ ਹੈ ਵੱਡਾ ਮਿਲ ਮੱਝ ਹੈ ਇਹ ਥਾਂ। ਕਹਿਣ ਲੱਗੇ ਜਿਹੜਾ ਸ਼ੰਭੂਨਾਥ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ, ਤੁਸੀਂ ਵੱਡੇ ਸ਼ਕਤੀਆਂ ਵਾਲੇ ਹੋ, ਇਸ ਕਰਕੇ ਕਹਿੰਦੇ ਤੁਸੀਂ ਗੰਗਾ ਨੂੰ ਇੱਥੇ ਮਿਲਾਓ, ਆਪਾਂ ਰਲ ਮਿਲ ਕੇ ਵਿੱਚ ਇਸ਼ਨਾਨ ਕਰਾਂਗੇ ਗੰਗਾ ਦਾ। ਚੌਪੇ ਮਰਦਾਨੇ ਸੋ ਸ੍ਰੀ ਗੁਰ ਬੋਲੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਵੱਲ ਦੇਖ ਕੇ ਕਿਹਾ, ਬਚਨ ਕੀਤੇ, ਉਠ ਧਾਵੋ ਫਹੁਰੀ ਕਰ ਮੋਲੇ। ਤੇ ਉਸ ਵੇਲੇ ਮਹਾਰਾਜ ਨੇ ਆਪਣੇ ਹੱਥ ਦਾ ਡੰਡਾ ਭਾਈ ਮਰਦਾਨੇ ਨੂੰ ਫੜਾਉਂਦਿਆਂ ਹੋਇਆਂ ਕਿਹਾ, ਕਹਿੰਦੇ ਮਰਦਾਨਿਆਂ ਉੱਠ, ਇਹ ਜਿਹੜਾ ਡੰਡਾ ਸਾਡਾ ਆਪਣੇ ਹੱਥ ਵਿੱਚ ਲੈ ਕੇ ਗੰਗਾ ਤੀਰ ਘਸੀਟਤ ਆਓ। ਉਹ ਗੰਗਾ ਜਿਹੜੀ ਇੱਥੋਂ ਬਹੁਤ ਦੂਰ ਹੈ, ਉੱਥੇ ਜਾ ਕੇ ਗੰਗਾ ਦੇ ਕਿਨਾਰੇ ਤੇ ਜਾ ਕੇ ਇਹ ਸੋਟੀ ਦੇ ਨਾਲ ਤੂੰ ਜਿਹੜਾ ਹਨ ਘਸੀਟ ਕੇ ਉਹ ਗੰਗਾ ਨੂੰ ਸਾਡੇ ਕੋਲ ਲੈ ਕੇ ਆ। ਨਹਿ ਮੁਰ ਪਾਛੇ ਕਰਹੋ ਲਖਾਓ। ਪਰ ਮਰਦਾਨਿਆਂ ਇਹ ਡੰਡਾ ਤੂੰ ਜਿਹੜਾ ਜਦੋਂ ਗੰਗਾ ਨੂੰ ਘਸੀਟਣਾ ਹੈ, ਇਹ ਡੰਡੇ ਨੂੰ ਆਪਣੇ ਪਿਛਲੇ ਪਾਸੇ ਰੱਖ ਕੇ ਗੰਗਾ ਨੂੰ ਖਿੱਚਦਿਆਂ ਹੋਇਆਂ ਧਰਤੀ ਤੇ ਲਕੀਰ ਪਾਉਂਦਿਆਂ ਹੋਇਆਂ ਤੂੰ ਜਿਹੜਾ ਹਨ ਮੂੰਹ ਸਿੱਧਾ ਰੱਖਣਾ ਹੈ, ਪਿੱਛੇ ਨੂੰ ਮੁੜ ਕੇ ਨਹੀਂ ਦੇਖਣਾ।
ਪਿੱਛੇ ਨਾ ਮੁੜ ਕੇ ਦੇਖੀ, ਮੂੰਹ ਸਿੱਧਾ ਰੱਖੀ ਤੇ ਇਹ ਜਿਹੜਾ ਡੰਡਾ ਲੈ ਕੇ ਤੂੰ ਘੜੀਸਦਾ ਆਈ ਧਰਤੀ ਨੂੰ। ਸੁਨ ਆਇਸ ਮਰਦਾਨਾ ਗਇਓ। ਸੋ ਇਹ ਜਿਹੜੀ ਆਗਿਆ ਨੂੰ ਪਾ ਕੇ ਭਾਈ ਮਰਦਾਨਾ ਜੀ ਉੱਥੋਂ ਚਲੇ ਗਏ ਮਹਾਰਾਜ ਦਾ ਡੰਡਾ ਹੱਥ ਦਾ ਨਾਂ ਲੈ ਕੇ। ਤੁਰੰਤ ਗੰਗ ਤਟ ਦੇਖਤ ਭਇਓ। ਉੱਥੇ ਜਾ ਕਰਕੇ ਗੰਗਾ ਦਾ ਤੱਟ ਦੇਖਿਆ, ਗੰਗਾ ਦਾ ਕਿਨਾਰਾ ਦੇਖਿਆ। ਬਹੁਰ ਘਸੀਟਤ ਲਿਆਵਤ ਧਾਵਾ। ਜਿਵੇਂ ਗੁਰੂ ਮਹਾਰਾਜ ਨੇ ਦੱਸਿਆ ਸੀ ਨਾ ਭਾਈ ਮਰਦਾਨੇ ਨੂੰ ਵੀ ਪਿੱਛੇ ਮੁੜ ਕੇ ਨਾ ਦੇਖੀ, ਪਿੱਛੋਂ ਹੀ ਡੰਡਾ ਕਿਸ ਘੜੀਸਦਾ ਆਈ ਉਸ ਗੰਗਾ ਦੇ ਤੱਟ ਤੋਂ। ਸੋ ਇਸੇ ਤਰ੍ਹਾਂ ਹੀ ਭਾਈ ਮਰਦਾਨੇ ਨੇ ਕੀਤਾ। ਬਹੁਰੀ ਪਿੱਛੇ ਸੁਰਸਰ ਆਵਾ। ਤੇ ਉਹ ਮਹਾਰਾਜ ਦੇ ਡੰਡੇ ਦੇ ਪਿੱਛੇ ਪਿੱਛੇ ਗੰਗਾ ਆਪਣਾ ਰੁੱਖ ਬਦਲ ਕੇ ਉਹ ਡੰਡੇ ਦੇ ਪਿੱਛੇ ਪਿੱਛੇ ਆ ਰਹੀ ਸੀ ਭਾਈ ਮਰਦਾਨੇ ਦੇ। ਰਹੇ ਆਵਣੀ ਕੇਤਕ ਸੋ। ਕੁਝ ਕੁ ਚਿਰ ਵਾਸਤੇ ਭਾਈ ਮਰਦਾਨਾ ਖਿੱਚਦਾ ਹੀ ਆਇਆ ਤੇ ਆਪਣਾ ਰਾਹ ਸਾਹਮਣੇ ਦੇਖਦਾ ਆਇਆ ਤੇ ਘੜੀਸਦੀਆਂ ਹੋਇਆਂ ਕਾਫੀ ਚਿਰ ਜਦੋਂ ਹੋ ਗਿਆ, ਲੰਮਾ ਪੈਂਦਾ ਹੋ ਗਿਆ। ਮਰਦਾਨੇ ਮਨ ਸੰਸੈ ਹੋ। ਦੇਖੋ ਉਸ ਵੇਲੇ ਭਾਈ ਮਰਦਾਨੇ ਦੇ ਮਨ ਦੇ ਵਿੱਚ ਇੱਕ ਡਾਊਟ ਆ ਗਿਆ, ਇੱਕ ਸੰਸਾ ਆ ਗਿਆ ਜੀ। ਆਵਤ ਨਹੀਂ ਕਿ ਮੋਰ ਪਿਛਾਰੇ। ਉਹ ਕਹਿੰਦਾ ਭਾਈ ਮਰਦਾਨਾ ਕਹਿਣ ਲੱਗਾ ਪਤਾ ਨਹੀਂ ਮੇਰੇ ਪਿੱਛੇ ਗੰਗਾ ਆਉਂਦੀ ਆ ਕਿ ਨਹੀਂ ਆਉਂਦੀ। ਕਹਿੰਦਾ ਮੈਂ ਦੇਖ ਵੀ ਲਵਾਂ, ਮੈਨੂੰ ਦੇਖਣਾ ਚਾਹੀਦਾ ਵੀ ਗੰਗਾ ਆ ਰਹੀ ਆ ਕਿ ਨਹੀਂ ਆ ਰਹੀ। ਆਸਗਨ ਪਾਛੇ ਦ੍ਰਿਸ਼ਟ ਨਿਹਾਰੀ। ਉਹਨੇ ਸਸਪੀਸ਼ੀਅਸ ਹੋ ਕੇ ਸ਼ੱਕ ਜਾ ਕਰਦਿਆਂ ਹੋਇਆਂ ਤੇ ਭਾਈ ਮਰਦਾਨੇ ਨੇ ਗੁਰੂ ਮਹਾਰਾਜ ਦੀ ਆਗਿਆ ਤੋਂ ਉਲਟ ਕਰਕੇ ਉਹਨਾਂ ਨੇ ਕੀ ਕੀਤਾ, ਪਿੱਛੇ ਨੂੰ ਮੁੜ ਕੇ ਦੇਖ ਲਿਆ। ਮਹਾਰਾਜ ਕਹਿੰਦੇ ਸੀ ਨਾ ਪਿੱਛੇ ਨੂੰ ਮੁੜ ਕੇ ਨਾ ਦੇਖੀ। ਭਾਈ ਮਰਦਾਨੇ ਨੇ ਮੁੜ ਕੇ ਆਪਣਾ ਜਿਹੜਾ ਹਨ ਸਿਰ ਪਿੱਛੇ ਨੂੰ ਕਰਕੇ ਜਦੋਂ ਦੇਖਿਆ ਵੀ ਗੰਗਾ ਵੱਲ, ਤੇ ਥਲ ਰਹੇ ਸਥਿਤ ਹੋਇ ਸੋ। ਦੇਖਿਆ ਕਿ ਗੰਗਾ ਪਿੱਛੇ ਪਿੱਛੇ ਉਵੇਂ ਹੀ ਜਿਹੜਾ ਹਨ ਠਾਠਾਂ ਮਾਰਦੀ ਹੋਈ ਪਿੱਛੇ ਚੱਲਦੀ ਆ ਰਹੀ ਸੀਗੀ। ਪਰ ਜਿੱਥੇ ਭਾਈ ਮਰਦਾਨੇ ਨੇ ਪਿੱਛੇ ਮੁੜ ਕੇ ਦੇਖ ਲਿਆ ਨਾ, ਆਗਿਆ ਦਾ ਪਾਲਣ ਕੀਤਾ, ਗੰਗਾ ਉੱਥੇ ਹੀ ਖੜ ਗਈ। ਸੋ ਗੰਗਾ ਉੱਥੇ ਤੱਕ ਹੀ ਰਹਿ ਗਈ, ਅੱਗੇ ਨਾ ਆਈ। ਰਹਿਓ ਘਸੀਟ ਨਾ ਆਵਤ ਕੋ। ਭਾਈ ਮਰਦਾਨਾ ਆਪਣੀ ਉਹ ਲੱਕੜ ਦੇ ਨਾਲ ਘੜੀਸਦਾ ਰਿਹਾ ਵੀ ਹੋਰ ਅੱਗੇ ਵੀ ਆ ਜਾਵੇ, ਪਰ ਉਹ ਗੰਗਾ ਮੁੜ ਕੇ ਨਹੀਂ ਅੱਗੇ ਆਈ। ਮਰਦਾਨਾ ਹਿਰਦੈ ਬਿਸਮਾਨੇ। ਭਾਈ ਮਰਦਾਨਾ ਬੜਾ ਜਿਹੜਾ ਹੈਰਾਨ ਹੋਇਆ ਆਪਣੇ ਮਨ ਵਿੱਚ। ਗੁਰ ਟਿਗ ਆਏ ਬਰਤੰਤ ਬਖਾਨਿਓ। ਭਾਈ ਮਰਦਾਨੇ ਨੇ ਆ ਕੇ ਸਾਰਾ ਬਰਤੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੱਚੋ ਸੱਚ ਦੱਸ ਦਿੱਤਾ। ਬੈਠੇ ਸਿੱਧ ਤਹਾਂ ਹੀ ਸਾਰੇ। ਤੇ ਉਹ ਸਿੱਧ ਉਸ ਵੇਲੇ ਉੱਥੇ ਹੀ ਬੈਠੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਸੁਣਦੇ ਸਾਰੀ ਵਰਤਾਲਾਪ। ਸੁਨ ਸ੍ਰੀ ਨਾਨਕ ਬੈਨ ਉਚਾਰੇ। ਉਸ ਵੇਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ ਭਾਈ ਮਰਦਾਨੇ ਤੋਂ ਇਹ ਬਚਨ ਕੀਤੇ। ਹਟ ਕੇ ਜੇ ਨਹਿ ਕਰੋ ਬਿਲੋਕੀ। ਕਹਿਣ ਲੱਗੇ ਹਟ ਕੇ ਜੇ ਭਾਈ ਕਹਿੰਦੇ ਮਰਦਾਨਿਆਂ ਜੇ ਤੂੰ ਪਿੱਛੇ ਮੁੜ ਕੇ ਨਾ ਦੇਖਦਾ ਤੋ ਚਲ ਆਵਤ ਇਹਾਂ ਅਰੋਕੀ। ਉਹਨੇ ਤੇਰੇ ਪਿੱਛੇ ਪਿੱਛੇ ਗੰਗਾ ਨੇ ਇੱਥੋਂ ਤੱਕ ਪਹੁੰਚ ਜਾਣਾ ਸੀ। ਕਿਤਕ ਕੋਸ ਮਰਦਾਨੇ ਆਨੀ। ਤੇ ਕਿੰਨੇ ਕਈ ਕੋਸ਼, ਕਈ ਜਿਹੜੇ ਮਾਈਲਸ ਜਿਹੜੇ ਹਨ ਭਾਈ ਮਰਦਾਨਾ ਘੜੀਸ ਕੇ ਲਿਆਇਆ ਸੀ ਗੰਗਾ ਨੂੰ। ਰਹਿਓ ਸਮੀਪ ਸੁਰਸਰੀ ਪਾਨੀ। ਪਰ ਉਹ ਸੁਰਸਰੀ ਅੱਗੇ ਤਾਂ ਨਹੀਂ ਆਈ, ਡੋ ਸਟੈਪ ਤੱਕ ਨਹੀਂ ਆਈ, ਪਰ ਉਹ ਪਿੱਛੇ ਹੀ ਰਹਿ ਗਈ ਸੀ ਜਿੱਥੇ ਮੁੜ ਕੇ ਦੇਖਿਆ, ਪਰ ਬਹੁਤ ਕਾਫੀ ਅੱਗੇ ਆ ਚੁੱਕੀ ਸੀ। ਸੋ ਸਿੱਧ ਹੋ ਅਬ ਤੁਮ ਮੰਗਵਾਵ ਹੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੁਣ ਸਿੱਧਾਂ ਨੂੰ ਕਿਹਾ ਕਿ ਚਲੋ ਹੁਣ ਕਈ ਕੋਸ਼ ਤਾਂ ਆ ਗਈ, ਉਹ ਨੇੜੇ ਆ ਗਈ ਆ, ਬਹੁਤੇ ਦੂਰ ਨਹੀਂ ਇੱਥੋਂ। ਮਹਾਰਾਜ ਨੇ ਸਿੱਧਾਂ ਨੂੰ ਕਿਹਾ ਤੁਸੀਂ ਆਪਣੀਆਂ ਸ਼ਕਤੀਆਂ ਨਾਲ ਮੰਗਾ ਲਓ, ਹੁਣ ਇੱਥੇ ਨੇੜੇ ਲਿਆ ਦਿਓ ਹੁਣ ਗੰਗਾ ਨੂੰ। ਮੱਜਨ ਹਮਕੋ ਇਹਾਂ ਕਰਾਵੋ। ਤੇ ਮਹਾਰਾਜ ਨੇ ਸਿੱਧਾਂ ਨੂੰ ਕਿਹਾ ਸਾਡਾ ਇਸ਼ਨਾਨ ਤੁਸੀਂ ਗੰਗਾ ਦਾ ਇੱਥੇ ਹੀ ਕਰਾ ਦਿਓ, ਤੂੰ ਬਾਕੀ ਦਾ ਜਿਹੜਾ ਗੰਗਾ ਨੂੰ ਤੁਸੀਂ ਲਿਆਓ। ਸਿੱਧਾਂ ਨੂੰ ਇਹ ਚੈਲੰਜ ਦਿੱਤੀ ਮਹਾਰਾਜ ਨੇ। ਦੋਹਰਾ ਮਿਲ ਕੇ ਸਭ ਸਿੱਧਨ ਤਬੈ ਨਿਜ ਨਿਜ ਓਜ ਲਗਾਏ। ਸਿੱਧਾਂ ਨੇ ਹੰਕਾਰ ਵਿੱਚ ਆ ਕੇ ਬੜੀਆਂ ਆਪਣੀਆਂ ਸ਼ਕਤੀਆਂ ਦਾ ਜ਼ੋਰ ਦਿਖਾਇਆ, ਬੜੀ ਕੋਸ਼ਿਸ਼ ਕੀਤੀ ਗੰਗਾ ਨੂੰ ਅੱਗੇ ਲਿਆਉਣ ਵਾਸਤੇ। ਸਭ ਹੀ ਬਿਦ ਸੋ ਪਚ ਰਹੇ ਰਹੀ ਸੋ ਤਿਸ ਹੀ ਥਾਏ। ਬੜੀ ਉਹਨਾਂ ਨੇ ਸ਼ਕਤੀ ਵਰਤੀ, ਬੜੀ ਕੋਸ਼ਿਸ਼ ਕੀਤੀ, ਪਰ ਪਚਦੇ ਰਹੇ, ਖਪਦੇ ਰਹੇ, ਗੰਗਾ ਅੱਗੇ ਨਾ ਆਈ। ਚੌਪੇ ਲੱਜਿਤ ਹੋਏ ਸਭ ਹੀ ਪਚ ਹਾਰੇ। ਉਸ ਵੇਲੇ ਸ਼ਰਮਸ਼ਾਰ ਹੋ ਕੇ ਖਪਦਿਆਂ ਹੋਇਆਂ ਥੱਕੇ ਹੋਏ ਸਿੱਧ ਬਹਿ ਗਏ ਚੁੱਪ ਕਰਕੇ, ਧੌਣਾ ਥੱਲੇ ਨੂੰ ਸੱਟ ਕੇ। ਸਿਰੇ ਪ੍ਰਭ ਨਿਜ ਤੇ ਬ੍ਰਿਧ ਵਿਚਾਰੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਤੋਂ ਵੱਡਾ ਜਾਣਿਆ। ਸਿੱਧਾਂ ਨੇ ਜਾਣਿਆ ਕਿ ਗੁਰੂ ਨਾਨਕ ਸਾਹਿਬ ਤਾਂ ਅਨੰਤ ਕਲਾ ਜਿਹੜਾ ਹਨ ਠਾਕੁਰ ਚੜਿਆ ਵੀ ਅਨੰਤ ਕਲਾ। ਕਹਿੰਦੇ ਮਹਾਰਾਜ ਦੀਆਂ ਸ਼ਕਤੀਆਂ ਦਾ ਕਿਹੜਾ ਕੋਈ ਹਿਸਾਬ ਲਾ ਸਕਦਾ ਹੈ। ਉਹਨਾਂ ਨੇ ਜਾਣ ਲਿਆ ਵੀ ਗੁਰੂ ਨਾਨਕ ਸਭ ਤੋਂ ਵੱਡੇ ਹਨ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕੇਤਕ ਚਰਨਨ ਸੀਸ ਨਿਵਾਇਓ। ਕਈਆਂ ਨੇ ਸਿੱਧਾਂ ਨੇ ਆ ਕੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਮਹਾਰਾਜ ਨੂੰ ਵੱਡਾ ਮੰਨਿਆ ਆਪਣੇ ਤੋਂ। ਕੇਤਕ ਮਨ ਮੈਂ ਗਰਭ ਵਢਾਇਓ। ਕਈ ਵਿੱਚ ਹੰਕਾਰੀ ਸਨ,
ਉਹਨਾਂ ਨੇ ਉਹਨਾਂ ਦਾ ਹੰਕਾਰ ਨਾਲ ਛੁੱਟਿਆ, ਉਹ ਹੰਕਾਰ ਨਾਲ ਜਿਹੜੇ ਹਨ ਹਜੇ ਵੀ ਸੜਦੇ ਬਲਦੇ ਬੈਠੇ ਸਨ ਉੱਥੇ। ਤਬ ਮਛਿੰਦਰ ਨੇ ਬੈਨ ਉਚਾਰੇ, ਉਸ ਵੇਲੇ ਮਛਿੰਦਰ ਨਾਥ ਨੇ ਇਹ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ, ਹਮ ਕੋ ਫਲ ਦੇਹੋ ਮధుਰ ਆਹਾਰੇ। ਉਹ ਮਛਿੰਦਰ ਨਾਥ ਹੁਣ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਸਾਨੂੰ ਇੱਥੇ ਬੈਠਿਆਂ ਨੂੰ ਮਿੱਠੇ ਮਿੱਠੇ ਫਲ ਛਕਾਓ ਹੁਣ, ਬੈਠੇ ਰਹੋ ਨਾ ਕਿਤਹੂ ਜਾਈ। ਪਰ ਤੁਸੀਂ ਇਹ ਫਲ ਸਾਨੂੰ ਇੱਥੇ ਬੈਠਿਆਂ ਹੀ ਛਕਾਉਣੇ ਹਨ, ਇੱਥੇ ਉੱਠ ਕੇ ਨਹੀਂ ਕਿਤੇ ਜਾਣਾ, ਲੈਣ ਵਾਸਤੇ ਫਲ ਕਿਤੇ ਨਹੀਂ ਜਾਣਾ, ਬੈਠਿਆਂ ਹੀ ਬੈਠਿਆਂ ਇੱਥੇ ਜਿਵੇਂ ਬੈਠੇ ਹਾਂ ਉਵੇਂ ਬੈਠੇ ਰਹੋ, ਤੇ ਸਾਨੂੰ ਇੱਥੇ ਬੈਠਿਆਂ ਨੂੰ ਤੁਸੀਂ ਜਿਹੜੇ ਹੋ ਜਿਹੜੇ ਮਿੱਠੇ ਮਿੱਠੇ ਜਿਹੜੇ ਫਲ ਉਹ ਛਕਾਉਣਾ ਕਰੋ। ਦੇਖੈ ਸਕਤ ਜੇ ਦੇਹ ਖਵਾਈ, ਅਸੀਂ ਤੇਰੀ ਸ਼ਕਤੀ ਦੇਖਾਂਗੇ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਅਸੀਂ ਥੋੜੀ ਸ਼ਕਤੀ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਵਿੱਚ ਇੰਨੀ ਸਮਰੱਥਾ ਹੈ ਸਾਨੂੰ ਮਿੱਠੇ ਮਿੱਠੇ ਫਲ ਛਕਾਉਣ ਦੀ। ਦੋਹਰਾ ਫੇਨਲ ਕੋ ਤਰ ਤਹਿ ਹੁਤੋ ਤਬ ਹੀ ਗੁਰ ਸਿਧ ਮਾਹੇ। ਮਹਾਰਾਜ ਜੀ ਉਸ ਵੇਲੇ ਰੇਠੜੇ ਬਿਰਛ ਦੇ ਹੇਠ ਬੈਠੇ ਸਨ। ਸੋ ਰੇਠੜਾ ਜਿਹੜਾ ਟਰੀ ਹੈ ਉਹਦੇ ਜਿਹੜੇ ਬੇਰ ਹੁੰਦੇ ਨੇ ਬੜੇ ਕੌੜੇ ਹੁੰਦੇ ਨੇ, ਬਹੁਤ ਜਿਹੜੇ ਹਨ ਬਿੱਟਰ ਹੁੰਦੇ ਨੇ, ਕਿ ਮਹਾਰਾਜ ਜੀ ਉਹ ਦਰਖਤ ਦੇ ਥੱਲੇ ਬੈਠੇ ਸਨ ਉਸ ਵੇਲੇ। ਇੱਕ ਟਹਿਨੋ ਪ੍ਰਭ ਕੀ ਦਿਸਾ ਇੱਕ ਸਿੱਧਨ ਦਿਸ ਆਏ। ਹੁਣ ਉਹ ਦਰਖਤ ਜਿਹੜਾ ਰਿੱਠੇ ਦਾ ਜਿਹੜਾ ਦਰਖਤ ਸੀਗਾ ਨਾ, ਉਹਦਾ ਇੱਕ ਟਾਣਾ ਇੱਕ ਬ੍ਰੰਚ ਸਤਿਗੁਰਾਂ ਦੇ ਉੱਤੇ ਸੀਗਾ ਤੇ ਦੂਜਾ ਬ੍ਰੰਚ ਜਿਹੜਾ ਸੀਗਾ ਉਹ ਸਿੱਧਾਂ ਦੇ ਉੱਤੇ ਸੀਗਾ। ਚੌਪੇ ਟਹਿਨੋ ਆਪਣੀ ਦਿਸ ਕੋ ਜੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬੈਠਿਆਂ ਹੀ ਬੈਠਿਆਂ ਮਹਾਰਾਜ ਨੇ ਆਪਣਾ ਜਿਹੜਾ ਪਵਿੱਤਰ ਸਿਰ ਜਿਹੜਾ ਸੀ ਨਾ ਤੇ ਪਵਿੱਤਰ ਨੇਤਰ ਸਤਿਗੁਰਾਂ ਨੇ ਉੱਚੇ ਕਰਕੇ ਉਹ ਟਾਣੇ ਵੱਲ ਦੇਖਿਆ। ਮਹਾਰਾਜ ਨੇ ਆਪਣੀ ਨਿਗਾਹ ਉਹ ਟਾਣੇ ਤੇ ਪਾਉਣਾ ਕੀਤੀ। ਸ੍ਰੀ ਗੁਰ ਪਿਖ ਮਦਰੋ ਕਿਉ ਸੋ। ਦੇਖੋ ਸਤਿਗੁਰਾਂ ਦੀ ਨਿਗਾਹ ਪੈਂਦਿਆਂ ਸਾਰ ਉਹ ਰਿੱਠੇ ਜਿਹੜੇ ਸੀਗੇ ਨਾ ਉਹ ਮਿੱਠੇ ਹੋ ਗਏ। ਉਸੇ ਵੇਲੇ ਉਹ ਰਿੱਠਾ ਜਿਹੜਾ ਕਿਸੇ ਤੋਂ ਖਾਧਾ ਨਹੀਂ ਜਾਣਾ ਵੀ ਇੰਨਾ ਕੌੜਾ ਹੁੰਦਾ ਹੈ, ਤੇ ਉਹ ਰਿੱਠਾ ਬਿਲਕੁਲ ਮਿੱਠਾ ਹੋ ਗਿਆ ਜੀ, ਅੰਮ੍ਰਿਤ ਵਰਗਾ, ਤੇ ਬਹੁਤ ਮਿੱਠਾ ਹੋ ਗਿਆ ਜੀ ਸਤਿਗੁਰਾਂ ਦੀ ਦ੍ਰਿਸ਼ਟੀ ਪੈਣ ਕਰਕੇ। ਟੂਟੇ ਫਲ ਤਜ ਕਰ ਤਰ ਡਾਰੇ। ਤੇ ਮਹਾਰਾਜ ਦੀ ਨਿਗਾਹ ਪੈਣ ਕਰਕੇ ਉਸੇ ਵੇਲੇ ਉਹ ਪੱਕ ਕੇ ਆਪਣੇ ਆਪ ਦਰਖਤ ਤੋਂ ਥੱਲੇ ਡਿੱਗ ਪਏ ਜੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਪਰੇ ਮਛਿੰਦਰ ਕੇਰ ਅਗਾਰੀ। ਤੇ ਪਰੇ ਕਹਿ ਲਗੇ ਫਿਰ ਕਈ ਬੇਰ ਜਿਹੜੇ ਹਨ ਰੁੜ ਕੇ ਜਿਹੜੇ ਹਨ ਡਿੱਗ ਕੇ ਧਰਤੀ ਤੇ ਰੁੜਦੇ ਹੋਏ ਮਛਿੰਦਰ ਨਾਥ ਦੇ ਬਿਲਕੁਲ ਅੱਗੇ ਪਹੁੰਚ ਗਏ। ਫਲ ਬਿਲੋਕ ਕੇ ਹੱਥ ਉਚਾਏ। ਜਦੋਂ ਸਾਹਮਣੇ ਪਿਆ ਫਲ ਦੇਖਿਆ ਮਛਿੰਦਰ ਨਾਥ ਨੇ, ਉਹ ਬੇਰ ਦੇਖੇ ਰਿੱਠੇ ਜਿਹੜੇ ਸਨ ਉਹ ਚੁੱਕ ਕਰਕੇ ਆਪਣੇ ਮੂੰਹ ਵਿੱਚ ਪਾਇਆ। ਸਾਧ ਮధుਰ ਅਤ ਪਾਇਓ ਖਾਏ। ਜਦੋਂ ਉਹਨੇ ਆਪਣੇ ਮੂੰਹ ਵਿੱਚ ਪਾ ਕੇ ਖਾਧਾ ਤੇ ਇੰਨਾ ਮਿੱਠਾ ਉਹਨੂੰ ਲੱਗਿਆ ਕਿ ਇੰਨੀ ਮਿਠਾਸ ਉਹਨੇ ਆਪਣੇ ਜੀਵਨ ਕਾਲ ਵਿੱਚ ਕਿਤੇ ਵੀ ਨਹੀਂ ਖਾਧੀ, ਇੰਨਾ ਮਿੱਠਾ ਉਹ ਰਿੱਠਾ ਬਣਿਆ। ਤਬ ਸਿੱਧਨ ਸੋ ਗਿਰਾ ਉਚਾਰੇ। ਉਸ ਵੇਲੇ ਸਿੱਧਾ ਨੂੰ ਮਛਿੰਦਰ ਨਾਥ ਨੇ ਇਹ ਕਿਹਾ, ਇਹ ਫਲ ਕੌਰੇ ਹੁਤੇ ਅਗਾਰੀ। ਦੇਖੋ ਕਹਿੰਦਾ ਮਛਿੰਦਰ ਨਾਥ ਕਹਿੰਦਾ ਮੈਂ ਅੱਗੇ ਵੀ ਇਹ ਰਿੱਠੇ ਖਾਦੇ ਹਨ, ਬੜੇ ਕੌੜੇ ਹੁੰਦੇ ਹਨ, ਅਬ ਅਤ ਮధుਰ ਸਾਧ ਕੇ ਮਾਹੀ। ਪਰ ਹੁਣ ਤਾਂ ਬੜੇ ਸਵਾਦ ਹੋ ਗਏ, ਬੜੇ ਰਸ ਭਰੇ ਮਿੱਠੇ ਰਸ ਵਾਲੇ ਬਣ ਗਏ ਇਹ ਰਿੱਠੇ। ਖਾਵਤ ਤਿਆਗੇ ਜਾਵਤ ਨਾਹੀ। ਕਹਿਣ ਲੱਗੇ ਹੁਣ ਮੈਂ ਖਾਂਦਾ ਹਾਂ, ਮੇਰਾ ਜੀ ਕਰਦਾ ਮੈਂ ਖਾਈ ਜਾਵਾਂ, ਮੈਨੂੰ ਹਟਣ ਨੂੰ ਜੀ ਨਹੀਂ ਕਰਦਾ, ਇੰਨੇ ਸਵਾਦ ਟੇਸਟੀ ਬਣ ਗਏ ਹਨ। ਸੁਨ ਸਿੱਧ ਕਿਤਕ ਚੱਡੇ ਤਰ ਤਾਹੀ। ਉਸ ਵੇਲੇ ਸਿੱਧ ਜਿਹੜੇ ਸਨ, ਕੁਝ ਕੁ ਜਿਹੜੇ ਸਨ ਉੱਥੇ ਬੈਠੇ, ਉਹ ਰਿੱਠੇ ਦੇ ਦਰਖਤ ਤੇ ਚੜ ਗਏ ਤੇ ਉਹ ਟਾਣੇ ਤੇ ਚਲੇ ਗਏ। ਪਰਖਨ ਹੇਤ ਫਲਨ ਕਰ ਚਾਹੀ। ਤੇ ਉਹਨਾਂ ਨੇ ਇੱਛਾ ਕੀਤੀ ਕਿ ਅਸੀਂ ਵੀ ਖਾ ਕੇ ਦੇਖੀਏ ਦੇ ਫਲ ਹੁਣ। ਆਪਣੀ ਦਿਸ ਟਹਿਨੀ ਫਲ ਜੋ। ਉਹਨਾਂ ਨੇ ਕੀ ਕੀਤਾ, ਉਹ ਟਾਣੇ ਤੇ ਚੜੇ ਜਿਹੜਾ ਕਿ ਸਿੱਧਾਂ ਦੇ ਵੱਲ ਸੀਗਾ, ਉਹ ਟਾਣੇ ਤੇ ਚੜ ਕਰਕੇ ਉਹਨਾਂ ਨੇ ਤੋਰ ਤੋਰ ਖਾਏ ਜਬ ਸੋ। ਉਹਨਾਂ ਨੇ ਉੱਥੋਂ ਜਿਹੜੇ ਹਨ ਰਿੱਠੇ ਤੋੜ ਕੇ ਜਦੋਂ ਖਾਧੇ, ਅਤ ਕੌਰੇ ਜੋ ਜਾਏ ਨਾ ਖਾਏ। ਉਹ ਬੜੇ ਕੌੜੇ ਬੜੇ ਬਿੱਟਰ ਸੀਗੇ, ਪੋਇਜ਼ਨ ਵਰਗੇ ਬਿੱਟਰ ਸੀਗੇ, ਉਹ ਕਿੰਨੇ ਹੀ ਕੌੜੇ ਸੀਗੇ, ਉਹਨਾਂ ਤੋਂ ਖਾਧੇ ਨਾ ਗਏ। ਮੁਖ ਮਹਿ ਪਾਏ ਹਿਰਦੈ ਪਛਤਾਏ। ਉਹ ਮੂੰਹ ਵਿੱਚ ਪਾ ਕੇ ਆਪਣੇ ਹਿਰਦੇ ਵਿੱਚ ਪਛਤਾਉਂਦੇ ਹਨ ਵੀ ਕਾਹਨੂੰ ਮੂੰਹ ਚ ਪਾ ਲਿਆ ਇਹ ਰਿੱਠਾ, ਇੰਨਾ ਕੌੜਾ, ਨਾ ਸਿੱਟਣ ਜੋਗੇ ਨਾ ਖਾਣ ਜੋਗੇ, ਸੋ ਇਸ ਕਰਕੇ ਪਛਤਾਉਣ ਲੱਗੇ। ਸ੍ਰੀ ਪ੍ਰਭ ਬੋਲੇ ਹਮ ਦਿਸ ਜੇਤੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਯੋਗੀਆਂ ਨੂੰ ਕਹਿਣ ਲੱਗੇ, ਆਪਣੇ ਟਾਣੇ ਤੋਂ ਨੂੰ ਛੱਡੋ, ਸਾਡੇ ਟਾਣੇ ਵੱਲ ਆਓ, ਜਿਹੜਾ ਟਾਣਾ ਸਾਡੇ ਉੱਤੇ ਹੈ ਇਹ ਟਾਣੇ ਦੇ ਉੱਤੋਂ ਤੋੜੋ ਉਹ ਰਿੱਠੇ। ਮధుਰ ਦਿਓ ਕਰ ਸਗਰੋ ਤੇ ਤੋ। ਕਹਿਣ ਲੱਗੇ ਸਾਰੇ ਮਿੱਠੇ ਕਰ ਦਿੱਤੇ ਨੇ, ਜਿਹੜੇ ਵੀ ਇਹ ਟਾਣੇ ਨਾਲ ਲੱਗਣਗੇ ਸਾਡੇ ਦਿਸ਼ਾ ਵੱਲ ਇਹ ਮਿੱਠੇ ਹੋਣਗੇ, ਇਹ ਮਿੱਠੇ ਹੋ ਗਏ ਹਨ। ਆਪਣੀ ਦਿਸ ਤੁਮ ਸਭ ਸਿੱਧ ਮਿਲ ਕੇ। ਕਹਿਣ ਲੱਗੇ ਆਪਣੀ ਦਿਸ਼ ਤੋਂ ਤੁਸੀਂ ਹਟ ਕਰਕੇ ਇਹ ਦਿਸ਼ਾ ਵਾਲੇ ਬ੍ਰੰਚ ਤੋਂ ਜਾਂ ਟਾਣੇ ਤੋਂ ਖਾਓ। ਮధుਰ ਲੇਹੋ ਕਰ ਖਾਹੋ ਸੋ ਛਿਲਕੈ। ਕਹਿਣ ਲੱਗੇ ਇਹਨੂੰ ਛਿੱਲ ਕੇ ਖਾਓ, ਬੜੇ ਮਿੱਠੇ ਅੰਮ੍ਰਿਤ ਵਰਗੇ ਹਨ। ਸੁਨ ਸਭ ਸਿੱਧਨ ਸਖਤ ਲਗਾਏ। ਉਹ ਜਿਹੜੇ ਹਨ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਲਗਾ ਕਰਕੇ ਮధుਰ ਨਾ ਭਏ ਰਹੇ ਕੁਰ ਆਏ। ਉਹਨਾਂ ਦੇ ਪਾਸੇ ਵਾਲਾ ਟਾਣਾ ਕੌੜੇ ਦਾ ਕੌੜਾ ਹੀ ਰਿਹਾ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹ ਆਪਣਾ ਟਾਣਾ ਮਿੱਠਾ ਕਰਨ ਵਾਸਤੇ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਵੱਲ ਦਾ ਜਿਹੜਾ ਟਾਣਾ ਉਹ ਮਿੱਠਾ ਹੋ ਗਿਆ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸਾਡੇ ਵੱਲ ਵਾਲਾ ਵੀ ਮਿੱਠਾ ਹੋ ਜਾਵੇ, ਬੜੀ ਕੋਸ਼ਿਸ਼ ਕੀਤੀ ਪਰ ਉਹ
ਕੌੜੇ ਦੇ ਕੌੜੇ ਹੀ ਰਹੇ ਰਿੱਠੇ। ਅਬਲੋ ਤਿਹਠਾਂ ਅਹੈ ਨਿਸ਼ਾਨੀ। ਹੁਣ ਤੱਕ ਉਹ ਦਰਖਤ ਹੈ, ਅੱਜ ਤੱਕ ਵੀ ਉਹ ਰਿੱਠੇ ਮਿੱਠੇ ਹਨ। ਜਿਹੜੇ ਪਾਸੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੁਣ ਉਹੀ ਇੱਕ ਟਰੀ ਹੈ। ਅੱਧੇ ਟਰੀ ਦੇ ਜਿਹੜੇ ਹਨ ਰਿੱਠੇ ਮਿੱਠੇ ਹਨ, ਅੱਧੇ ਦਰਖਤ ਦੇ ਉਹ ਕੌੜੇ ਹੀ ਹਨ। ਇੱਕੋ ਹੀ ਟਰੀ ਹੈ, ਉਹੀ ਟਰੀ ਦੇ ਦੋ ਬ੍ਰਾਂਚਸ ਹਨ। ਕਈ ਜਿਹੜੇ ਬ੍ਰਾਂਚਸ ਗੁਰੂ ਨਾਨਕ ਸਾਹਿਬ ਵੱਲ ਮਹਾਰਾਜ ਜਿੱਥੇ ਬੈਠੇ ਸਨ ਉਹ ਮਿੱਠੇ ਹਨ, ਤੇ ਦੂਜੇ ਪਾਸੇ ਵਾਲੇ ਹੁਣ ਤੱਕ ਵੀ ਕੌੜੇ ਹਨ। ਤੇ ਉੱਥੇ ਜਿਹੜਾ ਹਨ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਈਦਾ ਹੈ ਤਾਂ ਉੱਥੇ ਪ੍ਰਸ਼ਾਦ ਇਹ ਰਿੱਠਿਆਂ ਦਾ ਹੀ ਦਿੰਦੇ ਹਨ। ਸੋ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਮਿੱਠੇ ਕੀਤੇ ਹਨ, ਅੱਜ ਤੱਕ ਵੀ ਉਹ ਰਿੱਠੇ ਹਨ। ਦੇਖੋ ਸਤਿਗੁਰਾਂ ਦੀ ਐਸੀ ਜਿਹੜੇ ਹਨ ਬਖਸ਼ਿਸ਼ ਹੈ, ਮਹਾਰਾਜ ਦੀ ਐਸੀ ਕਰਾਮਾਤ ਹੈ ਜਿਹੜੀ ਕਿ ਸਦਾ ਵਾਸਤੇ ਹੀ ਰਹਿੰਦੀ ਹੈ। ਅਰਧ ਮధుਰ ਅਰਧ ਹੈ ਕਰਵਾਨੀ। ਦੇਖੋ ਅੱਧੇ ਮਿੱਠੇ ਤੇ ਅੱਧੇ ਹੁਣ ਤੱਕ ਵੀ ਕੌੜੇ ਹਨ। ਗੁਰ ਕੀ ਅਜਮਤ ਅਧਿਕ ਨਿਹਾਰੀ। ਦੇਖੋ ਗੁਰੂ ਮਹਾਰਾਜ ਦੀ ਐਸੀ ਜਿਹੜੀ ਹਨ ਬਹੁਤ ਵੱਡੀ ਸ਼ਕਤੀ ਨੂੰ ਦੇਖ ਕਰਕੇ ਸਿੱਧਾ ਨੇ ਜਰੀ ਨਾ ਜਾਏ ਜਰੈ ਔਰ ਭਾਰੀ। ਪਰ ਦੇਖੋ ਉਹਨਾਂ ਤੋਂ ਜਰੀ ਨਹੀਂ ਜਾਂਦੀ। ਉਹ ਹੰਕਾਰੀ ਜਿਹੜੇ ਜੋਗੀ ਸਨ ਨਾ, ਉਹਨਾਂ ਤੋਂ ਜਰੀ ਨਹੀਂ ਜਾਂਦੀ, ਅੰਦਰ ਸੜੀ ਜਾਂਦੇ ਹਨ, ਜਰੀ ਜਾਂਦੇ ਹਨ ਅੰਦਰੋਂ। ਦਿਨ ਬੀਤਿਓ ਰਜਨੀ ਭੀ ਜਬ ਹੀ। ਹੁਣ ਜਦੋਂ ਸਵੇਰ ਬੀਤ ਗਈ, ਰਾਤ ਪੈ ਗਈ, ਹੁਣ ਮਿਲ ਕੇ ਛਲ ਕੀਨੋ ਇੱਕ ਤਬ ਹੀ। ਉਹਨਾਂ ਨੇ ਇੱਕ ਛਲ ਕੀਤਾ। ਹੁਣ ਰਾਤ ਵੇਲੇ ਉਹ ਹਟਦੇ ਨਹੀਂ ਜੀ ਜੋਗੀ ਜਿਹੜੇ ਹੰਕਾਰੀ ਸਨ, ਉਹਨਾਂ ਨੇ ਇੱਕ ਹੋਰ ਚਾਲ ਖੇਡੀ। ਖਨ ਧਰਨੀ ਬਾਲਕ ਬੈਠਾਇਓ। ਉਹਨਾਂ ਨੇ ਕੀ ਕੀਤਾ, ਧਰਤੀ ਪੁੱਟ ਕਰਕੇ ਇੱਕ ਬਾਲਕ ਇੱਕ ਬੱਚੇ ਨੂੰ ਵਿੱਚ ਬਿਠਾ ਦਿੱਤਾ। ਮਤਲਬ ਕਿ ਇਹ ਸਿੱਧਾਂ ਦੇ ਵਿੱਚ ਸ਼ਕਤੀਆਂ ਹੁੰਦੀਆਂ ਨੇ, ਉਹ ਆਪਣੇ ਦਸਮ ਦੁਆਰ ਨੂੰ ਆਪਣੇ ਸਵਾਸ ਪ੍ਰਾਣ ਚੜਾ ਲੈਂਦੇ ਹਨ। ਜਦੋਂ ਇਹ ਪ੍ਰਾਣ ਚੜਾ ਲੈਂਦੇ ਹਨ ਤਾਂ ਇਹ ਸਰੀਰ ਨੂੰ ਬ੍ਰੈਥ ਲੈਣ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਕੀ ਕੀਤਾ, ਇੱਕ ਯੋਗੀ ਨੂੰ, ਇੱਕ ਬਾਲਕ ਰੂਪ ਨੂੰ ਉਹਨਾਂ ਨੇ ਕੀ ਕੀਤਾ, ਟੋਆ ਪੁੱਟ ਕਰਕੇ ਧਰਤੀ ਵਿੱਚ ਦੱਬ ਦਿੱਤਾ, ਉੱਤੇ ਮਿੱਟੀ ਪਾ ਦਿੱਤੀ। ਉੱਪਰ ਤੇ ਇੱਕ ਸਾਰ ਬਣਾਇਓ। ਉਹਨੇ ਉੱਤੋਂ ਮਿੱਟੀ ਬੰਦ ਕਰਕੇ ਉਸਨੂੰ ਜਿਹੜਾ ਬਰੀਟ ਕਰਕੇ ਅੰਦਰ ਉੱਤੋਂ ਮਿੱਟੀ ਇੱਕ ਸਾਰ ਕਰ ਦਿੱਤੀ। ਮਤਲਬ ਪਤਾ ਨਹੀਂ ਲੱਗਦਾ ਸੀ ਵੀ ਇਹ ਕਿਤੇ ਮਿੱਟੀ ਪੁੱਟੀ ਹੈ। ਉਹਨੂੰ ਇੱਕ ਸਾਰ ਕਰ ਦਿੱਤਾ ਚੰਗੀ ਤਰ੍ਹਾਂ। ਅਸ ਕਰ ਪ੍ਰਭ ਸੋ ਕਹਿਓ ਬਹੋਰੀ। ਉਹਨਾਂ ਨੇ ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਕਿਹਾ, ਚਾਹੋ ਜੇ ਪੂਜਾ ਨਿਜ ਸਭ ਠੌਰੀ। ਕਹਿਣ ਲੱਗੇ ਦੇਖੋ ਜੇ ਤੁਸੀਂ ਆਪਣੀ ਪੂਜਾ ਕਰਾਉਣੀ ਚਾਹੁੰਦੇ ਹੋ ਸਾਰੇ ਪਾਸੇ, ਧਰਨੀ ਕੋ ਬੁਲਾਏ ਬਿਨ ਦੇਰੀ। ਕਹਿਣ ਲੱਗੇ ਧਰਤੀ ਨੂੰ ਪੁੱਛ ਲਓ ਫਿਰ ਇਹ ਧਰਤੀ ਕਿਹਦੀ ਹੈ। ਜੋਗੀ ਕਹਿੰਦੇ ਇਹ ਧਰਤੀ ਦੱਸੂਗੀ ਇਹ ਧਰਤੀ ਕਿਹਦੀ ਹੈ। ਬੂਝ ਲਿਹੋ ਇਹ ਹੈ ਕਿਸ ਕੇਰੀ। ਤੁਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ, ਜਿਹੜਾ ਕਹਿੰਦੇ ਹਨ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੁਸੀਂ ਪੁੱਛੋ ਧਰਤੀ ਨੂੰ ਇਹ ਧਰਤੀ ਕਿਹਦੀ ਹੈ, ਇਹ ਕਿਹਦੀ ਹੋਣਾ ਚਾਹੁੰਦੀ ਹੈ। ਉੱਤਰ ਦੇ ਕੇ ਹੈ ਮੈਂ ਤੇਰੀ। ਹਾਂ, ਜੇ ਇਹ ਧਰਤੀ ਤੁਹਾਡੇ ਕਹੇ ਦਾ ਉੱਤਰ ਦੇ ਦੇਵੇ ਕਿ ਮੈਂ ਤੇਰੀ ਹਾਂ, ਆਪ ਪੁਜਾਵੋ ਕੋਈ ਨਾ ਫੇਰੀ। ਫੇਰ ਤੁਸੀਂ ਇਹ ਧਰਤੀ ਤੇ ਆਪਣੀ ਪੂਜਾ ਕਰਾ ਲਓ ਤੇ ਫੇਰ ਤੁਹਾਨੂੰ ਕੋਈ ਨਹੀਂ ਕੁਝ ਕਹੇਗਾ। ਕਿਉਂਕਿ ਉਹ ਗੋਰਖ ਮਤਾ ਸੀਗਾ ਨਾ, ਉਹ ਕਹਿੰਦੇ ਧਰਤੀ ਸਾਡੀ ਹੈ। ਇਹ ਸਿੱਧ ਕਰਨ ਵਾਸਤੇ ਉਹਨਾਂ ਨੇ ਇਹ ਚਲਾਕੀ ਖੇਡੀ। ਜੇ ਨਿਜ ਵਿਖੇ ਸਖਤ ਨਹਿ ਪਾਵ ਹੈ। ਜੇ ਤੁਹਾਡੇ ਵਿੱਚ ਇਹ ਸ਼ਕਤੀ ਨਹੀਂ ਹੈ ਧਰਤੀ ਨੂੰ ਬੁਲਾਉਣ ਦੀ, ਕਹੋ ਹਮ ਸੰਗ ਬੁਲਾਏ ਦਿਖਾਵ ਹੈ। ਫਿਰ ਜੇ ਤੁਸੀਂ ਨਹੀਂ ਬੁਲਾ ਸਕਦੇ ਧਰਤੀ ਨੂੰ, ਅਸੀਂ ਬੁਲਾ ਕੇ ਦਿਖਾ ਦਿੰਦੇ ਆ। ਤੇ ਉਸ ਵੇਲੇ ਕਹਿੰਦੇ ਅਸੀਂ ਪੁੱਛ ਲੈਂਦੇ ਆ ਧਰਤੀ ਨੂੰ ਵੀ ਧਰਤੀ ਕਿਹਦੀ ਹੈ। ਸੁਨ ਮੁਸਕਾਨੇ ਸ੍ਰੀ ਗੁਣ ਖਾਨੀ। ਇਹ ਸੁਣ ਕਰਕੇ ਨਾ ਗੁਣਾ ਦੀ ਖਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੁਸਕਰਾਉਣ ਲੱਗ ਪਏ। ਮਹਾਰਾਜ ਸਮਾਈਲਿੰਗ ਕਰਨ ਲੱਗੇ ਉਹਨਾਂ ਵੱਲ ਦੇਖ ਕੇ, ਕਿਉਂਕਿ ਮਹਾਰਾਜ ਤਾਂ ਜਾਣ ਹੀ ਜਾਣ ਸਨ, ਮਹਾਰਾਜ ਨੂੰ ਪਤਾ ਹੈ ਕੀ ਕਰ ਰਹੇ ਹਨ। ਤਿਨਕੇ ਸੰਗ ਭਨੀ ਇਮਬਾਨੀ। ਮਹਾਰਾਜ ਨੇ ਉਸ ਵੇਲੇ ਉਹ ਜੋਗੀਆਂ ਨੂੰ ਇਹ ਕਿਹਾ, ਸਖਤਵਾਨ ਏਕੈ ਜਗਤ ਏਸਾ। ਦੇਖੋ ਕਹਿੰਦੇ ਸ਼ਕਤੀ ਵਾਲਾ ਤਾਂ ਇੱਕ ਜਗਤ ਏਸ਼, ਜਗਤ ਦਾ ਸੁਆਮੀ ਪਰਮੇਸ਼ਰ ਹੀ ਹੈ, ਉਹੀ ਸ਼ਕਤੀਸ਼ਾਲੀ ਸ਼ਕਤੀਵਾਨ ਹੈ। ਹਮਰੇ ਬਿਖੈ ਨਾ ਪਾਇਤ ਲੇਸਾ। ਕਹਿ ਲਗੇ ਮੇਰੇ ਵਿੱਚ ਤਾਂ ਕੋਈ ਸ਼ਕਤੀ ਨਹੀਂ, ਕੋਈ ਸ਼ਕਤੀ ਦਾ ਲੇਸ਼ ਨਹੀਂ ਮੇਰੇ ਵਿੱਚ, ਤੇ ਸ਼ਕਤੀਮਾਨ ਤਾਂ ਉਹ ਇੱਕ ਪਰਮਾਤਮਾ ਹੀ ਹੈ। ਅਜਮਤ ਕੋ ਹੰਕਾਰ ਤੁਮਾਰੇ। ਕਹਿ ਲਗੇ ਅਜਮਤ ਇਹ ਸ਼ਕਤੀਆਂ ਕਰਾਮਾਤਾਂ ਦਾ ਹੰਕਾਰ ਤਾਂ ਤੁਹਾਡੇ ਵਿੱਚ ਹੈ ਜੋਗੀਆਂ ਵਿੱਚ। ਹਮ ਹੈ ਦਿਖਾਵੋ ਦੇਖਣ ਹਾਰੇ। ਕਹਿਣ ਲੱਗੇ ਵੀ ਤੁਸੀਂ ਆਪਣੀ ਇਹ ਸ਼ਕਤੀ ਦਿਖਾਓ, ਮੈਂ ਤਾਂ ਦੇਖਣ ਵਾਲਾ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਤਾਂ ਦੇਖਾਂਗੇ, ਤੁਸੀਂ ਦਿਖਾਓ ਜਿਹੜੀ ਸ਼ਕਤੀ ਤੁਹਾਡੇ ਵਿੱਚ ਹੈ। ਸੁਣ ਕੇ ਸਿੱਧਨ ਗਿਰਾ ਉਚਾਰੀ। ਸਿੱਧ ਕਹਿੰਦੇ ਇਹ ਤਾਂ ਕੰਮ ਬਣ ਗਿਆ ਸਾਡਾ। ਬੜੇ ਖੁਸ਼ ਹੋ ਕੇ ਉਹਨਾਂ ਨੇ ਉਸ ਵੇਲੇ ਧਰਤੀ ਨੂੰ ਪੁੱਛਿਆ, ਜੇ ਧਰਨੀ ਤੂੰ ਹੈ ਹਮਾਰੀ। ਕਹਿੰਦੇ ਹੇ ਧਰਤੀ ਜੇ ਤੂੰ ਸਾਡੀ ਹੈ ਤੋ ਉੱਤਰ ਦੀਜੈ ਤ੍ਰੈ ਵਾਰੀ। ਤੇ ਤੂੰ ਉੱਤਰ ਦੇ ਸਾਨੂੰ 3 ਵਾਰੀ ਕਿ ਧਰਤੀ ਤੂੰ ਸਾਡੀ ਹੈ। ਅਸੀਂ ਤੁਹਾਨੂੰ ਪੁੱਛਦੇ ਹਾਂ ਧਰਤੀ ਤੂੰ ਸਾਡੀ ਹੈ ਕਿ ਨਹੀਂ, ਤੂੰ 3 ਵਾਰ ਸਾਨੂੰ ਇਹ ਜਵਾਬ ਦੇ। ਮੈਂ ਸਿੱਧਨ ਕੀ ਕਹੋ ਪੁਕਾਰੀ। ਹਾਂ, ਕਹਿਣ ਲੱਗੇ ਮੈਂ ਸਿੱਧਨ ਕੀ, ਕਹਿਣ ਲੱਗੇ 3 ਵਾਰੀ ਹੈ ਧਰਤੀ ਤੂੰ ਇਹ ਕਹਿ ਮੈਂ ਸਿੱਧਾਂ ਦੀ ਧਰਤੀ ਹਾਂ। ਸੁਨ ਸਿਸ ਬੋਲਿਓ ਧਰਨ ਮਝਾਰੀ। ਉਸ ਵੇਲੇ ਇਹ ਗੱਲ ਸੁਣ ਕਰਕੇ ਉਹ ਜਿਹੜਾ ਬਾਲਕ ਬਿਠਾਇਆ ਸੀ ਨਾ ਜੋਗੀ, ਜਿਹੜਾ ਅੰਦਰ ਜਿਹੜਾ ਦੱਬਿਆ ਹੋਇਆ ਸੀ ਧਰਤੀ ਦੇ ਵਿੱਚ, ਉਹ ਸੁਣ ਕੇ ਬੋਲਿਆ ਮੈਂ ਸਿੱਧਨ ਕੀ ਨਿਤ ਅਨੁਸਾਰੀ। ਉਹ ਉੱਥੋਂ ਅੰਦਰ ਬੋਲਿਆ, ਕਹਿੰਦਾ ਮੈਂ ਸਿੱਧਾਂ ਦੀ ਹਾਂ, ਮੈਂ ਸਿੱਧਾਂ ਦੇ ਅਨੁਸਾਰ ਹੀ ਰਹਿੰਦੀ ਹਾਂ, ਮੈਂ ਇਹਨਾਂ ਦੀ ਹਾਂ
ਹਾਂ, ਜੋ ਇਹ ਕਹਿੰਦੇ ਮੈਂ ਉਹੀ ਕਰਦੀ ਹਾਂ। ਤੇ ਬਾਰ ਸਿੱਧ ਬੂਝਣ ਲਾਗੇ। ਦੂਜੀ ਵਾਰੀ ਸਿੱਧਾ ਨੇ ਹੁਣ ਫੇਰ ਪੁੱਛਿਆ, ਕਿਉਂਕਿ 3 ਵਾਰੀ ਪੁੱਛਣਾ ਸੀ, ਦੂਜੀ ਵਾਰੀ ਫੇਰ ਪੁੱਛਿਆ ਹੁਣ। ਬੋਲਿਓ ਬਾਲਕ ਜਿਉ ਕਹਿ ਆਗੇ। ਉਹ ਬਾਲਕ ਉੱਥੇ ਬੈਠਾ ਹੋਇਆ ਅੰਦਰ, ਉਹਨੇ ਉਹੀ ਜਵਾਬ ਪਹਿਲਾਂ ਵਾਲਾ ਦੇ ਦਿੱਤਾ। ਤੀਸਰ ਬਾਰ ਉਦਿਤ ਭਾ ਜਬ ਹੀ। ਜਦੋਂ ਤੀਜੀ ਵਾਰ ਉਹਨੂੰ ਪੁੱਛਿਆ ਤੇ ਉਹ ਬੋਲਣ ਨੂੰ ਤਿਆਰ ਹੋਇਆ। ਪੂਰਬ ਸਤਿਗੁਰ ਬੋਲੇ ਤਬ ਹੀ। ਉਹਦੇ ਬੋਲਣ ਤੋਂ ਪਹਿਲਾਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲ ਪਏ। ਅਬ ਲੋ ਬੋਲਣ ਉਚਿਤ ਰਹਿਓ ਈ। ਕਹਿਣ ਲੱਗੇ ਹੁਣ ਤੱਕ ਵੀ ਤੂੰ ਬੋਲਣ ਜੋਗਾ ਹੈ। ਮਹਾਰਾਜ ਨੇ ਇਹੀ ਬਚਨ ਕੀਤਾ ਕਿ ਤੂੰ ਹਜੇ ਤੱਕ ਵੀ ਬੋਲਣ ਜੋਗਾ ਹੈ। ਬਸ ਇਹੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ। ਸੁਨਤ ਭਇਓ ਮੇਰੇ ਤੱਕ ਸਿਸ ਸੋਈ। ਕੀ ਹੋਇਆ? ਧਰਤੀ ਵਿੱਚ ਗੱਡਿਆ ਹੋਇਆ ਜਿਹੜਾ ਸਿੱਧ ਸੀਗਾ ਨਾ, ਜੋਗੀ ਜਿਹੜਾ ਬਿਠਾਇਆ ਸੀ ਬਾਲਕ, ਉਹ ਮਰ ਗਿਆ ਜੀ। ਉੱਥੇ ਉਹਦੀ ਮੌਤ ਹੋ ਗਈ, ਵਿਚਾਰਾ ਉੱਥੇ ਟੇਢਾ ਜਾ ਹੋ ਗਿਆ। ਉਧਰ ਨਾ ਆਇਓ ਬਹੁਰ ਬੁਲਾਏ। ਉਹ ਸਿੱਧ ਹੁਣ ਤੀਜੇ ਬਚਨ ਵਾਸਤੇ ਡੀਕਦੇ ਰਹੇ, ਕਹਿੰਦੇ ਰਹੇ ਹਾਂਜੀ ਬੋਲ ਧਰਤੀ ਤੂੰ ਕਿਹਦੀ ਆ। ਉਹ ਬੋਲੇ ਨਾ, ਫੇਰ ਪੁੱਛੀ ਜਾਣ, ਵਿਚਾਰੇ ਰੋਂਦੇ ਪਿੱਟਦੇ ਉੱਥੇ ਜੋਗੀ ਖੜੇ ਉੱਥੇ। ਸਰਬ ਸਿੱਧ ਮਨ ਮਹਿ ਬਿਸਮਾਏ। ਉਹ ਸਿੱਧ ਜਿਹੜੇ ਹਨ ਸਾਰੇ ਹੈਰਾਨ ਹੋ ਗਏ ਜੀ, ਵੀ ਇਹ ਬਾਲਕ ਨੂੰ ਕੀ ਹੋ ਗਿਆ, ਇਹਨੂੰ ਤਾਂ ਚੰਗਾ ਭਲਾ ਬਿਠਾਇਆ ਸੀ ਉੱਥੇ ਤੇ ਜਿਹੜਾ ਹੈ ਬੜਾ ਹੌਸਲਾ ਜਿਹਾ ਦਿੱਤਾ ਸੀ, ਇਹ ਹੁਣ ਬੋਲਦਾ ਹੀ ਨਹੀਂ, ਕੀ ਹੋ ਗਿਆ ਇਹਨੂੰ ਅੰਦਰ। ਕੇਤਕ ਚਿਰ ਮਹਿ ਮਰਿਓ ਨਿਕਾਰਿਓ। ਤੇ ਕੀ ਹੋਇਆ ਜੀ? ਕੁਝ ਕੁ ਚਿਰ ਬਾਅਦ ਸਿੱਧਾ ਨੇ ਕਿਹਾ ਹੁਣ ਤਾਂ ਗੱਲ ਨਹੀਂ ਬਣਦੀ, ਹੁਣ ਗੁਰੂ ਨਾਨਕ ਤੋਂ ਤਾਂ ਲੁਕੋਇਆ ਨਹੀਂ ਜਾਂਦਾ। ਉਹਨਾਂ ਨੇ ਧਰਤੀ ਪੁੱਟ ਕੇ ਉਹਨੂੰ ਅੰਦਰੋਂ ਕੱਢਿਆ। ਲੱਜਤ ਹੋਇਆ ਸਿੱਧਨ ਬਲ ਹਾਰਿਓ। ਹੁਣ ਸਿੱਧਾ ਨੂੰ ਬੜੀ ਸ਼ਰਮ ਆਈ, ਪਤਾ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਹੁਣ ਇਹ ਗੱਲ ਦਾ ਤਾਂ ਗਿਆਨ ਹੈ ਵੀ ਅਸੀਂ ਕੋਈ ਬੰਦਾ ਬਿਠਾਇਆ ਸੀ ਅੰਦਰ ਬੋਲਣ ਵਾਸਤੇ, ਧੋਖਾ ਦੇਣ ਵਾਸਤੇ। ਬੜਾ ਹੀ ਸ਼ਰਮ ਆਈ ਜੀ ਉਹਨਾਂ ਨੂੰ। ਸਿੱਧਨ ਬਲ ਹਾਰਿਓ, ਉਹ ਆਪਣੀ ਸ਼ਕਤੀ ਦਾ ਬਲ ਹਾਰ ਗਏ। ਆਪ ਆਪਣੇ ਆਸਨ ਬੈਸੇ। ਭੱਜ ਗਏ ਜੀ, ਉਹ ਮਰੇ ਹੋਏ ਵਿਚਾਰੇ ਨੂੰ ਵਿੱਚ ਛੱਡ ਗਏ। ਮਰਿਆ ਹੋਇਆ ਉਹ ਬੈਠਾ ਜਿਹੜਾ ਹੈ ਪੁੱਟ ਕੇ ਉਹਨੂੰ ਛੱਡ ਗਏ, ਕਹਿੰਦੇ ਇਹ ਤਾਂ ਮਰ ਗਿਆ, ਇਹਨੂੰ ਛੱਡ ਜੋ ਹੀ। ਆਪਣੇ ਆਪਣੇ ਮੱਠਾਂ 'ਚ ਜਾ ਕੇ ਬਹਿ ਗਏ। ਦੇਖੋ ਸਿੱਧ ਲੋਕ ਐਸੇ ਹਨ ਜਿਹੜੇ ਹਨ ਬਿਲਕੁਲ ਵੀ ਜਿਹੜਾ ਹਨ ਅਕਾਊਂਟੇਬਿਲਿਟੀ ਨਹੀਂ ਰੱਖਦੇ। ਉਹਨੂੰ ਵਿਚਾਰੇ ਨੂੰ ਬਿਠਾਇਆ ਸੀ, ਨਾ ਉਹਦੀ ਇੰਸ਼ੋਰੈਂਸ ਹੋਣੀ ਆ ਵਿਚਾਰੀ ਦੀ, ਨਾ ਕੁਛ। ਉਹਨੂੰ ਮਰਵਾ ਕੇ ਆਪ ਚਲੇ ਗਏ ਮੱਠਾਂ ਨੂੰ। ਚੋਰ ਨਾਰ ਜਿਉ ਤੂਸਨ ਤੈਸੇ। ਕਹਿੰਦੇ ਜਿਵੇਂ ਚੋਰ ਨਾਰ, ਜਿਵੇਂ ਚੋਰ ਦੀ ਇਸਤਰੀ ਹੁੰਦੀ ਆ ਨਾ, ਜਦੋਂ ਉਹਨੂੰ ਕੋਈ ਗੱਲਬਾਤ ਦਾ ਪਤਾ ਲੱਗਦਾ ਹੈ ਉਹ ਸਿਰ ਸੁੱਟ ਕੇ ਚੁੱਪ ਕਰਕੇ ਖਿਸਕ ਜਾਂਦੀ ਹੈ। ਕਹਿੰਦੇ ਇਹ ਜਿਹੜੇ ਯੋਗੀ ਸੀ ਜਿਹੜਾ ਹਨ ਚੋਰ ਦੀ ਘਰ ਵਾਲੀ ਵਾਂਗੂ, ਇਹ ਵੀ ਸਰਜਾ ਜਿਹੜਾ ਥੱਲੇ ਰੱਖ ਕੇ ਨਾ ਉਤੋਂ ਚੁੱਪ ਕਰਕੇ ਖਿਸਕ ਗਏ ਜੀ। ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਗਏ। ਪ੍ਰਾਨਨਾਥ ਪੁਨ ਮੰਗਲ ਜੋ। ਫੇ ਉੱਥੇ ਸਿਰਫ ਮਹਾਰਾਜ ਦੇ ਸ਼ਰਧਾਲੂ ਜੋਗੀ ਰਹਿ ਗਏ। ਉਹਨਾਂ ਵਿੱਚੋਂ ਪ੍ਰਾਨਨਾਥ ਤੇ ਮੰਗਲਨਾਥ, ਇਹ ਦੋਨਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ। ਪ੍ਰਭ ਸਮੀਪ ਆਏ ਚੱਲ ਦੋ। ਉਹ ਦੋਵੇਂ ਚੱਲ ਕੇ ਆਏ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਬਿਨੈ ਪ੍ਰਸ਼ੰਸਾ ਅਧਿਕ ਉਚਾਰੇ। ਉਹਨਾਂ ਨੇ ਬੇਨਤੀ ਰੂਪ ਆ ਕੇ ਬੇਨਤੀ ਵੀ ਕੀਤੀ ਤੇ ਮਹਾਰਾਜ ਦੀ ਪ੍ਰਸ਼ੰਸਾ, ਮਹਾਰਾਜ ਦੀ ਉਸਤਤ ਵੀ ਕੀਤੀ। ਆਪ ਨਿਰੰਜਨ ਮੂਰਤ ਧਾਰੀ। ਇਹ ਸਤਿਗੁਰੂ ਜੀ ਆਪ ਤੁਸੀਂ ਪਰਮੇਸ਼ਰ ਨਿਰੰਜਨ ਸਰੂਪ ਹੋ। ਮੁੰਦਾ ਔਰ ਖਰਾਉ ਜੋ। ਮਹਾਰਾਜ ਜਿਹੜੀ ਸਾਡੇ ਗੁਰੂ ਦੀ ਈਅਰਿੰਗ ਹੈ ਨਾ, ਮੁੰਦਰਾ ਹੈ, ਉਹਦੀ ਖੜਾਵ, ਉਹਦਾ ਸੈਂਡਲ ਹੈ ਨਾ, ਜਿਹੜਾ ਸਾਡੇ ਗੁਰੂ ਗੋਰਖਨਾਥ ਦਾ। ਸਹਿਸ ਸਖਤ ਗੋਰਖ ਇਹ ਦੇਹੋ ਦੋ। ਮਹਾਰਾਜ ਤੀਜੀ ਗੱਲ ਨਾ, ਸਾਡੇ ਗੁਰੂ ਗੋਰਖਨਾਥ ਦੀ ਜਿਹੜੀ ਸ਼ਕਤੀ ਹੈ ਨਾ, ਉਹ ਤੁਸੀਂ ਸਾਨੂੰ ਵਾਪਸ ਦੇ ਦਿਓ। ਮਹਾਰਾਜ ਉਹ ਮੰਗਣ ਆਏ ਜੀ ਆਪਣੇ ਗੁਰੂ ਦੀ ਸ਼ਕਤੀ ਨੂੰ। ਕਹਿੰਦੇ ਉਹ ਗੋਰਖਨਾਥ ਦੀ ਸ਼ਕਤੀ, ਉਹਦਾ ਵਿਚਾਰੇ ਦਾ ਈਅਰਿੰਗ ਵੀ ਰਹਿ ਗਿਆ ਤੇ ਉਹਦੀ ਖੜਾਮ ਸਾਨੂੰ ਵਾਪਸ ਦੇ ਦਿਓ। ਬਾਲਕ ਕੋ ਜਿਵਾਏ ਪੁਨ ਦੀਜੈ। ਚੌਥੀ ਚੀਜ਼ ਉਹਨਾਂ ਨੇ ਮੰਗੀ, ਕਹਿੰਦੇ ਆ ਜਿਹੜਾ ਬਾਲਕ ਸੀ ਨਾ ਬਿਠਾਇਆ ਧਰਤੀ 'ਚ ਗੱਡ ਕੇ, ਇਹਨੂੰ ਜਿਉਂਦਾ ਕਰ ਦਿਓ ਹੁਣ। ਸ੍ਰੀ ਨਾਨਕ ਜੀ ਕਰੁਣਾ ਕੀਜੈ। ਹੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਸਾਡੇ ਤੇ। ਇਹ ਹੰਕਾਰ ਮੈਂ ਜਾਣਤ ਨਾਹੀ। ਮਹਾਰਾਜ ਇਹ ਜੋਗੀ ਜਿਹੜੇ ਦੂਜੇ ਸਨ, ਇਹ ਹੰਕਾਰ ਵਿੱਚ ਤੁਹਾਡੇ ਜਿਹੜਾ ਹਨ ਤੁਹਾਨੂੰ ਜਾਣ ਨਹੀਂ ਸਕੇ। ਇਹਨਾਂ ਨੂੰ ਇਹ ਨਹੀਂ ਪਤਾ ਤੁਸੀਂ ਨਿਰੰਜਨ ਪਰਮਾਤਮਾ ਸਰੂਪ ਹੋ। ਮੂਰਖ ਬਹੁਰ ਬਹੁਰ ਪਛਤਾਹੀ। ਮਹਾਰਾਜ ਇਹ ਬਹੁਰ ਬਹੁਰ ਮੁੜ ਮੁੜ ਕੇ ਪਛਤਾਉਂਦੇ ਹਨ ਇਹ ਜਿਹੀਆਂ ਕਰਤੂਤਾਂ ਕਰਕੇ। ਦੋਹਰਾ ਜਾਨ ਆਪਣੇ ਈਠ ਦੋ ਬਿਨੈ ਸੁਣੀ ਪੁਨ ਕਾਨ। ਜਦੋਂ ਆਪਣੇ ਪਿਆਰੇ ਜਾਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਾਨਨਾਥ ਤੇ ਮੰਗਲਨਾਥ ਨੂੰ ਆਪਣਾ ਪਿਆਰਾ ਜਾਣਿਆ, ਸ਼ਰਧਾਵਾਨ ਜਾਣਿਆ ਤੇ ਮਹਾਰਾਜ ਨੇ ਉਹਨਾਂ ਦੀ ਬੇਨਤੀ ਕੰਨਾਂ ਨਾਲ ਸੁਣੀ। ਮੁੰਦਾ ਸਖਤ ਖਰਾਓ ਜੋ ਤੀਨ ਦੀਨ ਤਿੰਨ ਪਾਨ। ਮਹਾਰਾਜ ਨੇ 3 ਚੀਜ਼ਾਂ ਉਹਨਾਂ ਨੂੰ ਵਾਪਸ ਦੇ ਦਿੱਤੀਆਂ, ਮੁੰਦਰਾ ਵੀ ਦੇ ਦਿੱਤੀ, ਖੜਾਮ ਵੀ ਦੇ ਦਿੱਤੀ ਤੇ ਨਾਲ ਗੋਰਖਨਾਥ ਦੀ ਸ਼ਕਤੀ ਵੀ ਵਾਪਸ ਉਹਨੂੰ ਦੇ ਦਿੱਤੀ। ਬਿਗਸਤ ਬੋਲੇ ਬਚਨ ਕੋ ਬਹੁਰੋ ਕਿਰਪਾ ਨਿਧਾਨ। ਮਹਾਰਾਜ ਬਾਅਦ ਵਿੱਚ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਬੋਲੇ ਜੀ, ਹੱਸਦਿਆਂ ਹੋਇਆਂ ਮੁਸਕਰਾਉਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ। ਸਾਗਰ ਮਹਿ ਇੱਕ ਬੂੰਦ ਜੋ ਪਰੀ ਨਾ ਪਰੀ ਸਮਾਨ। ਦੇਖੋ ਕਹਿੰਦੇ ਪਰਮਾਤਮਾ ਐਸਾ ਹੈ, ਉਹ ਇੱਕ ਸਾਗਰ ਦੀ ਤਰ੍ਹਾਂ, ਇੱਕ ਓਸ਼ਨ ਦੀ ਤਰ੍ਹਾਂ ਹੈ। ਜਿਵੇਂ ਇੱਕ ਓਸ਼ਨ ਵਿੱਚ ਇੱਕ ਡ੍ਰੌਪ ਆਫ ਵਾਟਰ, ਜਿਹੜਾ ਸੀ ਵਾਟਰ ਤੁਸੀਂ ਕੱਢ ਲਓ,
ਉਹ ਸਾਗਰ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਇੱਕ ਡ੍ਰੌਪ ਵੱਧ ਵੀ ਪਾ ਦਿਓ ਸਾਗਰ ਵਿੱਚ ਕੋਈ ਫਰਕ ਨਹੀਂ ਪੈਂਦਾ। ਪਰਮੇਸ਼ਰ ਤਾਂ ਏਡਾ ਵੱਡਾ ਹੈ। ਚੌਪਈ ਇਹ ਖਰਾਉ ਸਿਸ ਸਿਰ ਲਾਭ ਹੋ। ਕਹਿਣ ਲਗੇ ਇਹ ਜਿਹੜੀ ਖੜਾਉ ਹੈ ਗੋਰਖਨਾਥ ਦੀ, ਉਹ ਜਿਹੜਾ ਤੁਹਾਡਾ ਬਾਲਕ ਜੋਗੀ ਜਿਹੜਾ ਤੁਸੀਂ ਦੱਬਿਆ ਸੀ ਧਰਤੀ 'ਚ ਮਰ ਗਿਆ, ਉਹਦੇ ਸਿਰ ਨੂੰ ਜਾ ਕੇ ਲਾ ਦਿਓ ਹੁਣ, ਤਤ ਛਿਨ ਤਾਕੋ ਜਾਏ ਜਵਾਬ ਹੋ। ਤਾਂ ਜਾ ਕੇ ਉਹਨੂੰ ਜਿਉਂਦਾ ਕਰ ਦੋ। ਇਹ ਖੜਾਮ ਜਿਹੜੀ ਗੋਰਖਨਾਥ ਦੀ ਆ ਨਾ, ਉਹਦੇ ਮੱਥੇ ਨੂੰ ਲਾ ਦੋ ਜਾ ਕੇ ਹੁਣ। ਲੈ ਕੇ ਉਬੈ ਪ੍ਰਸ਼ੰਸਾ ਕਰਕੇ। ਉਹ ਦੋਵੇਂ ਚੀਜ਼ਾਂ ਜਿਹੜੀਆਂ, ਉਹ ਤਿੰਨੇ ਚੀਜ਼ਾਂ ਨੂੰ ਨਾਲ ਲੈ ਕਰਕੇ ਤੇ ਨਾਲ ਸਤਿਗੁਰਾਂ ਦਾ ਵਰ ਉਸ ਬਾਲਕ ਨੂੰ ਜਿਉਣ ਦਾ ਲੈ ਕਰਕੇ ਮੰਗਲਨਾਥ ਤੇ ਪ੍ਰਾਣਨਾਥ ਬੜੀ ਖੁਸ਼ੀ ਨਾਲ ਉੱਠ ਖੜੇ। ਗਮਨੇ ਦੋਨੋਂ ਹਰਖ ਔਰ ਭਰ ਕੇ। ਬੜੇ ਖੁਸ਼ੀ ਜਿਹੜਾ ਹਨ ਪਹਿਲਾਂ ਉਹਨਾਂ ਨੇ ਉੱਠ ਕਰਕੇ ਉੱਥੇ ਜਾਣਾ ਕੀਤਾ। ਇੰਨੀ ਮੁੰਦਰਾ ਬਹੁਰ ਖਰਾਉ। ਪਹਿਲਾਂ ਜਾ ਕੇ ਉਹ ਜਿਹੜੀ ਖੜਾਉ ਸੀ ਤੇ ਮੁੰਦਰਾ ਜਿਹੜੀ ਸੀ ਉਹਨਾਂ ਦੇ ਹੱਥ ਵਿੱਚ ਲੈ ਕਰਕੇ ਉਹਨਾਂ ਨੇ ਗੋਰਖਨਾਥ ਨੂੰ ਦਿੱਤੀ। ਗੋਰਖ ਮੈਂ ਭਾ ਸਕਤ ਪ੍ਰਭਾਉ। ਤੇ ਉਸ ਵੇਲੇ ਗੋਰਖਨਾਥ ਵਿੱਚ ਵਾਪਸ ਸ਼ਕਤੀ ਆ ਗਈ ਜੀ। ਸਿਸ ਕੇ ਸੀਸ ਛੁਹਾਏ ਜਵਾਇਓ। ਤੇ ਮਰੇ ਹੋਏ ਉਹ ਸ਼ਿਸ਼ ਦੇ ਮੱਥੇ ਤੇ ਜਾ ਕੇ ਉਹ ਖੜਾਉ ਲਾ ਦਿੱਤੀ ਤੇ ਉਹ ਜਿਉਂਦਾ ਹੋ ਗਿਆ ਜੀ। ਆਨ ਥਾਨ ਚਲਨੋ ਮਨ ਭਾਇਓ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਗੋਰਖ ਮੱਥੇ ਤੋਂ ਅੱਗੇ ਹੋਰ ਜਾਣਾ ਚਾਹਿਆ। ਸਭ ਮਿਲ ਕਹੇ ਆਦੇਸ਼ ਆਦੇਸਾ। ਸਾਰਿਆਂ ਨੇ ਮਿਲ ਕਰਕੇ ਆਦੇਸ਼ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਤੇ ਉਹ ਗੋਰਖ ਮਤਾ ਜਿਹੜਾ ਸੀਗਾ ਹੁਣ ਨਾਨਕ ਮਤਾ ਬਣ ਗਿਆ, ਕਿਉਂਕਿ ਬਾਲਕ ਤਾਂ ਮਰ ਗਿਆ ਸੀ, ਧਰਤੀ ਬੋਲੀ ਕੋਈ ਨਹੀਂ। ਤੇ ਉਹ ਥਾਂ ਜਿਹੜਾ ਗੋਰਖ ਮਤਾ ਤੋਂ ਨਾਨਕ ਮਤਾ ਪੈ ਗਿਆ। ਤੇ ਉਸ ਵੇਲੇ ਗੋਰਖਨਾਥ ਨੂੰ ਜਦੋਂ ਇਹ ਸਭ ਕੁਝ ਮਿਲਿਆ, ਗੋਰਖਨਾਥ ਨੇ ਕਿਹਾ ਕਿ ਇਸ ਥਾਂ ਦਾ ਨਾਂ ਨਾਨਕ ਮਤਾ ਰੱਖੋ। ਹੁਣ ਇਹ ਨਾਨਕ ਮਤਾ ਹੋਵੇਗਾ। ਜੋਗੀਆਂ ਨੇ ਇਹ ਗੱਲ ਕਹੀ ਕਿ ਅੱਜ ਤੋਂ ਇਹ ਨਾਨਕ ਮਤਾ ਹੈ। ਇੱਛਾ ਚਾਰੀ ਗਏ ਸੁਦੇਸਾ। ਦੇਖੋ ਆਪਣੀ ਇੱਛਾ ਅਨੁਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਰ ਕੋਈ ਜਿਹੜਾ ਹਨ ਮਹਾਰਾਜ ਜੀ ਹੋਰ ਇਹ ਦੁਨੀਆ ਦੇ ਹਿੱਸੇ ਵਿੱਚ ਗਏ ਤਾਰਨ ਵਾਸਤੇ। ਇੱਕ ਦਿਵਸ ਸ੍ਰੀ ਨਾਨਕ ਰਹੇ। ਇੱਕ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਰਹੇ। ਭੋਰ ਭਈ ਚਲਨੋ ਮਨ ਚਾਹੇ। ਤੇ ਜਦੋਂ ਸਵੇਰ ਹੋਈ ਸਤਿਗੁਰੂ ਨੇ ਜਾਣ ਦੀ ਇੱਛਾ ਪ੍ਰਗਟ ਕੀਤੀ। ਗੋਰਖ ਮਤਾ ਹਟਾਇਓ ਨਾਮੋ। ਸੋ ਇਸ ਕਰਕੇ ਉਸ ਥਾਂ ਦਾ ਗੋਰਖ ਮਤਾ ਨਾਮ ਹਟਾ ਕਰਕੇ ਨਾਨਕ ਮਤਾ ਰਾਖ ਅਬਿਰਾਮੋ। ਤੇ ਨਾਨਕ ਮਤਾ ਸੁੰਦਰ ਨਾਂ ਰੱਖਣਾ ਕੀਤਾ ਜੀ। ਬਹੁਰੋ ਸ੍ਰੀ ਗੁਰ ਕੀਨ ਪਿਆਨਾ। ਮਹਾਰਾਜ ਨੇ ਉੱਥੋਂ ਹੁਣ ਅੱਗੇ ਜਾਣਾ ਕੀਤਾ। ਕਾਰਨ ਇਹੀ ਕਰਨ ਕਲਿਆਣਾ। ਦੇਖੋ ਕਾਰਨ ਕੀ ਹੈ ਸਤਿਗੁਰਾਂ ਦਾ ਹੋਰ ਪਾਸੇ ਜਾਣ ਦਾ? ਸਿਰਫ ਇੱਕੋ ਇੱਕ ਹੈ ਕਿ ਭੜਕਦੀ ਹੋਈ ਡੁੱਬਦੀ ਹੋਈ ਇਹ ਸੰਸਾਰ ਦੇ ਲੋਕਾਂ ਨੂੰ ਨਰਕ ਵਿੱਚ ਪੈਂਦਿਆਂ ਹੋਇਆਂ ਨੂੰ ਕੱਢ ਕੇ ਸਤਿਗੁਰਾਂ ਨੇ ਤਾਰਨਾ ਹੈ। ਸਾਰਿਆਂ ਨੂੰ ਸੁੱਖ ਦੇਣਾ ਹੈ ਜੀਵਨ ਦਾ। ਸਤਿਗੁਰਾਂ ਨੇ ਆਪਣੇ ਸਿੱਖ ਬਣਾ ਕੇ ਇਹ ਮਾਣ ਵੀ ਦੇਣਾ ਹੈ। ਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਐਸਾ ਪਰ ਉਪਕਾਰ ਕਰਨ ਵਾਸਤੇ ਸਤਿਗੁਰੂ ਜੀ ਅੱਗੇ ਚੱਲੇ ਹਨ। ਬਹੁਰੋ ਸ੍ਰੀ ਗੁਰ ਕੀਨ ਪਿਆਨਾ। ਕਾਰਨ ਇਹੀ ਕਰਨ ਕਲਿਆਣਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਸਿੱਧਨ ਕੋ ਮੇਲ ਪ੍ਰਸੰਗ ਵਰਣਨੰ ਨਾਮ 20ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।